YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰਿਵੈਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਵਿੱਚ ਹਿੱਸੇਦਾਰ ਬਣੋ ਅਤੇ ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ। ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਹੜੇ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਕੰਮ ਕਰ ਰਹੇ ਆ, ਫਰਮ ਦ ਪ੍ਰਿੰਸੀਪਲ, ਟੀਚਰਸ, ਆਰ ਐਜੂਕੇਸ਼ਨ ਅਸਿਸਟੈਂਟਸ, ਆਰ ਸਪੋਰਟ ਸਟਾਫ, ਸਾਰੇ ਬਹੁਤ ਹੀ ਮੈਂ ਕਹੂੰਗੀ ਰਾਤ ਦਿਨ ਕੰਮ ਕਰ ਰਹੇ ਆ ਵੀ ਬੱਚਿਆਂ ਦੀ ਸਪੋਰਟ ਕਰਨ ਨੂੰ। ਪਰ ਹੁਣ ਜਦੋਂ ਸਕੂਲ ਸ਼ੁਰੂ ਕਰਨੇ ਪਏ ਫਿਜ਼ੀਕਲ ਡਿਸਟੈਂਸਿੰਗ ਕਰਕੇ, ਉਹ ਵਰਚੁਅਲ ਸਕੂਲਿੰਗ ਆ, ਟੀਚਰਸ ਵੀ ਲੱਗ ਰਹੀਆਂ, ਪਰ ਦੇਖੋ ਟੀਚਰਸ ਨੂੰ ਵੀ ਸਿੱਖਣਾ ਪਿਆ। ਤੋ ਇਸ ਕਰਕੇ ਸਕੂਲ ਡਿਸਟ੍ਰਿਕਟ ਨੇ ਪੂਰਾ ਜ਼ੋਰ ਲਾਇਆ ਆ ਆਈਪੈਡ ਜਾਂ ਕੰਪਿਊਟਰ ਵੀ ਹਰੇਕ ਘਰ ਦੇ ਵਿੱਚ ਪਹੁੰਚ ਜਾਣ। ਉਹਨਾਂ ਨੇ ਕਾਫੀ ਮੈਨੂੰ ਹਜ਼ਾਰਾਂ ਤੋਂ ਉੱਪਰ ਹੁਣ ਘਰੀ ਤੋੜ ਦਿੱਤੇ ਆ ਤੇ ਹਾਲੇ ਵੀ ਲੱਗੇ ਆ। ਇੰਨਾ ਪ੍ਰੈਸ਼ਰ ਨਾ ਪਾਓ ਆਪਣੇ ਬੱਚਿਆਂ ਤੇ ਪੜ੍ਹਨ ਲਈ ਵੀ ਉਹ ਪੜ੍ਹਾਈ ਦੇ ਨਾਲ ਨਫ਼ਰਤ ਕਰਨ ਲੱਗ ਪਏ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਕੈਨੇਡਾ ਸਰਕਾਰ, BC ਸਰਕਾਰ ਸਾਡੇ ਲਈ ਕੰਮ ਕਰ ਰਹੀ ਹੈ ਤਾਂ ਕਿ ਅਸੀਂ COVID-19 ਦੀ ਸਿਚੁਏਸ਼ਨ ਦੇ ਵਿੱਚੋਂ ਨਿਕਲ ਸਕੀਏ। BC ਦੇ ਵਿੱਚ ਜੋ ਕੱਲ੍ਹ ਦੀ ਜੇ ਅਸੀਂ ਗੱਲ ਕਰੀਏ ਤਾਂ 71 ਕੇਸ ਮਾਰਚ ਤੋਂ ਬਾਅਦ ਇੰਨੇ ਜ਼ਿਆਦਾ ਕੇਸ ਸਾਹਮਣੇ ਆਏ ਹੈ। ਇੱਕ ਮੀਟ ਫੈਕਟਰੀ ਦੇ ਵਿੱਚੋਂ ਜੋ ਲੋਕ ਪ੍ਰਭਾਵਿਤ ਹੋਏ ਹੈ COVID-19 ਤੋਂ ਬਾਅਦ, ਤੇ ਹੁਣ ਐਮਰਜੈਂਸੀ ਵੀ ਪਿਛਲੇ ਹਫ਼ਤੇ ਵਧਾ ਦਿੱਤੀ ਗਈ ਸੀ BC ਦੇ ਵਿੱਚ। ਜੇ ਇਸ ਤਰ੍ਹਾਂ ਹੀ ਮਾਮਲੇ ਸਾਹਮਣੇ ਆਉਂਦੇ ਗਏ ਤਾਂ ਸ਼ਾਇਦ ਐਮਰਜੈਂਸੀ ਵਧਾ ਦਿੱਤੀ ਜਾਵੇ। ਕਿੱਥੇ ਅਸੀਂ ਸੋਚ ਰਹੇ ਸੀ ਕਿ BC ਦੇ ਵਿੱਚ ਹੈਲਥ ਕੇਅਰ ਸਿਸਟਮ ਰਿਜ਼ਿਊਮ ਹੋਣ ਦੇ ਚਾਂਸਸ ਹੈਗੇ ਨੇ, ਪਰ ਜੇ ਅਸੀਂ ਸੋਸ਼ਲ ਡਿਸਟੈਂਸ ਨਾ ਕੀਤਾ ਤਾਂ ਇਹ ਕੇਸ ਵੱਧ ਵੀ ਸਕਦੇ ਨੇ। BC ਸਰਕਾਰ ਹੋਰ ਕੀ ਕੁਝ ਕਰ ਰਹੀ ਹੈ, ਇਸ ਬਾਰੇ ਜਾਣਕਾਰੀ ਲੈਣ ਦੇ ਲਈ ਅੱਜ MLA ਜਿਮੀ ਸਿਮਸ ਮੇਰੇ ਨਾਲ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਤੋਂ ਅਪਡੇਟਸ ਪੁੱਛਦੇ ਹਾਂ ਕਿ ਕੀ ਕੁਝ ਕਰ ਰਹੀ ਹੈ BC ਸਰਕਾਰ। ਸੋ ਜਿਮੀ ਸਿਮਸ, ਵੈਲਕਮ। ਥੈਂਕ ਯੂ ਜੀ। ਤੇ ਤੁਹਾਡੇ ਸਾਰੇ ਜਿਹੜੇ ਲਿਸਨਰਸ ਹੈਗੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਤੁਸੀਂ ਕਿਹਾ ਸੀਗਾ ਵੀ ਇਹ ਜਿਹੜੀ COVID-19 ਦੀ ਪੈਂਡੈਮਿਕ ਹੈਗੀ ਆ, ਇਹ ਸਾਰੇ ਦੁਨੀਆ ਦੇ ਵਿੱਚ ਫੈਲੀ ਆ, ਇਹ ਸਿਰਫ ਆਪਣੇ ਨਹੀਂ। ਆਪਾਂ ਕਾਫੀ ਮਿਹਨਤ ਕੀਤੀ ਆ, ਇਹਨੇ ਵੀ ਸਿਰਫ ਸਰਕਾਰ ਨੇ, ਹਰ ਇੱਕ ਇਨਸਾਨ ਨੇ ਮਦਦ ਕੀਤੀ ਆ, ਤਾਂਹੀਓ ਆਪਣਾ ਗ੍ਰਾਫ ਜਿਹੜਾ ਆ ਉਹ ਲੈਵਲ ਆਊਟ ਹੋ ਗਿਆ। ਪਰ ਕੱਲ੍ਹ ਜਿਹੜੀ ਨਿਊਜ਼ ਆਈ ਸੀਗੀ 71 ਕੇਸਿਸ ਕੱਲ੍ਹ ਨਿਕਲੇ ਨੇ, ਉਹ ਕਿਉਂਕਿ ਵੀ ਕਈ ਇਨਸਾਨ ਸੀਗੇ ਜਿਹੜੇ ਸਿਹਤ ਉਹਨਾਂ ਦੀ ਠੀਕ ਨਹੀਂ ਸੀਗੀ ਤੇ ਉਹ ਕੰਮ ਤੇ ਚੱਲ ਗਏ। ਉਹ ਜਦੋਂ ਕੰਮ ਤੇ ਚੱਲ ਗਏ ਉਹਨਾਂ ਨੇ ਕਹਾ ਹੋਰ ਉੱਥੇ ਫੈਲਾ ਦਿੱਤੀ। ਸੋ ਇਸ ਕਰਕੇ ਸਾਰਿਆਂ ਦੇ ਮੂਹਰੇ ਬੇਨਤੀ ਹੈਗੀ ਆ, ਇਫ ਯੂ ਆਰ ਨਾਟ ਫੀਲਿੰਗ ਵੈਲ, ਤੁਹਾਡੇ ਕੋਲ ਸੋਰ ਥਰੋਟ ਆ, ਤੁਹਾਡੇ ਕੋਲ ਸਨਿਫਲਸ ਹੈਗੇ ਆ, ਤੁਹਾਨੂੰ ਫੀਵਰ ਹੈਗਾ ਆ, ਕੋਈ ਵੀ ਸਿੰਪਟਮ ਹੈਗਾ ਆ, ਇਹ ਨਹੀਂ ਵੀ ਮੈਨੂੰ ਕੋਵਿਡ ਹੋ ਗਈ ਆ, ਤੁਹਾਨੂੰ ਕੋਈ ਵੀ ਫਲੂ ਦਾ ਸਿੰਪਟਮ ਹੈਗਾ ਆ, ਕਿਸੇ ਵੀ ਫਲੂ ਦਾ, ਪਲੀਜ਼ ਸਟੇ ਹੋਮ। ਇੱਕ ਸਿੰਪਲ ਜੀ ਗੱਲ ਹੈਗੀ, ਅਸੀਂ ਇਹੀ ਫੋਲੋ ਕਰਨੀ ਹੈ। ਹੁਣ ਘਰ ਵੀ ਨਹੀਂ ਰਿਹਾ ਜਾ ਰਿਹਾ ਸਾਡੇ ਤੋਂ। ਨਹੀਂ, ਘਰ ਬੈਠੋ, ਆਪਣੇ ਹੱਥ ਧੋਵੋ, ਜੇ ਜ਼ਰੂਰੀ ਆ ਤੁਸੀਂ ਕਿਸੇ ਦੇ ਮਿਲਣਾ ਆ ਵੀ ਆਪਣੇ ਕੋ ਬਾਜੀ ਵੇਲੇ ਹੁੰਦਾ ਆ, ਕੀਪ ਯੂਰ ਡਿਸਟੈਂਸ ਆਫ 6 ਫੀਟ। ਉਹ ਬਹੁਤ ਆ। ਘਰ ਦੇ ਵਿੱਚ ਵੀ ਬਹੁਤ ਪਰਹੇਜ਼ ਰੱਖਣਾ ਪੈਂਦਾ ਆ। ਜੇ ਤੁਹਾਡੇ ਕੋਲ ਕਾਊਂਟਰਸ ਹੈਗੇ ਆ, ਮੈਟਲ ਕਾਊਂਟਰਸ ਹੈਗੇ ਆ, ਉਹਨਾਂ ਨੂੰ ਸਟੈਰਲਾਈਜ਼ ਕਰੋ, ਕਰਕੇ ਆਪਾਂ ਨੂੰ ਪਤਾ ਕੋਵਿਡ ਬੈਕਟੀਰੀਆ ਉੱਥੇ ਕਾਫੀ ਘੰਟਿਆਂ ਲਈ, ਦਿਨਾਂ ਲਈ ਰਹਿ ਸਕਦੇ ਨੇ। ਜੇ ਬਾਹਰ ਜਾਂਦੇ ਆ, ਅੰਦਰ ਆਵੋ, ਆਪਣੇ ਕੱਪੜੇ ਲਾ ਕੇ ਧੋਣ ਨੂੰ ਪਾ ਦਿਓ, ਆਪਣੇ ਹੱਥਾਂ ਨੂੰ ਸਟੈਰਲਾਈਜ਼ ਕਰੋ, ਡੋਰ ਹੈਂਡਲਸ, ਕਾਰ ਦੇ, ਸਭ ਕੁਛ ਬਹੁਤ ਹੀ ਪਰਹੇਜ਼ ਰੱਖਣ ਦੀ ਲੋੜ ਆ। ਜੇ ਆਪਾਂ ਸਭ ਪਰਹੇਜ਼ ਰੱਖਾਂਗੇ ਫਿਰ ਆਪਾਂ ਇਸ ਬਿਮਾਰੀ ਦਾ ਹੱਲ, ਇਹਨੂੰ ਥੋੜ੍ਹਾ ਥੱਲੇ ਕਰਕੇ ਅਸੀਂ ਸਮਾਂ ਲਗਾ ਸਕਦੇ ਹਾਂ। ਕਰਕੇ ਅੱਜ ਤੱਕ ਇਹਦਾ ਕੋਈ ਇਲਾਜ ਹੈ ਨਹੀਂ ਤੇ ਨਾ ਹੀ ਕੋਈ ਵੈਕਸੀਨ ਹੈਗੀ ਆ। ਸਾਰੇ ਦੁਨੀਆ ਦੇ ਗਵਰਨਮੈਂਟਸ ਇਹ 'ਤੇ ਪੂਰਾ ਜ਼ੋਰ ਲਾ ਰਹੇ ਆ ਵੀ ਦਵਾ ਲੱਜੇ ਟ੍ਰੀਟਮੈਂਟ ਲਈ ਤੇ ਨਾਲੇ ਵੈਕਸੀਨ ਮਿਲੇ। ਇਹ ਬੈਕਟੀਰੀਆ ਆਈਡੈਂਟੀਫਾਈ ਹੋ ਹਟਿਆ, ਪਰ ਹਾਲੇ ਤੱਕ ਦਵਾ ਨਹੀਂ ਲੱਜੀ। ਇਹ ਦਵਾਈਆਂ ਲੱਜਣ ਨੂੰ ਵਕਤ ਲੱਗਦਾ ਹੁੰਦਾ ਆ। ਮੈਂ ਇਹ ਵੀ ਬੇਨਤੀ ਕਰੂੰਗੀ, ਤੁਹਾਨੂੰ ਬਹੁਤ ਸਾਰੇ ਲੋਕਾਂ ਨੇ ਕਹਿਣਾ ਤੁਸੀਂ ਆਹ ਖਾ ਲਵੋ, ਤੁਸੀਂ ਆਹ ਪੀ ਲਵੋ, ਤੁਸੀਂ ਆਹ ਕਰ ਲਵੋ ਵੀ ਤੁਹਾਡਾ ਠੀਕ ਹੋ ਜਾਣਾ। ਤੁਸੀਂ ਪਲੀਜ਼ ਡੂ ਨਾਟ ਲਿਸਨ। ਮੈਂ ਤੁਹਾਡੇ ਮੂਹਰੇ ਇੱਕੋ ਹੀ ਬੇਨਤੀ ਕਰਦੀ ਹਾਂ, ਲਿਸਨ ਟੂ ਦ ਸਾਇੰਟਿਸਟ, ਲਿਸਨ ਟੂ ਦ ਡਾਕਟਰਸ। ਐਂਡ ਬਿਕਾਜ਼ ਸਮਟਾਈਮਸ ਅਸੀਂ ਗਲਤ ਚੀਜ਼ ਖਾ ਕੇ ਜ਼ਿਆਦਾ ਨੁਕਸਾਨ ਹੋ ਸਕਦਾ ਆ। ਉਹਦੀ ਐਵੀਡੈਂਸ ਵੀ ਮੂਹਰੇ ਆ ਗਈ ਆ। ਜਦੋਂ ਲੋਕਾਂ ਨੇ ਗਲਤ ਦਵਾਈ ਲੈ ਲਈ ਸੀਗੀ ਕਰਕੇ, ਕਿਸੇ ਨੇ ਕਹਿ ਦਿੱਤਾ ਸੀ TV 'ਤੇ ਵੀ ਇਹ ਦਵਾ ਤੁਸੀਂ ਖਾ ਲਓ ਤੇ ਤੁਹਾਨੂੰ ਇਲਾਜ ਆ ਜਾਣਾ ਆ।
ਬਿਲਕੁਲ ਬਹੁਤ ਕੁਝ ਸਾਹਮਣੇ ਆ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਫੇਕ ਨਿਊਜ਼ ਵੀ ਆ ਰਹੀਆਂ ਹੈਗੀਆਂ ਨੇ ਕਿ ਇਹ ਖਾ ਲਿਆ ਜਾਵੇ ਇਹਦੇ ਨਾਲ ਠੀਕ ਹੋ ਜਾਓਗੇ, ਗਰਮ ਪਾਣੀ ਪੀ ਲਿਆ ਜਾਵੇ ਫੋਰ ਐਗਜ਼ਾਮਪਲ, ਮੈਨੂੰ ਬਹੁਤ ਹਾਸਾ ਆਇਆ ਜਿੰਜਰ ਖਾ ਲਿਆ ਜਾਵੇ। ਸੋ ਇਹ ਤੁਸੀਂ ਆਪਣੇ ਦਿਲ ਨੂੰ ਮਨ ਨੂੰ ਸ਼ਾਂਤੀ ਦੇ ਲਈ ਕਰ ਸਕਦੇ ਆ, ਉਦਾਂ ਤੁਹਾਡੇ ਨਾਰਮਲ ਫਲੂ ਦੇ ਲਈ ਇਹ ਸਹੀ ਵੀ ਹੋ ਜਾਂਦੇ ਹੁੰਦੇ ਆ, ਆਪਣੇ ਹੋਮ ਰੈਮੇਡੀਜ਼ ਜਿਵੇਂ ਆਪਣੀਆਂ ਆਪਣੇ ਘਰਾਂ ਦੇ ਵਿੱਚ ਲੱਭ ਜਾਂਦੇ ਨੇ, ਪਰ ਕੋਵਿਡ-19 ਦੇ ਲਈ ਨਹੀਂ, ਉਹਦੇ ਲਈ ਤਾਂ ਸਿਰਫ ਸਾਨੂੰ ਸੋਸ਼ਲ ਡਿਸਟੈਂਸ ਕਰਨਾ ਪੈਣਾ ਹੈਗਾ। BC ਸਰਕਾਰ ਬਹੁਤ ਕੁਝ ਕਰ ਰਹੀ ਹੈਗੀ ਆ, ਮੈਨੂੰ ਲੱਗਦਾ ਤੁਸੀਂ ਅੱਗੇ ਨਾਲੋਂ ਜ਼ਿਆਦਾ ਬਿਜ਼ੀ ਹੋ ਗਏ ਹੈਗੇ ਆ, ਸੋ ਜਿਹੜੇ ਵਰਚੁਅਲ ਮੀਟਿੰਗਸ ਹੋਣ ਲੱਗ ਗਈਆਂ ਹੈਗੀਆਂ ਨੇ BC ਦੇ ਵਿੱਚ, ਹੋਰ ਕੀ ਕੁਝ ਕੀਤਾ ਜਾਵੇ। BC ਨੂੰ ਹੁਣ ਤੱਕ ਸ਼ਾਬਾਸ਼ ਮਿਲ ਰਹੀ ਹੈ ਕਿ ਬਹੁਤ ਵਧੀਆ ਅਸੀਂ ਕਰ ਰਹੇ ਹੈਗੇ ਆ, ਪਰ ਜੇ ਅਸੀਂ ਇਦਾਂ ਹੀ ਕਰਦੇ ਰਵਾਂਗੇ ਤਾਂ ਹੀ ਬਚ ਸਕਦੇ ਆ, ਪਰ ਜੇ ਅਸੀਂ ਥੋੜਾ ਜਿਹਾ ਕਵਾਂਗੇ ਵੀ ਹੁਣ ਤਾਂ ਠੀਕ ਹੈ, ਪਰ ਜੇ ਥੋੜੀ ਜਿਹੀ ਵੀ ਢਿੱਲ ਵਰਤ ਲਵਾਂਗੇ ਤਾਂ ਫਿਰ ਮੈਨੂੰ ਲੱਗਦਾ ਕੇਸਿਸ ਵੱਧ ਸਕਦੇ ਨੇ। ਇਹ ਟਾਈਮ ਹੈ ਨਹੀਂਗਾ ਢਿੱਲ ਕਰਨ ਦਾ, ਇਹ ਟਾਈਮ ਹੈਗਾ ਆ 100% ਸਾਨੂੰ ਫੋਲੋ ਕਰਨੇ ਚਾਹੀਦੇ ਆ ਡਾਕਟਰ ਹੈਨਰੀਜ਼ ਦੇ ਆਰਡਰਸ। ਉਹ ਆਰਡਰਸ ਰਿਕੁਐਸਟ ਹੈ ਨਹੀਂਗੇ, ਉਹ ਹੈਗੇ ਆ ਆਰਡਰਸ, ਦ ਲਾਅ, ਉਹਦੀ ਐਨਫੋਰਸਮੈਂਟ ਵੀ ਹੋਊਗੀ। ਇਸ ਕਰਕੇ ਅਸੀਂ ਇਹ ਨਹੀਂ ਕਹਿੰਦੇ ਵੀ ਕਰਕੇ ਸਰਕਾਰ ਕੋਲ ਹੋਰ ਕੋਈ ਕੰਮ ਹੈ ਨਹੀਂਗਾ, ਵੀ ਸਿਰਫ ਇਹੀ ਕਹੀ ਚੱਲੀਏ ਘਰ ਬਹਿ ਜਾਵੋ। ਸਾਨੂੰ ਪਤਾ ਇਕਨੋਮਿਕਲੀ ਨੁਕਸਾਨ ਹੋ ਰਿਹਾ ਆ, ਪਰ ਇਸ ਵਕਤ ਸਭ ਤੋਂ ਵੱਡਾ ਨੁਕਸਾਨ ਹੈਗਾ ਆ ਜੇ ਬਿਮਾਰੀ ਫੈਲ ਗਈ। ਇਸ ਕਰਕੇ ਪਲੀਜ਼ ਸਟੇ ਹੋਮ ਇਫ ਯੂ ਕੈਨ, ਇਫ ਯੂ ਆਰ ਨਾਟ ਵੈਲ ਯੂ ਹੈਵ ਟੂ ਸਟੇ ਐਟ ਹੋਮ, ਤੇ ਪ੍ਰੈਕਟਿਸ ਸੋਸ਼ਲ ਡਿਸਟੈਂਸਿੰਗ। ਮੈਂ ਇਹ ਨਹੀਂ ਕਹਿੰਦੀ ਵੀ ਇੱਕ ਦੂਸਰੇ ਕੋਲੋਂ ਦੂਰ ਹੋ ਜਾਵੋ, ਫਿਜ਼ੀਕਲੀ ਦੂਰ ਹੋ ਜਾਵੋ, ਪਰ ਟੈਲੀਫੋਨ ਚੁੱਕ ਕੇ, ਜ਼ੂਮ ਕਾਨਫਰੰਸਿਸ, ਫੇਸ ਟਾਈਮ, ਬੱਚਿਆਂ ਨਾਲ ਗੱਲਬਾਤ ਕਰੋ, ਪਰ ਮਿਲੋ ਨਾ। ਦੇਖੋ ਆਪਾਂ ਸੋਚੀਦਾ ਵੀ ਕਈਆਂ ਦੇ ਘਰਾਂ ਦੇ ਵਿੱਚ ਤਾਂ ਵੀ ਦੁੱਖ ਵਾਲੇ ਦਿਨ ਵੀ ਨਹੀਂ ਆਏ। ਆਹ ਸੋਚ ਲਵੋ ਅੱਜ ਕੱਲ੍ਹ ਆਪਣੇ ਕਈ ਘਰਾਂ ਦੇ ਵਿੱਚ ਮੌਤਾਂ ਹੁੰਦੀਆਂ ਆ, ਨੈਚੁਰਲ ਡੈਥ ਜਿਹੜੇ ਹੋ ਜਾਂਦੇ ਆ, ਤੇ ਉਹਨਾਂ ਨੂੰ ਕਿਸ ਤਰ੍ਹਾਂ ਸਾਹਮਣਾ ਕਰਨਾ ਪੈਂਦਾ ਆ। ਕਦੋਂ ਨਾ ਉਹ ਕੋਈ ਆਪਣਾ ਫਿਊਨਰਲ ਆਪਣੇ ਤਰੀਕੇ ਨਾਲ ਕਰ ਸਕਦੇ ਆ, ਨਾ ਬੈਠ ਸਕਦੇ ਆ ਜਿੱਦਾਂ ਆਪਾਂ ਘਰਾਂ 'ਚ ਬੈਠੀ ਦਾ, ਨਾ ਇੱਕ ਭੈਣ ਭਰਾ ਮਿਲ ਕੇ ਇੱਕ ਦੂਸਰੇ ਨੂੰ ਮਿਲ ਕੇ ਦੁੱਖ ਸੁੱਖ ਸਾਂਝਾ ਕਰ ਸਕਦੇ ਆ। ਇਹ ਟਾਈਮ ਬਹੁਤ ਮੁਸ਼ਕਿਲ ਵਾਲੇ ਆ, ਬਜ਼ੁਰਗਾਂ ਲਈ ਵੀ, ਬੱਚਿਆਂ ਲਈ ਵੀ, ਤੇ ਜਿਹੜੇ ਸਾਡੇ ਵਰਗੇ ਬਾਹਰ ਤੁਰਨ ਨੂੰ ਗਿੱਜੇ ਆ ਉਹਨਾਂ ਲਈ ਵੀ। ਸੋ ਇਸ ਕਰਕੇ ਸਾਰਿਆਂ ਦੇ ਮੂਹਰੇ ਇਹੀ ਬੇਨਤੀ ਹੈਗੀ ਆ, ਯੈਸ ਬਹੁਤ ਹੀ ਮੁਸ਼ਕਿਲ ਹੈਗਾ ਆ, ਪਰ ਇਹ ਬਹੁਤ ਹੀ ਜ਼ਰੂਰੀ ਵੀ ਹੈਗਾ ਆ। ਮੈਂ ਤੁਹਾਨੂੰ ਆਪਣਾ ਦੱਸਦੀ ਹਾਂ, ਮੇਰੀ ਮਮ ਦਾ ਫਿਊਨਰਲ ਸੀਗਾ, ਤੇ ਉੱਥੇ ਅਸੀਂ 9 ਜਾਣੇ ਜਾ ਸਕੇ। ਮੈਂ ਉਸ ਵੇਲੇ ਸੋਚਦੀ ਸੀਗੀ ਵੀ ਕਿੰਨਾ ਮੁਸ਼ਕਿਲ ਸਾਰੇ ਪਰਿਵਾਰਾਂ ਲਈ ਇਸ ਵਕਤ ਹੈਗਾ ਆ। ਬਾਜੀ ਵੇਲੇ ਗੱਲ ਕਰਨੀ ਸੌਖੀ ਆ, ਜਦੋਂ ਤੁਹਾਡੇ ਆਪਣੇ ਤੇ ਬੀਤਦੀ ਆ ਫਿਰ ਤੁਹਾਨੂੰ ਪਤਾ ਲੱਗਦਾ ਆ ਵੀ ਕਿੰਨਾ ਮੁਸ਼ਕਿਲ ਹੈਗਾ ਵੀ ਅਸੀਂ ਕਿੱਦਾਂ 9 ਜਾਣੇ ਜਾ ਕੇ ਆਪਣੀ ਮਾਂ ਨੂੰ ਤੋਰਾਂਗੇ। ਔਖਾ ਸਮਾਂ ਹੈਗਾ, ਔਖਾ ਹੈਗਾ। ਇਸ ਕਰਕੇ ਬੇਨਤੀ ਕਰਦੀ ਆ ਸਾਰਿਆਂ ਦੇ ਮੂਹਰੇ, ਇਹ ਵਕਤ ਹੈਗਾ ਆ, ਫੋਲੋ ਦੀ ਆਰਡਰਸ ਫਰਮ ਡਾਕਟਰ ਹੈਨਰੀ। ਮੈਨੂੰ ਪਤਾ ਮੁਸ਼ਕਿਲ ਹੈਗੀ ਆ, ਮੈਨੂੰ ਪਤਾ ਮੈਂਟਲ ਸਟ੍ਰੈਸ ਵੀ ਹੁੰਦੀ ਆ, ਫਾਈਨੈਂਸ਼ੀਅਲ ਸਟ੍ਰੈਸ ਵੀ ਹਰੇਕ ਤੇ ਹੈਗੀ ਆ, ਇਮੋਸ਼ਨਲ ਸਟ੍ਰੈਸ ਵੀ ਹੈਗੀ ਆ, ਬੱਚੇ ਵੀ ਘਰ ਬੈਠੇ ਤੰਗ ਕਰਦੇ ਆ। ਉਹ ਆਪਾਂ ਨੂੰ ਸਾਰਿਆਂ ਲਈ ਹੱਲ ਟੋਲਣੇ ਪੈਣੇ ਆ, ਕਿਉਂਕਿ ਸਭ ਤੋਂ ਵੱਡੀ ਗੱਲ ਹੈਗੀ ਆ ਵੀ ਇਹ ਜਿਹੜਾ ਬੈਕਟੀਰੀਆ ਹੈਗਾ, ਜਿਹੜਾ ਇਹ ਫੈਲ ਰਿਹਾ ਆ ਵਾਇਰਸ, ਵੀ ਇਹਨੂੰ ਅਸੀਂ ਕਿਸ ਤਰ੍ਹਾਂ ਇਹਦੇ ਮੂਹਰੇ ਜਿੱਦਾਂ ਵੀ ਕਹਿੰਦੇ ਹੁੰਦੇ ਵੀ ਅਸੀਂ ਰੁਕਾਵਟਾਂ ਖੜੀਆਂ ਕਰੀਏ, ਵੀ ਜਦ ਤੱਕ ਸਾਡੇ ਕੋਲ ਕੋਈ ਇਲਾਜ ਨਾ ਲੱਜ ਪਵੇ। ਬਿਲਕੁਲ, ਜਿਹਦੇ ਤੇ ਕਹਿੰਦੇ ਹੁੰਦੇ ਨਾ ਜਿਨ੍ਹਾਂ ਦੇ ਘਰ ਦੇ ਵਿੱਚ ਬੀਤਦੀ ਹੈ ਉਹੀ ਸਮਝ ਸਕਦਾ ਹੈ, ਪਰ ਸਾਨੂੰ ਹੁਣ ਇਹ ਲੈਸਨ ਲੈ ਲੈਣਾ ਚਾਹੀਦਾ ਹੈ ਸਾਰਿਆਂ ਤੋਂ ਕਿ ਚਾਹੇ ਨੋਰਮਲ ਡੈਥ ਵੀ ਹੋਵੇ, ਇਮੋਸ਼ਨ ਤਾਂ ਇਮੋਸ਼ਨ ਹੀ ਹੁੰਦੇ ਨੇ। ਸੋ ਵਿਆਹ ਸ਼ਾਦੀਆਂ ਤਾਂ ਅਸੀਂ ਫਿਰ ਵੀ ਕੈਂਸਲੇਸ਼ਨ ਵੀ ਕਰ ਲੈਂਦੇ ਹਾਂ, ਅਸੀਂ ਕਹਾਂਗੇ ਕਿ ਨੈਕਸਟ ਈਅਰ ਤੱਕ ਅਸੀਂ ਪੋਸਟਪੋਨ ਕਰ ਲਵਾਂਗੇ, ਪਰ ਇਹਦੇ ਤੇ ਸਾਡਾ ਕੋਈ ਵੱਸ ਨਹੀਂ ਹੈਗਾ। ਸੋ ਕੁਝ ਵੀ ਨਹੀਂ ਹੋ ਸਕਦਾ ਹੈਗਾ ਆ। ਸੋ ਤੁਸੀਂ ਤਾਂ ਹੁਣ ਇਹ ਫੈਮਿਲੀ ਦੇ ਵਿੱਚ ਇਹ ਸਮਾਂ ਵੀ ਆਇਆ ਹੋਇਆ, ਤੇ ਨਾਲ ਨਾਲ ਤੁਸੀਂ BC ਸਰਕਾਰ ਦੇ ਨਾਲ ਵੀ ਕੰਮ ਕਰ ਰਹੇ ਹੈਗੇ ਆ, BC ਦੇ ਲੋਕਾਂ ਦੇ ਲਈ ਵੀ ਕੰਮ ਕਰ ਰਹੇ ਹੈਗੇ ਆ, ਸੋ ਤੁਹਾਡੇ ਲਈ ਵੀ ਹਾਰਡ ਹੈਗਾ ਆ। ਸੋ ਕੰਡੋਲੈਂਸਸ ਨਾਲ ਹੈਗੇ ਆ ਸਾਡੇ ਤੁਹਾਡੇ ਤੇ। ਜੇ ਹੁਣ BC ਸਰਕਾਰ ਦੀ ਗੱਲ ਕਰੀਏ ਤਾਂ ਜੌਨ ਹੋਰਗਨ ਦੇ ਵੱਲੋਂ BC ਸਰਕਾਰ ਦੇ ਲਈ ਬਹੁਤ ਸਾਰੀਆਂ ਅਨਾਉਂਸਮੈਂਟਸ ਆ ਰਹੀਆਂ ਹੈਗੀਆਂ ਨੇ। ਸੋ ਐਮਰਜੈਂਸੀ ਬੈਨੀਫਿਟ ਜਿਹੜੇ ਸੀਗੇ ਬਹੁਤ ਸਮੇਂ ਤੋਂ ਅਸੀਂ ਵੇਟ ਕਰ ਰਹੇ ਸੀ, ਜਿਹੜਾ $1000 ਮਿਲਣਾ ਸੀਗਾ, ਸੋ ਉਹ ਹੁਣ 1 ਮਈ ਉਹਨੂੰ ਕਰ ਦਿੱਤਾ ਗਿਆ ਹੈ। ਸੋ ਕੌਣ ਉਹਨੂੰ ਅਪਲਾਈ ਕਰ ਸਕਦਾ ਹੈ? ਸੋ ਕੀ ਹੈ ਉਹ ਜੋ ਅਨਾਉਂਸਮੈਂਟ ਕੀਤੀ ਗਈ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਹਰੇਕ ਲੈਵਲ ਆਫ ਸਰਕਾਰ, ਫੈਡਰਲ, ਪ੍ਰੋਵਿੰਸ਼ੀਅਲ ਤੇ ਮਿਊਨਿਸਪਲ, ਬਹੁਤ ਵਧੀਆ ਤਰੀਕੇ ਨਾਲ ਅੱਜ ਕੱਲ੍ਹ ਕੰਮ ਕਰ ਰਹੇ ਨੇ। ਇਹ ਨਹੀਂ ਵੀ ਕੌਣ ਲਿਬਰਲ ਆ ਕੌਣ ਕੰਜ਼ਰਵੇਟਿਵ ਆ। ਇਹ ਵਕਤ ਹੈਗਾ ਇਹ ਕੋਵਿਡ-19 ਦਾ ਸਾਹਮਣਾ ਕਰਨਾ। ਇਹਦਾ ਜੇ ਅਸੀਂ ਸਾਹਮਣਾ ਕਰਨਾ ਆ, ਜੇ ਅਸੀਂ ਲੋਕਾਂ ਨੂੰ ਕਹਿਣਾ ਤੁਸੀਂ ਘਰ ਬੈਠੋ,
ਸਾਨੂੰ ਇਹ ਵੀ ਪਤਾ ਫਿਰ ਉਹਨਾਂ ਨੂੰ ਤਨਖਾਹਾਂ ਵੀ ਨਹੀਂ ਮਿਲਣੀਆਂ ਤੇ ਉਹਨਾਂ ਨੇ ਵੀ ਘਰ ਦੀ ਰੋਟੀ ਚਲਾਉਣੀ ਆ। ਇਸ ਕਰਕੇ ਫੈਡਰਲ ਸਰਕਾਰ ਨੇ ਬਹੁਤ ਵਧੀਆ ਸਹੂਲਤਾਂ ਮੂਹਰੇ ਰੱਖੀਆਂ ਆ ਤੇ ਲੋਕ ਉਹਨਾਂ ਦਾ ਬਹੁਤ ਧੰਨਵਾਦ ਵੀ ਕਰਦੇ ਆ। ਤੇ ਅਸੀਂ ਵੀ ਉਸ ਵਕਤ ਕਿਹਾ ਸੀਗਾ ਵੀ $1000 ਇਮਰਜੈਂਸੀ ਫੰਡ ਮਿਲੇਗਾ ਹਰੇਕ ਨੂੰ ਜਿਨ੍ਹਾਂ ਦੇ ਉੱਪਰ COVID-19 ਦੀ ਇੰਪੈਕਟ ਪਈ ਆ, ਫਾਈਨੈਂਸ਼ੀਅਲ ਇੰਪੈਕਟ, ਜਾਂ ਉਹਨਾਂ ਦਾ ਕੰਮ ਗੁਆਚ ਗਿਆ ਜਾਂ ਉਹਨਾਂ ਦੇ ਘੰਟੇ ਬਹੁਤ ਥੋੜ੍ਹੇ ਹੋ ਗਏ ਨੇ। ਤੇ ਹੁਣ ਇਹਦੀ ਐਪਲੀਕੇਸ਼ਨ 1 ਮਈ ਨੂੰ ਸਾਰੇ ਕਰ ਸਕਦੇ ਨੇ। ਤੇ ਜੇ ਤੁਸੀਂ ਸਰਬ ਲਈ ਅਪਰੂਵ ਹੋ ਗਏ ਆ, ਜਿਹੜਾ CERB ਪ੍ਰੋਗਰਾਮ ਹੈਗਾ ਆ ਜਿਹਦੇ ਨਾਲ ਤੁਹਾਨੂੰ $2000 ਫੈਡਰਲ ਸਰਕਾਰ ਤੋਂ ਮਿਲਦਾ ਆ, then you will most likely qualify for this as well. ਇਹ ਜਿਹੜਾ $1000 ਆ, ਇਟਸ ਟੈਕਸ ਫ੍ਰੀ। ਇਹਨੂੰ ਤਦ ਇਮਰਜੈਂਸੀ ਰਿਸਪੌਂਸ ਕਿਹਾ ਗਿਆ ਸੀਗਾ ਵੀ ਬਾਜੇ ਵੇਲੇ ਇਹਨਾਂ ਦਿਨਾਂ ਦੇ ਵਿੱਚ ਕਈ ਖਰਚੇ ਹੁੰਦੇ ਆ ਜਿਹੜੇ ਅਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਤੇ ਫੈਮਲੀਆਂ ਤੇ ਬਹੁਤ ਪ੍ਰੈਸ਼ਰ ਹੁੰਦਾ ਆ। ਇਸ ਕਰਕੇ ਇਹ ਬੈਨੀਫਿਟ ਹੁਣ ਸਾਰੇ 1 ਮਈ ਨੂੰ ਅਪਲਾਈ ਕਰ ਸਕਣਗੇ ਐਂਡ ਆਈ ਥਿੰਕ ਇਟ ਵਿਲ ਬੀ ਰੋਲਡ ਆਊਟ ਵੈਰੀ ਵੈਰੀ ਕੁਇਕਲੀ। ਪਰ ਮੈਂ ਸਾਰਿਆਂ ਦੇ ਮੂਹਰੇ ਜ਼ਰੂਰ ਕਹੂੰਗੀ, ਵੈਬਸਾਈਟ ਹਾਲੇ ਵੀ ਹੈਗੀ ਸਾਡੀ COVID-19 ਦੀ, ਜਿਹੜੀ BC ਦੀ ਵੈਬਸਾਈਟ ਹੈਗੀ ਆ, ਉੱਥੇ ਜਾਵੋ, ਉੱਥੇ ਤੁਸੀਂ ਇਸ ਸਪੈਸ਼ਲ ਬਟਨ ਹੈਗਾ ਆ, ਪ੍ਰੈਸ ਕਰੋ ਇਮਰਜੈਂਸੀ ਰਿਸਪੌਂਸ ਬੈਨੀਫਿਟ, ਤੇ ਉੱਥੇ ਤੁਹਾਨੂੰ ਸਾਰਾ ਕ੍ਰਾਈਟੇਰੀਆ ਲਿਖਿਆ ਹੋਣਾ ਆ ਵੀ ਕੌਣ ਕੁਆਲੀਫਾਈ ਕਰੂਗਾ, ਕੌਣ ਨਹੀਂ ਕੁਆਲੀਫਾਈ ਕਰੂਗਾ। ਸੋ ਮੇਨਲੀ ਕਹਿ ਸਕਦੇ ਹਾਂ ਕਿ ਜਿਹੜੇ $2000 ਲੈ ਰਹੇ ਹੈਗੇ ਆ ਉਹ ਤਾਂ ਕੁਆਲੀਫਾਈ ਹੋ ਹੀ ਜਾਣਗੇ, ਪਰ ਉਸ ਤੋਂ ਬਿਨਾਂ ਵੀ ਕੋਈ ਕੁਆਲੀਫਾਈ ਹੋ ਸਕਦਾ ਆ, ਬਟ ਉਹ ਨਹੀਂ ਵੀ ਜਿਹਨਾਂ ਕੋਲ ਡਿਸੇਬਿਲਿਟੀ ਪੈਨਸ਼ਨਸ ਹੈਗੇ ਉਹਨਾਂ ਦੇ ਲਈ ਨਹੀਂ ਮਿਲਣਾ, ਉਹ ਕਰਕੇ ਉਹਨਾਂ ਨੂੰ ਅੱਗੇ ਟੌਪ ਅਪ ਮਿਲਣੀ ਆ। ਪਰ ਮੈਂ ਕਦੀ ਵੀ ਨਹੀਂ ਕਹਿਣਾ ਚਾਹੁੰਦੀ ਵੀ ਤੁਸੀਂ ਵੀ ਕੁਆਲੀਫਾਈਡ ਹੋ ਜਾਣਾ, ਤੁਸੀਂ ਵੀ ਕੁਆਲੀਫਾਈਡ ਹੋ ਜਾਣਾ ਆ। ਮੈਂ ਤਾਂ ਸਾਰਿਆਂ ਦੇ ਮੂਹਰੇ ਬੇਨਤੀ ਕਰਦੀ, ਜਾ ਕੇ ਕ੍ਰਾਈਟੇਰੀਆ ਦੇਖੋ। ਮੋਸਟ ਜਿਹਨਾਂ ਨੂੰ ਸਰਵ ਮਿਲ ਰਹੀ ਆ ਦ ਫੈਡਰਲ ਬੈਨੀਫਿਟ, ਲੱਗਦਾ ਆ ਵੀ ਉਹ ਕੁਆਲੀਫਾਈਡ ਹੋ ਜਾਣਗੇ। ਬਟ ਫਿਰ ਵੀ ਆਪ ਜਾ ਕੇ ਪੜ੍ਹੋ ਐਂਡ ਵੈਰੀ ਸਿੰਪਲ ਐਪਲੀਕੇਸ਼ਨ ਹੋਊਗੀ ਐਂਡ ਉਹ 1 ਮਈ ਨੂੰ ਖੁੱਲ ਜਾਣੀ ਹੈ। ਬਿਲਕੁਲ। ਤੇ ਸਮਾਲ ਬਿਜ਼ਨੈਸਿਸ ਦੀਆਂ ਜਿਹੜੀਆਂ ਐਪਲੀਕੇਸ਼ਨ, ਜਿਹੜੀਆਂ ਵੇਜ ਸਬਸਿਡੀ ਫੈਡਰਲ ਗਵਰਨਮੈਂਟ ਵੱਲੋਂ ਦਿੱਤੀ ਗਈ ਹੈਗੀ ਆ, ਉਹਦੀਆਂ ਐਪਲੀਕੇਸ਼ਨਸ 27 ਨੂੰ ਖੁੱਲ ਜਾਣੀਆਂ ਹੈਗੀਆਂ ਨੇ। ਸੋ ਉਹਦਾ ਕੈਲਕੂਲੇਸ਼ਨ ਵੀ ਜਿਵੇਂ ਤੁਸੀਂ ਦੱਸਿਆ ਹੈਗਾ ਹੈ ਕਿ ਕ੍ਰਾਈਟੇਰੀਆ ਦਿੱਤਾ ਵੈਬਸਾਈਟ ਤੇ ਉਹਦਾ ਵੀ ਜਿਹੜੇ ਵੀ ਕੋਈ ਸਮਾਲ ਬਿਜ਼ਨੈਸਿਸ ਨੂੰ ਘਾਟਾ ਪਿਆ ਹੈਗਾ, ਰੈਵਨਿਊ ਘਟਿਆ ਹੈਗਾ, ਸੋ ਉਸ ਦਿਨ ਉਹ ਅਪਲਾਈ ਕਰ ਸਕਦੇ ਆ। ਸਮਾਲ ਬਿਜ਼ਨੈਸਿਸ ਦੇ ਲਈ ਇੱਕ BC ਸਰਕਾਰ ਦੇ ਵੱਲੋਂ ਵੀ ਅਨਾਉਂਸਮੈਂਟ ਕੀਤੀ ਗਈ ਸੀ। ਸੋ ਕੀ ਅਨਾਉਂਸਮੈਂਟ ਸੀਗੀ? ਸੋ SBBC ਜੋ ਅਨਾਉਂਸ ਕੀਤਾ ਗਿਆ ਸੀ, ਸੋ ਉਹਦੇ ਬਾਰੇ ਵੀ ਦੱਸੋ ਕੀ ਹੈ। ਦੇਖੋ, ਸਮਾਲ ਐਂਡ ਮੀਡੀਅਮ ਸਾਈਜ਼ ਬਿਜ਼ਨੈਸਿਸ ਲਈ ਕਾਫੀ ਸਪੋਰਟ ਅਨਾਉਂਸ ਕੀਤੀ ਸੀਗੀ। ਫੈਡਰਲ ਸਰਕਾਰ ਵੀ ਕਾਫੀ ਕੁਛ ਕਰ ਰਹੀ ਆ। ਉਹ ਉੱਥੇ ਵੇਜ ਰਿਪਲੇਸਮੈਂਟ ਵੀ ਹੈਗੀ ਆ, ਵੇਜ ਐਨਹਾਂਸਮੈਂਟ, ਤੇ ਬਾਕੀ ਹੋਰ ਵੀ ਜਿੱਦਾਂ ਤੁਸੀਂ $40,000 ਦੀ ਲੋਨ ਵੀ ਲੈ ਸਕਦੇ ਆ। ਤੇ ਪ੍ਰੋਵਿੰਸ਼ੀਅਲ ਨੇ ਵੀ ਅਨਾਉਂਸਮੈਂਟ ਕੀਤੀ ਸੀਗੀ ਵੀ ਜਿਹੜੇ ਸਕੂਲ ਟੈਕਸਿਸ ਹੁੰਦੇ, ਜਿਹੜੇ ਬਿਜ਼ਨੈਸਿਸ ਦਿੰਦੇ ਆ, ਉਹ ਵੀ ਉਹਨਾਂ ਨੂੰ ਨਹੀਂ ਦੇਣੇ ਪੈਣੇ ਇੰਨੇ ਚਿਰ ਲਈ। ਤੇ ਜਿਹੜੇ ਵੀ BC ਹਾਈਡਰੋ ਤੇ ਵੀ ਉਹ ਅਪਲਾਈ ਕਰ ਸਕਦੇ ਆ ਫॉर ਰਿਲੀਫ ਦੇਅਰ ਐਜ਼ ਵੈਲ। ਐਂਡ ਪਰ ਇਹ ਵੀ ਕਿਹਾ ਗਿਆ ਸੀਗਾ ਵੀ ਵੈਬਸਾਈਟ ਤੇ ਨਿੱਕੀਆਂ ਨਿੱਕੀਆਂ ਚੀਜ਼ਾਂ ਲਿਖੀਆਂ ਆ। ਅੱਜ ਹੀ ਮੈਂ ਆਪਣੇ ਕੰਸਟੀਚੂਐਂਟਸ ਨੂੰ ਇੱਕ ਚਿੱਠੀ ਪਾਈ ਸੀਗੀ ਜਿਹਦੇ ਵਿੱਚ ਮੈਂ ਸਭ ਕੁਝ ਸਮਰਾਈਜ਼ ਕੀਤਾ ਆ ਵੀ ਤੁਸੀਂ ਫੈਡਰਲ ਤੋਂ ਆ ਲੈ ਸਕਦੇ ਆ, ਪ੍ਰੋਵਿੰਸ਼ੀਅਲ ਤੋਂ ਆ ਲੈ ਸਕਦੇ ਆ, ਕਿਉਂਕਿ ਬਹੁਤ ਸਾਰੀ ਕਨਫਿਊਜ਼ਨ ਚੱਲ ਰਹੀ ਹੈ ਅਰਾਊਂਡ ਕਿ ਕਿਹੜੇ ਲਈ ਮੈਂ ਐਲੀਜੀਬਲ ਹਾਂ, ਕਿਹੜੇ 'ਚ ਮੈਂ ਨਹੀਂ ਐਲੀਜੀਬਲ। ਸੋ ਬਹੁਤ ਸਾਰੀ ਕਨਫਿਊਜ਼ਨ ਆ ਵੀ ਮੈਂ ਇਹਦੇ ਲਈ ਕੁਆਲੀਫਾਈ ਕਰਦਾ ਹਾਂ, ਨਹੀਂ ਕਰਦਾ ਹਾਂ। ਫਿਰ ਅੱਗੋਂ ਡਰ ਕਈਆਂ ਨੂੰ ਇਹ ਹੈ ਕਿ ਜੇ ਅਸੀਂ ਗਲਤ ਅਪਲਾਈ ਕਰ ਦਿੱਤਾ ਤਾਂ ਸ਼ਾਇਦ ਸਾਨੂੰ ਇਹਦੀ ਪੈਨਲਟੀ ਦੇਣੀ ਪਵੇ ਫਿਊਚਰ ਦੇ ਵਿੱਚ ਜਾ ਕੇ। ਸੋ ਬਹੁਤ ਕੁਝ ਜਿਹੜਾ ਹੈਗਾ ਦੇਖੋ, ਇੱਕ ਗੱਲ ਮੈਂ ਜ਼ਰੂਰ ਕਹੂੰਗੀ ਵੀ ਜਿਹੜਾ $1000 ਅਸੀਂ ਦੇਣਾ ਆ, that is tax free, right? ਪਰ ਜਿਹੜਾ 2000 ਤੁਹਾਨੂੰ ਮਿਲਦਾ ਹੈ from the federal government, that is taxable. ਸੋ ਇਹ ਧਿਆਨ ਰੱਖਣਾ ਪੈਣਾ ਸਾਰਿਆਂ ਨੂੰ। ਫਿਰ ਐਂਡ ਤੇ ਇਹ ਨਾ ਹੋਵੇ ਵੀ ਸਾਡੇ ਤੇ ਹੁਣ ਹੋਰ ਮੁਸੀਬਤ ਆ ਗਈ ਆ ਨਾ। ਪਰ ਕਾਫੀ ਚੀਜ਼ਾਂ ਹੁਣ ਡਿਲੇਡ ਕਰ ਰਹੇ ਆ, ਬੈਂਕਸ ਵੀ ਕਰ ਰਹੇ ਆ, ਕ੍ਰੈਡਿਟ ਯੂਨੀਅਨਸ ਵੀ ਕਰ ਰਹੇ ਆ। ਬੈਂਕਾਂ ਨੇ ਕਈਆਂ ਨੇ ਆਪਣੇ ਰੇਟ ਵੀ ਥੋੜੇ ਕੁ ਲੋਕਾਂ ਲਈ ਘਟਾ ਦਿੱਤੇ, ਸਾਡੇ ਹੋਰ ਘਟਾਉਣੇ ਚਾਹੀਦੇ ਆ ਜ਼ਿਆਦਾ, ਬਟ ਸਾਰੇ ਕਾਫੀ ਮਿਹਨਤ ਕਰ ਰਹੇ ਆ। ਪਰ ਮੈਂ ਹਰੇਕ ਨੂੰ ਕਹੂੰਗੀ ਵੀ ਜੇ ਤੁਸੀਂ ਸਮਾਲ ਬਿਜ਼ਨਸਮੈਨ ਹੈਗੇ ਆ, ਆਪ ਵੈਬਸਾਈਟ ਤੇ ਜਾ ਕੇ ਸਪੈਸ਼ਲ ਬਟਨ ਹੈਗਾ ਹੈ, ਇੱਕ ਵਾਰੀ ਫਿਰ ਉਸ ਵੈਬਸਾਈਟ ਤੇ ਫॉर ਸਮਾਲ ਬਿਜ਼ਨੈਸਿਸ, ਉੱਥੇ ਵੀ ਜਾਵੋ। ਜਿਹੜਾ ਬਾਕੀ ਮੇਨ ਬਿਜ਼ਨਸ ਦਾ ਉੱਥੇ ਵੀ ਜਾਵੋ, ਕਰਕੇ ਦੋਨੋਂ ਵਿੱਚ ਤੁਹਾਡੇ ਲਈ ਕੁਛ ਨਾ ਕੁਛ ਹੈਗਾ ਆ। ਸੋ ਐਕਸਪਲੋਰ ਦੈਟ। ਤੇ ਮੈਂ ਆਪਣੇ WhatsApp ਤੇ ਜਦੋਂ ਵੀ ਕੁਛ ਨਵਾਂ ਨਿਕਲਦਾ ਆ ਉਦੋਂ ਹੀ ਪਾ ਦਿੰਦੀ ਹੁੰਦੀ ਆ। ਐਂਡ ਪਲੀਜ਼ ਇਫ ਯੂ ਵਾਂਟ ਟੂ ਗੈਟ ਟੂ ਬੀ ਔਨ ਮਾਈ WhatsApp, ਤੇ ਮੈਂ YouTube ਦੇ ਵਿੱਚ ਵੀ ਚੀਜ਼ਾਂ ਹੁਣ ਪਾਉਂਦੀ ਰਹਿੰਦੀ ਆ। ਪਲੀਜ਼ ਲੈਟ ਮਾਈ ਆਫਿਸ ਨੋ ਐਂਡ ਵਿਲ ਮੇਕ ਸ਼ੋਰ ਯੋਰ ਨੇਮ ਗੈਟਸ ਐਡਡ।
ਬਿਲਕੁਲ। ਤੇ ਜਿੱਦਾਂ ਹੁਣ BC ਦੇ ਵਿੱਚ ਇਕਨੋਮੀ ਨੂੰ, ਜਿਵੇਂ ਜੌਨ ਹੋਰਗਨ ਨੇ ਕਿਹਾ ਸੀ ਕਿ BC ਦੇ ਲੋਕ ਹੀ BC ਦੀ ਇਕਨੋਮੀ ਹੈਗੀ ਹੈ, ਹਾਂਜੀ ਤੇ ਜੇ BC ਦੇ ਲੋਕ ਸਹੀ ਰਹਿਣਗੇ ਤਾਂ ਇਕਨੋਮੀ ਆਪਣੇ ਆਪ ਹੀ ਚੱਲ ਪਵੇਗੀ। ਪਰ ਜਿਹੜੀਆਂ ਲੋਕਲ ਗਵਰਨਮੈਂਟਸ ਹੈਗੀਆਂ ਨੇ ਉਹ ਕੰਸਰਨਡ ਹੈਗੀਆਂ ਨੇ ਇਕਨੋਮੀ ਨੂੰ ਲੈ ਕੇ। ਜਿੱਦਾਂ ਕਿ ਕੁਝ ਮੇਅਰਸ ਨੇ ਕਿਹਾ ਸੀ ਕਿ ਸਾਡੀ ਜਿਹੜੀ ਇਕਨੋਮੀ ਹੈਗੀ ਆ ਉਹ ਕ੍ਰਾਈਸਿਸ ਦੇ ਵਿੱਚ ਜਾ ਸਕਦੀ ਹੈਗੀ ਅੱਗੇ ਜਾ ਕੇ, ਜੇ ਸਾਨੂੰ ਫੰਡਿੰਗ ਨਹੀਂ ਮਿਲਦੀ। ਉਹਨਾਂ ਨੇ ਫੈਡਰਲ ਗਵਰਨਮੈਂਟ ਨੂੰ ਕਿਹਾ ਸੀ ਕਿ ਅਸੀਂ ਫੰਡਿੰਗ ਦੇਵਾਂਗੇ। ਸੋ ਲੋਕਲ ਗਵਰਨਮੈਂਟ ਦੇ ਲਈ ਵੀ BC ਸਰਕਾਰ ਵੱਲੋਂ ਕੁਝ ਐਲਾਨ ਕੀਤੇ ਗਏ ਸੀ। ਉਹ ਕੀ ਐਲਾਨ ਸੀਗੇ? ਦੇਖੋ, ਅੱਜ ਤੱਕ ਪ੍ਰੀਮੀਅਰ ਨੇ ਇਹ ਜ਼ਰੂਰ ਕਿਹਾ ਸੀਗਾ ਵੀ ਉਹਨਾਂ ਨੂੰ ਐਕਸਟੈਂਸ਼ਨ ਮਿਲ ਜਾਊਗੀ ਜੀ, ਪਰ ਇਹ ਨਹੀਂ ਵੀ ਦੇਖੋ ਜਿਹੜੀ BC ਗਵਰਨਮੈਂਟ ਕੋਲ ਪੈਸੇ ਆਉਂਦੇ ਆ ਜਾਂ ਫੈਡਰਲ ਸਰਕਾਰ ਕੋਲ ਪੈਸੇ ਆਉਂਦੇ ਆ, ਉਹ ਆਪਣੇ ਸਾਰਿਆਂ ਦੇ ਪੈਸੇ ਆ, ਦਾ ਟੈਕਸ ਸਿਸਟਮ। ਜੇ ਨੁਕਸਾਨ ਹੋ ਰਿਹਾ ਆ ਇਸ ਵਕਤ ਵੀ ਮਿਊਨਿਸਪੈਲਿਟੀਜ਼ ਨੂੰ ਉਹਨਾਂ ਦੇ ਟੈਕਸਿਸ ਨਹੀਂ ਮਿਲਦੇ, ਤੇ ਫਿਰ ਪ੍ਰੋਵਿੰਸ਼ੀਅਲ ਨੂੰ ਤੇ ਫੈਡਰਲ ਨੂੰ ਉਹਨਾਂ ਦੇ ਟੈਕਸਿਸ ਵੀ ਨਹੀਂ ਮਿਲ ਰਹੇ। ਸੋ ਨੁਕਸਾਨ ਫਾਈਨੈਂਸ਼ੀਅਲੀ ਹਰੇਕ ਲੈਵਲ ਦਾ ਹੋ ਰਿਹਾ, ਇੰਡੀਵਿਜੂਅਲ ਦਾ ਵੀ ਹੋ ਰਿਹਾ ਆ ਤੇ ਬਿਜ਼ਨੈਸਿਸ ਦਾ ਵੀ ਹੋ ਰਿਹਾ ਆ। ਇਸ ਕਰਕੇ ਇਹਦਾ ਹੱਲ ਟੋਲਣਾ ਪੈਣਾ ਆ। ਮਿਨਿਸਟਰ ਸਲੀਨਾ ਰੋਬਿਨਸਨ, ਜਿਹਦੀ ਮੈਂ ਬਹੁਤ ਰਿਸਪੈਕਟ ਕਰਦੀ ਹਾਂ, ਉਹ ਆਪ ਵੀ ਕਾਫੀ ਸਾਲਾਂ ਲਈ ਸਿਟੀ ਕਾਉਂਸਲਰ ਰਹੀ ਸੀਗੀ। ਉਹ ਸਿਟੀਜ਼ ਦੇ ਨਾਲ ਕੰਮ ਕਰ ਰਹੀ ਹੈ, ਮਿਊਨਿਸਪੈਲਿਟੀਜ਼ ਦੇ ਨਾਲ, ਵੀ ਕਿਸ ਤਰੀਕੇ ਦੇ ਨਾਲ ਅਸੀਂ ਚੀਜ਼ਾਂ ਨੂੰ ਡਿਲੇ ਕਰ ਸਕੇ, ਉਹਨਾਂ ਦੀ ਸਪੋਰਟ ਕਰ ਸਕਦੇ ਹਾਂ। ਪਰ ਜੇ ਆਪਾਂ ਸੋਚੀਏ ਵੀ ਹਰੇਕ ਚੀਜ਼ ਜਿਹੜੀ ਵੀ ਕੋਈ ਕਮੀ ਹੋਵੇ ਵੀ ਸੈਂਟਰਲ ਸਰਕਾਰ ਹੀ ਉਹਨਾਂ ਨੂੰ ਪੂਰੀ ਕਰ ਦਊਗੀ, ਦੈਟਸ ਨਾਟ ਪੋਸੀਬਲ। ਦੇਖੋ, ਨੁਕਸਾਨ ਜਿਨ੍ਹਾਂ ਨੂੰ ਹੁਣ CERB ਵੀ ਮਿਲਦੀ ਆ, ਉਹਨਾਂ ਨੂੰ ਜੇ 2000 ਮਿਲਦੀ ਆ, ਉਹਨਾਂ ਦੀ ਅੱਗੇ ਤਨਖਾਹ ਕਰਿਆ 5000 ਸੀ, ਕਰਿਆ 6000 ਸੀ, ਨੁਕਸਾਨ ਉਹਨਾਂ ਦਾ ਵੀ ਹਾਲੇ ਹੁੰਦਾ ਆ। ਮੈਂ ਇੱਕ ਜ਼ਰੂਰ ਬੇਨਤੀ ਕਰੂੰਗੀ ਵੀ ਇਹ ਜਿਹੜੀਆਂ ਸਹੂਲਤਾਂ ਸਾਰੀਆਂ ਸਾਡੀ ਸਰਕਾਰ ਹੋਵੇ ਜਾਂ ਫੈਡਰਲ ਸਰਕਾਰ ਮੋਹਰੇ ਰੱਖ ਰਹੀ ਆ, ਮੈਂ ਬਹੁਤ ਅਪਰੀਸ਼ੀਏਟ ਕਰ ਰਹੀ ਹਾਂ। ਮੈਂ ਕਦੀ ਸੋਚ ਨਹੀਂ ਸਕਦੀ ਸੀ ਵੀ ਸਰਕਾਰ ਇੰਨੀ ਛੇਤੀ ਐਕਸ਼ਨ ਲੈ ਸਕੂਗੀ। ਹਾਲੇ ਬਹੁਤ ਕੰਮ ਕਰਨ ਵਾਲੇ ਆ, ਕਮੀਆਂ ਬਹੁਤ ਹੈਗੀਆਂ ਆ। ਮੈਂ ਸਦਾ ਹੀ ਲੋਕਾਂ ਨੂੰ ਯਾਦ ਕਰਾਉਣਾ ਚਾਹੁੰਦੀ ਹਾਂ ਵੀ ਅਸੀਂ ਅਨਪ੍ਰੈਸੀਡੈਂਟਡ ਪੈਂਡੇਮਿਕ ਦੇ ਵਿੱਚ ਹੈਗੇ ਆ, ਜਿੱਥੇ ਸਾਨੂੰ ਪਤਾ ਵੀ ਨਹੀਂ ਸੀ ਪੈਂਡੇਮਿਕ ਕਿੱਧਰਲੇ ਪਾਸੇ ਨੂੰ ਜਾਣੀ ਆ, ਕਿੱਦਾਂ ਵਧਣੀ ਆ ਤੇ ਗਾਂ ਕੀ ਹੋਣਾ ਆ। ਕਦੀ ਸੋਚਿਆ ਨਹੀਂ ਸੀ ਵੀ ਇੰਨਾ ਚਿਰ ਆਹ ਐਮਰਜੈਂਸੀ ਰਹੂਗੀ। ਸੋ ਜਦੋਂ ਇਹ ਸਾਰਾ ਸੋਚੀਦਾ ਆ, ਫਿਰ ਤੁਸੀਂ ਹਰੇਕ ਚੀਜ਼ ਇੱਦਾਂ ਨਹੀਂ ਪਲਾਨਿੰਗ ਕਰ ਸਕਦੇ ਜੇ ਤੁਹਾਡੇ ਕੋਲ 5-6 ਸਾਲ ਬੈਠ ਕੇ ਤੁਸੀਂ ਵੀ ਗਾਂ ਦੀ ਕਰਨੀ ਹੋਵੇ। ਸੋ ਅਨਾਊਂਸਮੈਂਟਸ ਆਰ ਬੀਇੰਗ ਮੇਡ ਐਂਡ ਦੇ ਬੀਇੰਗ ਐਡਜਸਟਡ, ਉਹ ਤਾਂ ਹੋ ਹੀ ਜਾਣਾ ਆ। ਪਰ ਮੈਂ ਸਾਰਿਆਂ ਨੂੰ ਇੱਕੋ ਹੀ ਗੱਲ ਕਹੂੰਗੀ, ਆਪਾਂ ਨੂੰ ਫੇਰ ਐਕਸੈਸ ਕਰਨਾ ਚਾਹੀਦਾ ਆ ਇਹ ਜਿਹੜੀਆਂ ਸਹੂਲਤਾਂ ਗਵਰਨਮੈਂਟ ਆਫਰ ਕਰ ਰਹੀ ਆ, ਜੇ ਸਾਨੂੰ ਜ਼ਰੂਰਤ ਹੈਗੀ ਆ। ਇਹ ਆਪਣੇ ਘਰ ਤੇ ਹੀ ਗੱਲ ਆ ਜਾਂਦੀ ਆ। ਜੇ ਤੁਹਾਡੇ ਘਰ ਵਿੱਚ ਰੋਟੀ ਦਾ ਸਰਦਾ ਆ, ਵੀ 2-3 ਘਰਾਂ ਦੇ ਵਿੱਚ ਨਹੀਂ ਸਰਦਾ, ਉੱਥੇ ਇੱਕ ਘਰ ਵਿੱਚ ਰੋਟੀ ਵੀ ਹੈ ਨਹੀਂ, ਫਿਰ ਕਿਹਨੂੰ ਜ਼ਿਆਦਾ ਜ਼ਰੂਰਤ ਹੈਗੀ ਆ? ਉਸ ਘਰ ਨੂੰ ਜਿੱਥੇ ਰੋਟੀ ਹੈ ਨਹੀਂ। ਤੇ ਮੈਂ ਇਹ ਵੀ ਕਹੂੰਗੀ, ਸਾਡੀ ਸਿੱਖ ਕਮਿਊਨਿਟੀ ਵਿੱਚ, ਸਾਊਥ ਏਸ਼ੀਅਨ ਕਮਿਊਨਿਟੀ ਜਿਹੜੀ ਹੈਗੀ ਆ, ਬਹੁਤ ਹੀ ਦਿਆਲੂ ਕਮਿਊਨਿਟੀ ਹੈਗੀ ਆ। ਸਪੈਸ਼ਲੀ ਆ ਵਿਸਾਖੀ ਵਾਲੇ ਦਿਨ ਸੀਗੇ, ਲੋਕਾਂ ਨੇ ਦਿਲ ਖੋਲ੍ਹ ਕੇ ਦਾਨ ਕੀਤਾ ਆ, ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਆ। ਤੇ ਮੈਨੂੰ ਇਹ ਵੀ ਵੱਜ ਵੇਲੇ ਫੋਨ ਆ ਜਾਂਦੇ, ਭੈਣ ਜੀ ਤੁਹਾਨੂੰ ਪਤਾ ਨਹੀਂ ਲੋਕ ਅਬਿਊਜ਼ ਕਰ ਰਹੇ ਆ। ਮੈਂ ਤਾਂ ਇਹੀ ਸੋਚ ਲਿਆ ਵੀ ਇਹ ਤਾਂ ਉਹਨਾਂ ਦੀ ਇਮਾਨ ਤੇ ਸੋਚ ਦੋ, ਰੱਖ ਦਿਓ। ਇਹ ਜ਼ਿਆਦਾ ਜ਼ਰੂਰ ਕਹੂੰਗੀ, ਆਹ ਕੋਈ ਬਿਜ਼ਨਸ ਹੈ ਨਹੀਂ, ਨਾ ਹੀ ਆਹ ਮਾਹੌਲ ਹੈਗਾ ਆ ਵੀ ਜਿੱਥੇ ਤੁਸੀਂ ਸੋਚੀਦੇ ਮੇਰਾ ਫਾਇਦਾ ਹੋ ਜਾਵੇ, ਬਾਕੀਆਂ ਦਾ ਨੁਕਸਾਨ ਹੋ ਜਾਵੇ। ਇਹ ਵਕਤ ਹੈਗਾ ਆ ਵੀ ਜਦੋਂ ਅਸੀਂ ਸੋਚੀਏ ਅਸੀਂ ਇੱਕ ਦੂਸਰੇ ਦੀ ਮਦਦ ਕਿੱਦਾਂ ਕਰ ਸਕਦੇ ਹਾਂ, ਜਿਹੜੇ ਜ਼ਿਆਦਾ ਜ਼ਰੂਰਤ ਆ ਜਿਨ੍ਹਾਂ ਨੂੰ, ਉਹਨਾਂ ਨੂੰ ਕਿੱਦਾਂ ਸਹਾਇਤਾ ਦੇ ਸਕਦੇ ਹਾਂ। ਤੇ ਸਰਕਾਰ ਇਸ ਵਕਤ ਬਹੁਤ ਇਕਨੋਮੀ ਐਂਡ ਇੰਡੀਵਿਜੂਅਲਸ ਨੂੰ ਸਪੋਰਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਆ। ਤੇ ਬਾਜੀ ਵੇਲੇ ਸਾਨੂੰ ਸਲੋ ਲੱਗਦੀ ਆ, ਪਰ ਤੁਸੀਂ ਦੇਖੋ ਸਾਰੇ ਮੁਲਕ ਲਈ ਤੇ ਸਾਰੇ ਪ੍ਰੋਵਿੰਸ ਲਈ ਕਰ ਰਹੇ ਆ ਜੀ। ਪਰ ਆਪਾਂ ਫੇਰ ਵੀ ਬਹੁਤ ਲੱਕੀ ਹੈਗੇ, ਅਸੀਂ ਉਸ ਮੁਲਕ ਵਿੱਚ ਹੈਗੇ ਆ ਜਿੱਥੇ ਇਹ ਸਹੂਲਤਾਂ ਹੈਗੀਆਂ। ਬਿਲਕੁਲ, ਕਈ ਮੁਲਕਾਂ ਵਿੱਚ ਹੈ ਨਹੀਂ। ਬਿਲਕੁਲ, ਲੋਕਡਾਊਨ ਹੋ ਗਿਆ ਹੈਗਾ ਕਈ ਦੇਸ਼ਾਂ ਦੇ ਵਿੱਚ, ਤੇ ਉੱਥੇ ਪਤਾ ਵੀ ਨਹੀਂਗਾ ਕਿ ਅੱਗੋਂ ਜਿਹੜੇ ਡੇ ਟੂ ਡੇ ਵਰਕ ਕਰਕੇ ਖਾਂਦੇ ਹੈਗੇ ਆ, ਸੋ ਉਹਨਾਂ ਦਾ ਵੀ ਬਹੁਤ ਮੁਸ਼ਕਿਲ ਹੋਇਆ ਆ। ਸੋ ਕੁਝ ਵੀ ਹੋ ਸਕਦਾ ਹੈਗਾ। ਸੋ ਐਜ਼ ਯੂ ਸੈਡ ਕਿ ਵੀ ਆਰ ਲੱਕੀ ਕਿ ਅਸੀਂ ਇੱਕ ਅਜਿਹੀ ਕੰਟਰੀ ਦੇ ਵਿੱਚ ਹੈਗੇ ਹਾਂ ਜਿੱਥੇ ਸਰਕਾਰਾਂ ਸੋਚਦੀਆਂ ਨੇ ਕਿ ਉੱਥੋਂ ਦੀ ਲੋਕਾਂ ਦੇ ਲਈ ਕੀ ਕੀਤਾ ਜਾਵੇ। ਕਿਉਂਕਿ ਹੁਣ ਲੋਕ ਸਟ੍ਰੈਸ ਦੇ ਵਿੱਚ ਜਾ ਰਹੇ ਨੇ, ਐਂਗਜ਼ਾਈਟੀ ਹੋ ਰਹੀ ਆ ਉਹਨਾਂ ਨੂੰ, ਡਿਪਰੈਸ਼ਨ ਦੇ ਵਿੱਚ
ਵਿੱਚ ਵੀ ਜਾ ਸਕਦੇ ਨੇ। ਅੱਗੇ ਜਿਹੜੇ ਡਾਕਟਰਸ ਵੀ ਕਹਿ ਰਹੇ ਨੇ ਕਿ ਅੱਗੇ ਜੇ ਇਹ ਲਾਕਡਾਊਨ ਖੁੱਲ ਵੀ ਜਾਂਦਾ, ਸਾਰਾ ਕੁਝ ਠੀਕ ਵੀ ਹੋ ਜਾਂਦਾ, ਤੇ ਅੱਗੇ ਕੇਸਿਸ ਜਿਹੜੇ ਨੇ ਉਹ ਐਂਗਜ਼ਾਈਟੀ ਦੇ, ਡਿਪਰੈਸ਼ਨ ਦੇ, ਉਹ ਆਉਣ ਲੱਗ ਜਾਣਗੇ। ਹੁਣ ਜੇ ਅਸੀਂ ਡੋਮੈਸਟਿਕ ਵਾਇਲੈਂਸ ਦੀ ਗੱਲ ਕਰ ਲਈਏ, ਕਈ ਦੇਸ਼ਾਂ ਦੇ ਵਿੱਚ ਤਾਂ ਉਹਨਾਂ ਦੀ ਉਹ ਵੀ ਵੱਧ ਰਹੀ ਹੈਗੀ ਹੈ। ਘਰੇ ਦੇ ਵਿੱਚ ਰਹਿ ਰਹੇ ਆ ਲੋਕ, ਫਰਸਟ੍ਰੇਟ ਹੋਏ ਆ। ਸੋ ਫਰਸਟ੍ਰੇਸ਼ਨ ਦੇ ਵਿੱਚੋਂ ਸਟੂਡੈਂਟਸ ਨੂੰ ਕੱਢਣ ਦੇ ਲਈ BC ਸਰਕਾਰ ਨੇ ਇੱਕ ਐਪ ਲਾਂਚ ਕੀਤੀ ਸੀ, ਹੇਅਰ ਟੂ ਟਾਕ। ਸੋ ਇੱਦਾਂ ਜਿਹੜੀ ਉਹ ਸਟੂਡੈਂਟਸ ਦੇ ਲਈ ਕੀਤੀ ਗਈ ਹੈ, ਕੋਈ ਸੀਨੀਅਰਸ ਦੇ ਲਈ ਜਾਂ ਨੋਰਮਲ ਲੋਕਾਂ ਦੇ ਲਈ ਵੀ ਕੋਈ ਕੰਮ ਕੀਤੇ ਜਾ ਰਹੇ ਨੇ? ਹਾਂਜੀ, ਉਹ ਪਹਿਲਾਂ ਹੀ ਸੀਗੀ ਸੈਟਅਪ ਹੋਈ, ਇਹ ਫਿਰ ਆਖਰੀ ਕੀਤੀ ਸੀਗੀ, ਇਹ ਕਰਕੇ ਆਉਂਦੇ ਸਾਲ ਨੂੰ ਲਾਂਚ ਕਰਨੀ ਸੀਗੀ ਤੇ ਇਹਨੂੰ ਐਕਸਪੈਡਾਈਟ ਕਰ ਦਿੱਤਾ ਸੀ ਫॉर ਸਟੂਡੈਂਟਸ। ਕਰਕੇ ਸਟੂਡੈਂਟਸ ਦੇ ਵਿੱਚ ਬਹੁਤ ਹੈ ਵੀ ਸਾਡਾ ਗ੍ਰੈਜੂਏਸ਼ਨ ਕਿੱਦਾਂ ਹੋਊਗਾ, ਵੀ ਗਾਂ ਸਾਡੇ ਕੋਰਸਿਸ ਕਿੱਦਾਂ। ਮੈਂਟਲ ਹੈਲਥ ਇਸ਼ੂਜ਼ ਪਹਿਲਾਂ ਹੀ ਬਹੁਤ ਸੀਗੇ, ਮੈਂ ਤਾਂ ਕਹਿੰਦੀ ਉਹ ਵੀ ਪਹਿਲਾਂ ਵੀ ਪੈਂਡੈਮਿਕ ਹੀ ਸੀਗੀ ਸਾਡੇ ਮੁਲਕ ਦੇ ਵਿੱਚ, ਹਰੇਕ ਮੁਲਕ ਦੇ ਵਿੱਚ, ਪਰ ਇਸ ਵਕਤ ਥੋੜਾ ਜ਼ਿਆਦਾ ਹੀ ਸੀਗੀ ਤੇ ਹੁਣ ਉਹਨੂੰ ਜ਼ਿਆਦਾ ਐਕਸੈਂਚੁਏਟ ਹੋ ਰਿਹਾ ਆ। ਇਸ ਕਰਕੇ ਆਨਲਾਈਨ ਤੇ by phone, lots of different websites are available. Virtual counselling is available now for people as well. And मैं सारिਆਂ ਦੇ ਮੋਰੇ ਬੇਨਤੀ ਕਰੂੰਗੀ, ਕੋਈ ਸ਼ਰਮਿੰਦਗੀ ਨਾ ਮੰਨਿਓ ਜੇ ਤੁਹਾਨੂੰ ਇਹ ਫੋਨ ਲਾਈਨਾਂ ਵਰਤਣੀਆਂ ਪਈਆਂ। ਪਲੀਜ਼ ਪਿਕ ਅਪ ਦ ਫੋਨ, ਕਾਲ। ਜੇ ਤੁਸੀਂ ਇਸ ਲਾਈਨ ਨੂੰ ਨਹੀਂ ਕਾਲ ਕਰਨਾ, ਕੋਈ ਆਪਣੇ ਟਰਸਟਵਰਦੀ ਫਰੈਂਡ ਨੂੰ ਜਾਂ ਫੈਮਿਲੀ ਮੈਂਬਰ ਨੂੰ ਫੋਨ ਕਰੋ, ਉਹ ਤੁਹਾਨੂੰ ਉਹ ਹੈਲਪ ਲਿਆ ਦੇਣਗੇ ਜਿਹਦੀ ਤੁਹਾਨੂੰ ਜ਼ਰੂਰਤ ਹੈਗੀ ਆ। ਤੁਸੀਂ ਡੋਮੈਸਟਿਕ ਵਾਇਲੈਂਸ ਦੀ ਗੱਲ ਕੀਤੀ ਆ, ਬਿਲਕੁਲ। ਬਾਅਦ ਵੇਲੇ ਬਹੁਤ ਅਫਸੋਸ ਹੁੰਦਾ ਆ ਵੀ ਅਸੀਂ 2020 ਦੇ ਵਿੱਚ ਆ ਗਏ ਆ, ਹਾਲੇ ਵੀ ਉਹੀ ਡੋਮੈਸਟਿਕ ਵਾਇਲੈਂਸ ਦੀਆਂ ਗੱਲਾਂ ਕਰੀਦੀਆਂ ਆ ਜਿਹੜੀਆਂ ਅਸੀਂ 70s ਵਿੱਚ ਕਰੀਦੀਆਂ ਸੀ। 70s ਦੇ ਵਿੱਚ ਵੀ ਸੋਚਦੇ ਸੀਗੇ ਵੀ ਆ 50 ਸਾਲਾਂ ਦੇ ਵਿੱਚ ਵੀ ਡੋਮੈਸਟਿਕ ਵਾਇਲੈਂਸ ਖਤਮ ਹੋ ਜਾਊਗੀ। ਡੋਮੈਸਟਿਕ ਵਾਇਲੈਂਸ ਦਾ ਨਾ ਕੋਈ ਧਰਮ ਆ ਤੇ ਨਾ ਕੋਈ ਐਥਨਿਸਿਟੀ ਆ, ਨਾ ਹੀ ਕੋਈ ਰੰਗ ਆ, ਨਾ ਹੀ ਕੋਈ ਸੋਸ਼ੀਓ ਐਕਨੋਮਿਕ ਇਸ਼ੂ ਹੈਗਾ ਆ। ਇਟਸ ਅਕ੍ਰੋਸ ਦ ਬੋਰਡ। ਹੁਣ ਜਦੋਂ ਅਸੀਂ ਸਾਰਿਆਂ ਨੂੰ ਕਹੀਦਾ ਘਰ ਰਵੋ, ਬਾਹਰ ਨਾ ਜਾਵੋ, ਜਿੱਥੇ ਪਹਿਲਾਂ ਹੀ ਪ੍ਰੈਸ਼ਰ ਹੈਗਾ ਆ ਉੱਥੇ ਇਹਦੇ ਨਾਲ ਘਰਾਂ ਦੇ ਵਿੱਚ ਜ਼ਿਆਦਾ ਪ੍ਰੈਸ਼ਰ ਹੋਣ ਲੱਗ ਪਏ ਆ। ਇਸ ਕਰਕੇ ਮੈਂ ਤੁਹਾਨੂੰ ਕਹਿੰਦੀ ਸਾਡੇ BC ਦੇ ਵਿੱਚ 400 times increase in phone calls about domestic violence. 400 times. That's 4 times. Right? So it is very scary. Help is available. Federal government announced an extra just over $1 billion yesterday. Provincial government has already put millions into extra phone lines and extra supports for women's centres and for shelters and things. So help is available, but it is a sad comment. And yet understandable from a sociological point of view. ਵੀ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਦੇ ਉੱਪਰ ਜਦੋਂ ਪ੍ਰੈਸ਼ਰ ਹੁੰਦਾ ਆ, ਜੇ ਤੁਸੀਂ ਪਹਿਲਾਂ ਵੀ ਸੀਗੇ prone to domestic violence, ਉਹ ਸਾਰਾ ਐਕਸੈਂਚੁਏਟ ਹੋ ਜਾਣਾ ਹੈ। ਇਸ ਕਰਕੇ ਉਹਦੇ ਉੱਪਰ ਉਹ ਜ਼ਿਆਦਾ ਹੋਣ ਲੱਗ ਰਿਹਾ ਆ, ਹੋ ਰਿਹਾ ਆ। ਤੇ ਬੱਚਿਆਂ ਦੇ ਉੱਪਰ ਵੀ violence against kids, ਇਸ ਕਰਕੇ ਬੱਚਿਆਂ ਲਈ ਸਪੈਸ਼ਲ ਲਾਈਨਸ ਹੈਗੀ ਆ ਜੀ, ਤੇ ਉਹ ਉੱਥੇ ਫੋਨ ਕਰ ਸਕਦੇ ਆ। ਡਿਜੀਟਲੀ ਉਹਨਾਂ ਨੂੰ ਆਊਟਰੀਚ ਕਰੀਦੀ ਆ। ਪਰ ਮੈਂ ਇੱਕ ਸਕੂਲਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ। ਜਿਹੜੇ ਟੀਚਰਸ ਹੈਗੇ ਆ ਨਾ, ਉਹ ਹੁਣ ਪੂਰੀ ਕੋਸ਼ਿਸ਼ ਕਰਦੇ ਵੀ ਜਿਹੜੇ ਵਲਨਰੇਬਲ ਕਿਡਸ ਸੀਗੇ, ਜਿਨ੍ਹਾਂ ਬੱਚਿਆਂ ਤੇ ਸਾਨੂੰ ਪਤਾ ਵੀ ਇਦਾਂ ਦਾ ਖਤਰਾ ਹੋ ਸਕਦਾ ਆ, ਟੀਚਰਸ ਹੋਣ, ਟੀਚਿੰਗ ਅਸਿਸਟੈਂਟਸ ਹੋਣ, ਐਜੂਕੇਸ਼ਨ ਅਸਿਸਟੈਂਟਸ, ਸਕੂਲ ਪ੍ਰਿੰਸੀਪਲਸ, ਸਾਰੇ ਰਲ ਮਿਲ ਕੇ ਕਾਫੀ ਕੋਸ਼ਿਸ਼ ਕਰ ਰਹੇ ਆ ਵੀ ਉਹਨਾਂ ਬੱਚਿਆਂ ਦੇ ਨਾਲ ਕਨੈਕਸ਼ਨ ਬਣੇ ਰਹਿਣ ਕਿਸੇ ਤਰੀਕੇ ਦੇ ਨਾਲ, ਤੇ ਫੋਨ ਕਰਕੇ ਵੀ ਜਾਂ ਆਨਲਾਈਨ ਵੀ ਹਾਊ ਆਰ ਯੂ ਡੂਇੰਗ, ਇਦਾਂ ਦੀਆਂ ਗੱਲਾਂ ਕਰ ਸਕਦੇ ਆ। ਤੇ ਨਾਲੇ ਸਰੀ ਦੇ ਵਿੱਚ ਸਕੂਲ ਬੋਰਡ ਨੇ ਬਹੁਤ ਵਧੀਆ ਕੰਮ ਕੀਤਾ ਵੀ ਜਿਹੜਾ ਇਹਨਾਂ ਦਾ ਲੰਚ ਪ੍ਰੋਗਰਾਮ ਸੀਗਾ ਜੀ, ਜਿਹੜਾ ਇਹਨਾਂ ਨੂੰ ਪਤਾ ਸੀਗਾ ਵੀ ਜਿਹੜਾ ਬੱਚਿਆਂ ਨੂੰ ਬਹੁਤ ਸਖਤ ਜ਼ਰੂਰਤ ਹੈ, ਉਹਨਾਂ ਨੇ ਭੁੱਖੇ ਜਾਣਾ ਆ, ਉਹ ਮੀਲ ਪ੍ਰੋਗਰਾਮ ਵੀ ਇਹਨਾਂ ਨੇ ਚਾਲੂ ਰੱਖਿਆ। ਤੇ ਇਸ ਕਰਕੇ ਮੈਂ ਸਕੂਲ ਡਿਸਟ੍ਰਿਕਟ ਦਾ, ਟੀਚਰਸ ਦਾ, ਤੇ ਜਿਹੜਾ ਸਾਰਾ ਹੀ ਸਪੋਰਟ ਸਟਾਫ ਹੈਗੇ ਆ, ਐਜੂਕੇਸ਼ਨ ਅਸਿਸਟੈਂਟਸ, ਜੈਨੇਟਰਸ, ਐਵਰੀਬਾਡੀ, ਜਿੰਨੇ ਵੀ ਉੱਥੇ ਕੰਮ ਕਰਦੇ, ਪ੍ਰਿੰਸੀਪਲਸ, ਵਾਈਸ ਪ੍ਰਿੰਸੀਪਲਸ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਕਿਉਂਕਿ ਇਹ ਬਹੁਤ ਹੀ ਮੁਸ਼ਕਿਲ ਟਾਈਮ ਹੈਗਾ ਆ। ਇਸ ਮੁਸ਼ਕਿਲ ਟਾਈਮ ਦੇ ਵਿੱਚ ਉਹਨਾਂ ਦਾ ਵੀ ਜੋਰ ਰਾਤ ਦਿਨ ਲੱਗਾ ਰਹਿੰਦਾ ਆ ਵੀ ਅਸੀਂ ਕਿਸ ਤਰੀਕੇ ਦੇ ਨਾਲ ਜਿਹੜੀ ਯੂਥ ਆ, ਬੱਚੇ ਆ, ਉਹਨਾਂ ਨੂੰ ਸਪੋਰਟ ਕਰੀਏ। ਬੱਚਿਆਂ ਦੀ ਆਪਾਂ ਗੱਲ ਕੀਤੀ ਸੀ, ਐਜੂਕੇਸ਼ਨ ਦੀ ਗੱਲ ਕਰਾਂਗੇ ਕਿ ਕਿੱਦਾਂ ਸਕੂਲਾਂ ਦੇ ਵਿੱਚ ਹੁਣ ਚੇਂਜ ਆ ਗਿਆ ਹੈਗਾ ਆ, ਵਰਚੁਅਲ ਸਟੱਡੀ ਹੋਣ ਲੱਗੀ ਹੈਗੀ ਆ। ਪਰ ਬ੍ਰੇਕ ਲਾ ਲੈਂਦੇ ਆ, ਬ੍ਰੇਕ ਤੋਂ ਬਾਅਦ ਫਿਰ ਸਕੂਲਾਂ ਬਾਰੇ ਗੱਲ ਕਰਦੇ ਹਾਂ। ਸੋ ਗੱਲਬਾਤ ਹੋ ਰਹੀ ਹੈਗੀ ਹੈ ਜਿਨੀ ਸਿਮਸ ਦੇ ਨਾਲ, ਜਿਹੜੇ ਦੱਸ ਰਹੇ ਨੇ ਕਿ BC ਸਰਕਾਰ ਕੀ ਕੁਝ ਕਰ ਰਹੀ ਹੈਗੀ ਹੈ, ਇਸ ਤੋਂ ਬਾਅਦ ਐਜੂਕੇਸ਼ਨ ਵਿੱਚ ਕੀ ਕੁਝ ਹੋ ਰਿਹਾ ਹੈ, ਤੇ ਹੋਰ ਵੀ ਸਵਾਲ ਨੇ, ਉਹਨਾਂ ਦੇ ਜਵਾਬ ਲੈਂਦੇ ਆ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਵੈਲਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ ਸਾਂਝਾ ਟੀਵੀ ਤੇ ਅੱਜ ਕੱਲ੍ਹ ਬਾਤ ਹੋ ਰਹੀ ਹੈ ਐਮਐਲਏ ਜਿਨੀ ਸਿਮਸ ਦੇ ਨਾਲ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ BC ਸਰਕਾਰ ਕੀ ਕੁਝ ਕਰ ਰਹੀ ਹੈਗੀ ਹੈ ਇਸ ਪੈਂਡੈਮਿਕ ਦੇ ਨਾਲ ਲੜਨ ਦੇ ਲਈ। ਤੇ ਨਾਲ ਹੁਣ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਐਜੂਕੇਸ਼ਨ ਦੇ ਲਈ ਵੀ BC ਸਰਕਾਰ ਕੰਮ ਕਰ ਰਹੀ ਹੈ। ਸਕੂਲਾਂ ਦੇ ਪ੍ਰਿੰਸੀਪਲ ਨੇ, ਜੋ ਟੀਚਰਸ ਨੇ, ਉਹ ਵੀ ਆਪਣੇ ਵੱਲੋਂ ਪੂਰਾ ਕੰਮ ਕਰ ਰਹੇ ਨੇ ਤਾਂ ਕਿ ਬੱਚਿਆਂ ਦੇ ਨਾਲ ਕਨੈਕਸ਼ਨ ਬਣਾਇਆ ਜਾ ਸਕੇ। ਸੋ ਜਿਨੀ, ਜਿਵੇਂ ਤੁਸੀਂ ਦੱਸਿਆ ਕਿ ਮੀਲ ਪ੍ਰੋਗਰਾਮ ਚੱਲ ਰਹੇ ਨੇ ਸਾਰੀ ਸਕੂਲ ਬੋਰਡ ਦੇ, ਤੇ ਨਾਲ ਹੁਣ ਵਿਰਚੁਅਲ ਕਲਾਸਿਸ ਲੱਗ ਰਹੀਆਂ ਨੇ। ਪਹਿਲਾਂ ਹੀ ਮੇਰੇ ਇੱਕ ਟਰਸਟੀ ਦੇ ਨਾਲ ਗੱਲਬਾਤ ਹੋ ਰਹੀ ਸੀਗੀ ਲਾਸਟ ਵੀਕ, ਤਾਂ ਉਹ ਕਹਿ ਰਹੇ ਸੀ ਕਿ ਹਜੇ ਨਵਾਂ ਆ, ਸਾਰਿਆਂ ਦੇ ਲਈ ਨਵੀਂ ਸਿਚੁਏਸ਼ਨ ਹੈਗੀ ਹੈ। ਕਈਆਂ ਦੇ ਕੋਲ ਇੰਟਰਨੈਟ ਸਰਵਿਸਿਜ਼ ਨਹੀਂ ਹੈਗੀਆਂ ਨੇ, ਕਈਆਂ ਨੂੰ ਨਹੀਂ ਪਤਾ ਕਿ ਕਿੱਦਾਂ ਵਰਚੁਅਲ ਸਟੱਡੀ ਚੱਲੇਗੀ। ਸੋ ਇਸ ਚੀਜ਼ਾਂ ਦੇ ਨਾਲ ਕੰਮ ਕਰਨ ਦੇ ਲਈ BC ਸਰਕਾਰ ਕੀ ਕੁਝ ਕਰ ਰਹੀ ਹੈਗੀ ਹੈ? ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਹੜੇ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਕੰਮ ਕਰ ਰਹੇ ਆ, ਫਰਮ ਦ ਪ੍ਰਿੰਸੀਪਲ, ਟੀਚਰਸ, ਆਰ ਐਜੂਕੇਸ਼ਨ ਅਸਿਸਟੈਂਟਸ, ਆਰ ਸਪੋਰਟ ਸਟਾਫ, ਸਾਰੇ ਬਹੁਤ ਹੀ ਮੈਂ ਕਹੂੰਗੀ ਰਾਤ ਦਿਨ ਕੰਮ ਕਰ ਰਹੇ ਆ ਵੀ ਬੱਚਿਆਂ ਦੀ ਸਪੋਰਟ ਕਰਨ ਨੂੰ। ਜੇ ਆਪਾਂ ਸੋਚਦੇ ਹਾਂ ਵੀ ਮੈਂਟਲ ਸਟ੍ਰੈਸ ਬਹੁਤ ਹੈਗੀ ਆ ਪੇਰੈਂਟਸ ਤੇ ਜਾਂ ਜਿਹੜੇ ਕੰਮ ਕਰਨ ਵਾਲੇ ਆਪਣੇ ਅਡਲਟਸ ਤੇ, ਤੁਸੀਂ ਸੋਚੋ ਬੱਚੇ ਕੀ ਸੋਚਦੇ ਹੋਣਗੇ। ਮੈਂ ਤਾਂ ਕਹਿੰਦੀ ਸਭ ਤੋਂ ਜ਼ਿਆਦਾ ਬੱਚਿਆਂ ਨੂੰ ਨਿਊਜ਼ ਤੋਂ ਦੂਰ ਰੱਖੋ। ਉਹਨਾਂ ਦੇ ਨਾਲ ਕੋਵਿਡ ਵਾਇਰਸ ਦੀ ਗੱਲ ਜ਼ਰੂਰ ਕਰੋ, ਪਰ ਆਪ ਕੰਟਰੋਲ ਕਰਕੇ ਕਰੋ। ਥੋੜੀ ਕੁ ਉਹਨਾਂ ਨੂੰ ਨਿਊਜ਼ ਦੇਖ ਲੈਣ ਦਿਆ ਕਰੋ, ਪਰ ਬਾਕੀ ਟਾਈਮ ਨਹੀਂ ਬੰਦਾ ਤਾਂ ਕਮਲਾ ਹੋ ਜਾਊਗਾ ਜੇ ਸਿਰਫ CBC ਦੇਖਦਾ ਰਹੂਗਾ ਸਾਰਾ ਦਿਨ, ਰਾਈਟ? ਤੇ ਇਸ ਕਰਕੇ ਇੱਕ ਗੱਲ ਇਹ ਵੀ ਹੈਗੀ ਆ ਵੀ ਜਿਹੜੇ ਬੱਚਿਆਂ ਦੀ ਫਾਈਨੈਂਸ਼ੀਅਲ ਡਿਫਿਕਲਟੀਜ਼ ਬਹੁਤ ਹੀ ਹਾਰਡ ਹੁੰਦੀ, ਉਹਨਾਂ ਨੂੰ ਮੀਲ ਪ੍ਰੋਗਰਾਮ ਦੀ ਲੋੜ ਹੁੰਦੀ ਆ। ਸਕੂਲ ਡਿਸਟ੍ਰਿਕਟ ਪੂਰਾ ਜ਼ੋਰ ਲਾ ਰਹੀ ਆ ਵੀ ਉਹਨਾਂ ਬੱਚਿਆਂ ਦਾ ਖਾਣਾ ਉਹਨਾਂ ਤੱਕ ਪਹੁੰਚ ਜਾਂਦਾ ਆ। ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ। ਪਰ ਹੁਣ ਜਦੋਂ ਸਕੂਲ ਸ਼ੁਰੂ ਕਰਨੇ ਪਏ ਫਿਜ਼ੀਕਲ ਡਿਸਟੈਂਸਿੰਗ ਕਰਕੇ, ਉਹ ਵਰਚੁਅਲ ਸਕੂਲਿੰਗ ਆ। ਟੀਚਰਸ ਵੀ ਲੱਗ ਰਹੀਆਂ, ਪਰ ਦੇਖੋ ਟੀਚਰਸ ਨੂੰ ਵੀ ਸਿੱਖਣਾ ਪਿਆ ਵੀ ਇਹ ਕਿੱਦਾਂ ਕਰਨਾ ਹੈ, ਕਿੱਦਾਂ ਵੀ ਬਹੁਤ ਸੌਖਾ ਹੁੰਦਾ ਸੀਗਾ। ਮੈਂ ਵੀ ਟੀਚਰ ਆ, ਤੁਸੀਂ ਸਕੂਲ ਨੂੰ ਚੱਲ ਜਾਵੋ, ਲੈਸਨ ਪਲਾਨ ਹੁੰਦੇ ਆ, ਟੀਚ ਕਰਕੇ ਆ ਜਾਵੋ। ਹੁਣ ਉਹਨਾਂ ਨੂੰ ਵੀ ਪਹਿਲਾਂ ਕਈ ਕੁਛ ਸਿੱਖਣਾ ਪੈਂਦਾ। ਉਹਨਾਂ ਕੋਲ ਵੀ ਟੈਕਨੋਲੋਜੀ ਸਾਰੀ ਹੈ ਨਹੀਂ ਸੀਗੀ, ਟੀਚਰਸ ਨੂੰ ਵੀ ਟੈਕਨੋਲੋਜੀ ਦੀ ਲੋੜ ਸੀਗੀ। ਤੇ ਫਿਰ ਸਾਡੇ ਕੋਲ ਲਾਇਸੈਂਸਿਸ ਵੀ ਹੈ ਨਹੀਂ ਸੀਗੇ ਜਿਹੜੇ ਵੀ ਅਸੀਂ ਜ਼ੂਮ ਵਰਗੇ ਪ੍ਰੋਗਰਾਮਸ ਵਰਤ ਸਕੀਏ, ਤੇ ਹੋਰ ਵੀ ਕਈ ਵੀਡੀਓ ਕਾਨਫਰੰਸਿੰਗ ਵਾਲੇ, ਕਿਉਂਕਿ ਫਰੀडम ਆਫ ਇਨਫੋਰਮੇਸ਼ਨ ਰੂਲਸ ਵੀ ਸਾਡੇ ਉੱਪਰ ਲਾਗੂ ਹੈਗੇ ਆ। ਸੋ ਇਸ ਕਰਕੇ ਕਾਫੀ ਰਿਲੈਕਸੇਸ਼ਨ ਕੀਤਾ ਗਿਆ ਜਸਟ ਫॉर ਦਿਸ ਸ਼ੋਰਟ ਪੀਰੀਅਡ। ਇਸ ਕਰਕੇ ਕਾਫੀ ਵਰਚੁਅਲੀ ਕੰਮ ਕਰ ਰਹੇ ਆ ਟੀਚਰ ਵੀ ਤੇ ਸਟੂਡੈਂਟਸ ਵੀ। ਪਰ ਕਈ ਬੱਚੇ ਹੈਗੇ ਆ ਵੀ ਜਿਨ੍ਹਾਂ ਦੇ ਘਰ ਵਿੱਚ ਇੱਕ ਕੰਪਿਊਟਰ ਜ਼ਰੂਰ ਹੋਊਗਾ, ਪਰ 4 ਬੱਚੇ ਹੋਣਗੇ, ਉਹ ਫਿਰ ਆਪਣਾ ਸਕੂਲ ਵਰਕ ਕਿੱਦਾਂ ਕਰਨਗੇ ਜੀ? ਤੋ ਇਸ ਕਰਕੇ ਸਕੂਲ ਡਿਸਟ੍ਰਿਕਟ ਨੇ ਪੂਰਾ ਜ਼ੋਰ ਲਾਇਆ ਆ ਆਈਪੈਡ ਜਾਂ ਕੰਪਿਊਟਰ ਵੀ ਹਰੇਕ ਘਰ ਦੇ ਵਿੱਚ ਪਹੁੰਚ ਜਾਣ। ਉਹਨਾਂ ਨੇ ਕਾਫੀ, ਮੈਨੂੰ ਮੇਰੇ ਹਜ਼ਾਰਾਂ ਤੋਂ ਉੱਪਰ ਹੁਣ ਘਰੀ ਤੋੜ ਦਿੱਤੇ ਆ, ਤੇ ਹਾਲੇ ਵੀ ਲੱਗੇ ਆ। ਤੇ ਟੈਲਸ ਤੇ ਅਦਰ ਜਿਹੜੇ ਸਰਵਿਸ ਪ੍ਰੋਵਾਈਡਰਸ ਆ, ਉਹਨਾਂ ਦਾ ਵੀ ਧੰਨਵਾਦ ਕਰਦੇ ਆ, ਕਰਕੇ ਉਹਨਾਂ ਨੇ ਵੀ ਸਪੈਸ਼ਲ ਲੋ ਆਫਰਸ ਕੀਤੇ ਹੈਗੇ ਆ ਫॉर ਲੋ ਇਨਕਮ ਫੈਮਿਲੀਜ਼ ਫॉर ਅਬਾਊਟ $20 a month, ਤੇ ਉਹਦੇ ਨਾਲ ਵੀ ਕੰਮ ਚੱਲ ਰਿਹਾ ਆ। ਪਰ ਆਪਾਂ ਬਾਜੇ ਵੇਲੇ ਸੋਚੀਦਾ ਵੀ ਜਿਹੜੀ ਬੱਚਿਆਂ ਦੀ ਪੜ੍ਹਾਈ ਹੈਗੀ ਆ ਨਾ, ਉਹ ਸਿਰਫ ਸਕੂਲਾਂ ਵਿੱਚ ਹੁੰਦੀ ਆ, ਉਹ ਸਿਰਫ ਬੁੱਕਾਂ 'ਚ ਹੁੰਦੀ ਆ। ਪਰ ਮੈਂ ਕਹਿੰਦੀ ਆ 80% ਪੜ੍ਹਾਈ ਜਿਹੜੀ ਹੁੰਦੀ ਆ ਉਹ ਲਾਈਫ ਐਕਸਪੀਰੀਅੰਸਿਸ ਹੈਗੀ ਆ। ਸੋ ਇਸ ਵਕਤ ਮੇਰੀ ਇੱਕੋ ਹੀ ਬੇਨਤੀ ਹੈਗੀ ਆ ਸਾਰਿਆਂ ਦੇ ਮੋਹਰੇ, ਪੇਰੈਂਟਸ ਦੇ ਮੋਹਰੇ ਵੀ, ਇੰਨਾ ਪ੍ਰੈਸ਼ਰ ਨਾ ਪਾਓ ਆਪਣੇ ਬੱਚਿਆਂ ਤੇ ਪੜ੍ਹਨ ਲਈ ਵੀ ਉਹ ਪੜ੍ਹਾਈ ਦੇ ਨਾਲ ਨਫ਼ਰਤ ਕਰਨ ਲੱਗ ਪੈਣ। ਸੋ ਬੱਚਿਆਂ ਨੂੰ ਇਨਵੋਲਵਡ ਕਰੋ, ਉਹਨਾਂ ਨੂੰ ਬਿਜ਼ੀ ਰੱਖੋ, ਉਹਨਾਂ ਨੂੰ ਇੰਗੇਜਮੈਂਟ ਕਰ ਲੈਣ ਦਿਓ ਸੋਸ਼ਲੀ ਵਿਦ ਦੇਅਰ ਫਰੈਂਡਸ ਐਂਡ ਵਿਦ ਦੇਅਰ ਟੀਚਰਸ, ਜਿੰਨਾ ਵੀ ਉਹ ਪੜ੍ਹਾ ਸਕਣ। ਪਰ ਇੱਦਾਂ ਨਾ ਕਹੋ ਵੀ ਹੁਣ ਤੁਹਾਨੂੰ 7 ਘੰਟੇ ਘਰ ਜਾਂ 5 ਘੰਟੇ ਬੈਠ ਕੇ ਕੰਪਿਊਟਰ ਤੇ ਤੈਨੂੰ ਸਿਰਫ ਆਹ ਹੀ ਕਰਨਾ ਪੈਣਾ ਆ। ਕਰਕੇ ਜਦੋਂ ਇੱਕ ਵਾਰੀ ਬੱਚੇ ਦੇ ਦਿਮਾਗ ਵਿੱਚ ਪੈ ਜਾਵੇ ਨਫ਼ਰਤ ਪੜ੍ਹਾਈ ਲਈ, ਉਹ ਜਿਹੜਾ ਨਫ਼ਰਤ ਆ ਉਹ ਠਾਲਣੀ ਬਹੁਤ ਹੀ ਔਖੀ ਹੈਗੀ ਆ। ਸੋ ਕਈ ਕੰਮ ਹੈਗੇ ਆ ਵੀ ਜਿਹੜੇ ਮੈਥ ਵੀ ਹੈਗੇ ਆ ਨਾ, ਆਪਾਂ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਿਖਾ ਸਕਦੇ ਆ। ਜਦੋਂ ਅਸੀਂ ਕੁਕਿੰਗ ਕਰੀਦੀ ਆ, ਮੈਨੂੰ ਕਿੰਨੇ ਚਮਚੇ ਚਾਹੀਦੇ ਆ? 2 ਚਮਚੇ ਚਾਹੀਦੇ ਆ। ਇੱਕ ਚਮਚੇ ਵਿੱਚ 15 ਮਿਲੀਲੀਟਰਸ ਹੁੰਦੇ ਆ। ਤੁਸੀਂ ਹੁਣ ਮੈਨੂੰ ਦੱਸੋ ਵੀ ਕਿੰਨੇ ਆ? 2 ਚਮਚਿਆਂ ਦੇ ਵਿੱਚ, ਇੱਕ ਕੱਪ ਦੇ ਵਿੱਚ 250। ਜੇ ਮੈਨੂੰ 3 ਕੱਪ ਚਾਹੀਦੇ ਹੋਣ, 750। You can do math, you can do English. ਬੱਚਿਆਂ ਨੂੰ ਕਹਾਣੀਆਂ ਦੱਸੋ। ਜਦੋਂ ਤੁਸੀਂ ਨਿੱਕੇ ਹੁੰਦੇ ਸੀਗੇ, ਸਾਨੂੰ ਸਾਰੇ ਮਾਂ-ਪਿਓ ਨੇ, ਦਾਦਾ ਦਾਦੀ, ਨਾਨਾ ਨਾਨੀ ਨੇ ਬਹੁਤ ਕਹਾਣੀਆਂ ਹਟਾਈਆਂ ਆ। ਅਸੀਂ ਉਹ ਆਰਟ ਹੀ ਭੁੱਲ ਗਏ ਆ। ਉਹਨਾਂ ਨਾਲ ਬੈਠ ਕੇ ਗੱਲਬਾਤ ਕਰੋ, ਉਹਨਾਂ ਦੀ ਵੋਕੈਬੂਲਰੀ ਵਧਾਵੋ। ਬੈਸਟ ਥਿੰਗ
for reading for students is reading and listening to stories. Best thing. ਜੀ ਬਿਕਾਜ਼ ਬਾਕੀ ਸਭ ਕੁਝ ਉਹਨਾਂ ਨੇ ਬਹੁਤ ਛੋਟੇ ਟਾਈਮ ਸਰ ਸਿੱਖ ਲੈਣਾ ਆ। ਹੋਰ ਵੀ ਕਈ ਚੀਜ਼ਾਂ ਹੈਗੀਆਂ ਵੀ ਉਹਨਾਂ ਨੂੰ ਥੋੜਾ ਫਨ ਬਣਾਵੋ। ਬਾਜੇ ਵੇਲੇ ਸਾਨੂੰ ਹੁੰਦਾ ਆ ਵੀ ਜੇ ਬੱਚਾ ਐਨ ਟੇਬਲ ਤੇ ਬੈਠ ਕੇ ਨਾ 5 ਘੰਟੇ ਬੈਠੇ ਰਵੇ, ਮੋਸਟਲੀ ਸਾਰਿਆਂ ਨੂੰ ਇਦਾਂ ਹੀ ਲੱਗਦਾ ਯਾ ਫੇਰ ਹੀ ਪੜ੍ਹਾਈ ਠੀਕ ਹੁੰਦੀ ਆ। ਮੈਂ ਕਹਿੰਦੀ ਆ ਅੱਧਾ ਘੰਟਾ ਪੂਰੇ ਇਮਾਨਦਾਰੀ ਨਾਲ ਉਹ ਬੱਚਾ ਪੜ੍ਹੇ ਤੇ ਨਾਲੇ ਖੁਸ਼ ਹੋ ਕੇ ਪੜ੍ਹੇ, ਉਹ 5 ਘੰਟਿਆਂ ਨਾਲੋਂ ਵੀ ਜ਼ਿਆਦਾ ਸਿੱਖ ਸਕਦਾ ਆ। ਤੇ ਨਾਲੇ ਸਾਨੂੰ ਡਿਫਰੈਂਟ ਤਰੀਕੇ ਟੋਲਣੇ ਪੈਣੇ ਆ। ਹਰੇਕ ਇਨਸਾਨ ਕੰਪਿਊਟਰ ਤੇ ਨਹੀਂ ਸਿੱਖ ਸਕਦਾ। ਬਾਜੇ ਵੇਲੇ ਮਾਂ ਪਿਓ ਨੂੰ ਉਹ ਘਰੋਂ ਆਪ ਵੀ ਕੰਮ ਕਰਦੇ, ਉਹਨਾਂ ਤੇ ਵੀ ਪ੍ਰੈਸ਼ਰ ਹੈਗਾ ਆ। ਬਾਜੇ ਵੇਲੇ ਆਪ ਤੁਹਾਨੂੰ ਸਮਝਾਉਣਾ ਪੈਣਾ ਆ। ਕਰਕੇ ਕਈ ਬੱਚੇ ਦੇਖ ਕੇ ਸਮਝਦੇ ਆ, ਕਈ ਬੱਚੇ ਕਰਕੇ ਸਮਝਦੇ ਆ, ਕਈ ਬੱਚੇ ਹੱਥਾਂ ਨਾਲ ਬਣਾ ਕੇ ਸਮਝਦੇ ਆ। ਇਹ ਸਭ ਕੁਝ ਮੁਸ਼ਕਲ ਹੈਗਾ ਆ, ਪਰ ਮੈਨੂੰ ਪੂਰਾ ਕੌਨਫੀਡੈਂਸ ਹੈਗਾ ਆ ਵੀ ਸਾਰੇ ਮਾਂ ਪਿਓ ਪੂਰੀ ਕੋਸ਼ਿਸ਼ ਕਰ ਰਹੇ ਆ। ਬੱਚਿਆਂ ਨਾਲ ਖਿਜੋ ਨਾ, ਉਹਨਾਂ ਨਾਲ ਪਿਆਰ ਕਰੋ। ਇਸ ਵਕਤ ਉਹਨਾਂ ਦੀ ਮੈਂਟਲ ਹੈਲਥ ਤੇ ਇਮੋਸ਼ਨਲ ਹੈਲਥ ਜ਼ਰੂਰੀ ਹੈ। ਉਹਨਾਂ ਦੀ ਇੰਟੈਲੈਕਚੁਅਲ ਹੈਲਥ ਨਾਲੋਂ ਪੜ੍ਹਾਈ ਨਾਲੋਂ ਜ਼ਿਆਦਾ ਇੰਪੋਰਟੈਂਟ ਹੈਗੇ ਆ। ਉਹਦੇ ਤੇ ਜ਼ਿਆਦਾ ਧਿਆਨ ਦੇਵੋ, ਪੜ੍ਹਾਈ ਤੇ ਵੀ ਦੇਵੋ। ਪਰ ਮੈਂ ਟੀਚਰ ਹਾਂ, ਮੈਂ ਕਦੀ ਨਾ ਕਹੂੰਗੀ ਪੜ੍ਹਾਈ ਤੇ ਨਾ ਦੇਵੋ। ਪੜ੍ਹਾਈ ਤੇ ਸਦਾ ਹੀ ਦੇਣਾ ਚਾਹੀਦਾ ਆ। ਪਰ ਪੜ੍ਹਾਈ ਫੇਰ ਹੁੰਦੀ ਆ ਜੇ ਬੱਚੇ ਦੇ ਮਨ ਦੇ ਉੱਪਰ ਇੰਨਾ ਫਿਕਰ ਨਾ ਹੋਵੇ, ਮੈਂਟਲ ਸਟ੍ਰੈਸ ਨਾ ਹੋਵੇ, ਤੇ ਜੇ ਉਹਨੂੰ ਗਾਂ ਡਰ ਨਾ ਹੋਵੇ ਵੀ ਪਤਾ ਨਹੀਂ ਇਸ ਬਿਮਾਰੀ ਕਰਕੇ ਕੀ ਹੋ ਜਾਣਾ ਹੈ। ਬੱਚਿਆਂ ਦੀ ਅਸੀਂ ਗੱਲ ਕਰਦੇ ਸੀ ਤਾਂ ਸਭ ਤੋਂ ਵੱਡਾ ਸਲੂਟ ਹੈਗਾ ਸਾਡੇ ਫਰੰਟ ਲਾਈਨ ਵਰਕਰਸ ਦਾ, ਕਿ ਜਿਹੜੇ ਕੰਮ ਕਰ ਰਹੇ ਹੈਗੇ ਆ, ਉਸ ਸਿਚੁਏਸ਼ਨ ਦੇ ਨਾਲ ਡੀਲ ਕਰ ਰਹੇ ਹੈਗੇ ਆ। ਅਸੀਂ ਤਾਂ ਇੱਕ ਦੂਜੇ, ਕਿਉਂਕਿ ਜੇ ਕਿਸੇ ਪੇਸ਼ੈਂਟ ਨੂੰ ਚੈੱਕ ਕਰਨਾ ਉਹਦੇ ਕੋਲ ਜਾਣਾ ਪੈਣਾ ਹੈਗਾ ਉਹਨਾਂ ਨੂੰ, ਤਾਂ ਉਹਨਾਂ ਦੇ ਨਾਲ ਕਿੰਨੀ ਰਿਸਕੀ ਕੰਮ ਦੇ ਵਿੱਚ, ਜਿਵੇਂ ਹਸਪੀਟਲਸ ਦੇ ਵਿੱਚ ਕੰਮ ਕਰ ਰਹੇ ਆ ਬਾਕੀ ਫਰੰਟ ਲਾਈਨ ਵਰਕਰਸ, ਜਿੱਦਾਂ ਟਰੱਕਰਸ ਹੋ ਗਏ ਜਾਂ ਕੋਈ ਪੁਲਿਸ ਹੋ ਗਏ, ਉਹ ਸਾਰੇ ਕੰਮ ਕਰ ਰਹੇ ਹੈਗੇ ਆ। ਪਰ ਉਹਨਾਂ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਵੀ ਪ੍ਰੋਬਲਮਸ ਆ ਰਹੀਆਂ ਨੇ, ਕਿਉਂਕਿ ਉਹ ਕੰਮ ਤੇ ਜਾਣ ਕੇ ਬੱਚਿਆਂ ਦੀ ਟੇਕ ਕੇਅਰ ਕਰਨ, ਕਿਉਂਕਿ ਬੱਚੇ ਵੀ ਘਰਾਂ ਦੇ ਵਿੱਚ ਹੈਗੇ ਨੇ। ਸੋ ਇੱਕ ਨਿਊ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ ਗਿਆ ਹੈਗਾ, ਚਾਈਲਡ ਕੇਅਰ ਮੈਚਿੰਗ ਪ੍ਰੋਸੈਸ। ਸੋ ਉਹ ਕੀ ਹੈਗਾ BC ਦੇ ਵਿੱਚ? ਦੇਖੋ, ਜੇ ਤੁਸੀਂ ਫਰੰਟ ਲਾਈਨ ਵਰਕਰਸ ਹੈਗੇ ਆ, ਤੁਹਾਨੂੰ ਪ੍ਰਾਇੋਰਿਟੀ ਦੇ ਰਹੇ ਆ ਚਾਈਲਡ ਕੇਅਰ ਦੇ ਲਈ। ਤੇ ਮੇਰੀ ਦੋਤੀ ਹੈਗੀ ਆ, ਉਹਦੇ ਕੋਲ 2 ਸਾਲ ਦੀ ਹੋ ਗਈ ਹੁਣ, ਸਾਡੀ ਅਲੀਆ 2 ਸਾਲ ਦੀ ਬੇਟੀ ਆ। ਉਹਦਾ ਡੇ ਕੇਅਰ ਦਾ ਪੋਜੀਸ਼ਨ ਜਿਹੜਾ ਹੈਗਾ ਆ ਜੀ ਹੁਣ ਫਰਸਟ ਰਿਸਪੌਂਡਰਸ ਦੇ ਹੱਥ ਵਿੱਚ ਹੈਗਾ ਆ, ਫਰੰਟ ਲਾਈਨ ਵਰਕਰਸ ਦੇ ਵਿੱਚ। ਕਿਉਂਕਿ ਉਹ ਨਿੱਕੀ ਨੂੰ ਆਪਣੇ ਕੋਲ ਘਰ ਰੱਖਦੀ ਆ। ਸੋ ਉਹਨਾਂ ਨੇ ਆਪਣੀ ਪਲੇਸ ਤੇ ਦਿੱਤੀ ਆ ਵੀ ਤੁਸੀਂ ਆਹ ਪਲੇਸ ਕਿਸੇ ਨਰਸ ਜਾਂ ਡਾਕਟਰ ਜਾਂ ਕੋਈ ਲੌਂਗ ਟਰਮ ਕੇਅਰ ਅਟੈਂਡੈਂਟ, ਜਿਹੜਾ ਨੂੰ ਵੀ ਲੋੜ ਹੈਗੀ ਆ, ਉਹਨਾਂ ਨੂੰ ਦੇ ਦਿਓ। ਇਸ ਕਰਕੇ ਵੀ ਜੇ ਉਹਨਾਂ ਨੂੰ ਪ੍ਰਾਇੋਰਿਟੀ ਮਿਲ ਰਹੀ ਆ। ਪਰ ਉਹਨਾਂ ਤੇ ਸਭ ਤੋਂ ਵੱਡਾ ਪ੍ਰੈਸ਼ਰ ਇਹ ਹੈਗਾ ਆ ਵੀ ਅਸੀਂ ਬਾਹਰ ਜਾਈਦਾ ਆ ਵੀ ਕਦੀ ਅਸੀਂ ਬਿਮਾਰੀ ਆਪਣੇ ਨਿਆਣਿਆਂ ਦੇ ਕੋਲ ਨਾ ਲੈ ਕੇ ਆ ਜਾਈਏ। ਤੁਸੀਂ ਸੋਚੋ, ਉਹਨਾਂ ਦੇ ਉੱਪਰ ਇੱਕ ਤਾਂ ਉਹ ਆਪਣੀ ਜਾਨ ਖਤਰੇ 'ਚ ਪਾ ਕੇ, ਸਪੈਸ਼ਲੀ ਹੈਲਥ ਕੇਅਰ ਵਰਕਰਸ, ਉਹ ਤਦ ਕੰਮ ਤੇ ਜਾਂਦੇ ਆ। ਇੱਕ ਉਹਨਾਂ ਨੂੰ ਆਪਣੇ ਪਰਿਵਾਰ ਦਾ ਤੇ ਆਪਣੇ ਬੱਚਿਆਂ ਦਾ ਵੀ ਫਿਕਰ ਰਹਿੰਦਾ ਆ। ਪਰ ਟੀਵੀ ਤੇ ਦੇਖੀਦਾ, ਇੱਕ ਨਰਸ ਜਿਹੜੀ ਆ, ਉਹਨਾਂ ਆਪਣੇ ਬੱਚੇ ਦੇਖਣ ਨੂੰ ਪਤਾ ਨਹੀਂ ਕਿੰਨੇ ਦਿਨ ਹੋ ਗਿਆ, ਵਿੰਡੋ 'ਚੋਂ ਦੇਖਦੀ ਹੈ। ਉਹਨਾਂ ਆਪਣਾ ਬੱਚਾ ਆਪਣੀ ਮਾਂ ਕੋਲ ਰੱਖਿਆ ਆ ਸੰਭਾਲਣ ਲਈ। ਸੋ ਬਹੁਤ ਹੀ ਮੁਸ਼ਕਿਲਾਂ ਲੋਕ ਸਹਿ ਰਹੇ ਆ, ਸਿਰਫ ਹੈਲਥ ਕੇਅਰ ਵਰਕਰਸ ਲਈ ਨਹੀਂ, ਉਹਨਾਂ ਦੇ ਲਈ ਤਾਂ ਮੇਰੇ ਲਈ ਕੋਈ ਲਫ਼ਜ਼ ਹੀ ਹੈ ਨਹੀਂ। ਮੈਨੂੰ ਪਤਾ ਕਿਸ ਤਰੀਕੇ ਦੇ ਨਾਲ ਸਾਡੇ ਸੀਨੀਅਰਸ ਹੋਮਸ ਦੇ ਵਿੱਚ ਲੋਕਾਂ ਨੂੰ, ਸਾਡੇ ਬਜ਼ੁਰਗਾਂ ਨੂੰ ਸੰਭਾਲ ਰਹੇ ਆ ਲੋਕ ਇਸ ਵਕਤ। ਮੈਨੂੰ ਇਹ ਵੀ ਪਤਾ ਆ ਵੀ ਜਿਹੜੇ ਗਰੋਸਰੀ ਸਟੋਰ ਵਿੱਚ ਵੀ ਕੰਮ ਕਰਦੇ, ਬਾਜੇ ਵੇਲੇ ਅਸੀਂ ਸੋਚੀਦਾ ਨੇ ਵੀ ਉਹ ਫਰੰਟ ਲਾਈਨ ਵਰਕਰਸ ਆ। ਦੇ ਆ, ਜੇ ਉਹ ਨਾ ਹੋਣ ਤਾਂ ਅਸੀਂ ਖਾਣਾ ਕਿੱਥੋਂ ਲੈ ਕੇ ਆਉਣਾ। ਦੇ ਆ, ਤੇ ਸਾਨੂੰ ਵੀ ਥੋੜਾ ਕੁ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ। ਜਦੋਂ ਅਸੀਂ ਗਰੋਸਰੀ ਸ਼ਾਪਿੰਗ 'ਚ ਜਾਈਦਾ, ਥੋੜਾ ਕੁ ਦੂਰ ਰਹਿ ਕੇ ਆਪਣਾ ਕੰਮ ਕਰੋ ਤੇ ਉਹਨਾਂ ਨੂੰ ਵੀ ਥੋੜਾ ਹੌਸਲਾ ਦੇਵੋ। ਬਾਜੀ ਵੇਲੇ ਅਸੀਂ ਖਿੱਚ ਜਾਈਦਾ ਆ ਕਰਕੇ ਵੀ ਸਾਡੇ ਉੱਪਰ ਵੀ ਪ੍ਰੈਸ਼ਰ ਹੁੰਦਾ ਆ। ਜਿਹੜੇ ਟਰੱਕ ਡਰਾਈਵਰਸ ਆ, ਉਹ ਅਮਰੀਕਾ 'ਚ ਜਾਂਦੇ, ਆਪਾਂ ਨੂੰ ਪਤਾ ਅਮਰੀਕਾ 'ਚ ਅੱਜ ਕਿੱਦਾਂ ਫੈਲਿਆ ਹੋਇਆ ਆ। ਉਹਨਾਂ ਨੂੰ ਬਹੁਤ ਹੀ ਪਰਹੇਜ਼ ਰੱਖਣਾ ਪੈਂਦਾ ਆ। ਉਹ ਕਿਉਂ ਕਰਦੇ ਆ? ਫॉर ਫੂਡ ਐਂਡ ਫॉर ਇਕੋਨਮੀ। ਆਪਣਾ ਉਹ ਵੀ ਫਰੰਟ ਲਾਈਨ ਵਰਕਰਸ ਆ। ਸਾਡੇ ਪੁਲਿਸਮੈਨ, ਫਾਇਰ ਫਾਈਟਰਸ, ਐਂਬੂਲੈਂਸ ਡਰਾਈਵਰਸ, ਬਹੁਤ ਸਾਰੇ ਹੈਗੇ ਆ ਜਿਹੜੇ ਬਿਜ਼ਨਸਿਸ ਅੱਜ ਚਾਲੂ ਆ, ਜਿਹੜੇ ਮਾਸਕਸ ਬਣਾ ਰਹੇ ਆ। ਦੇ ਆਰ ਆਲ ਵਰਕਿੰਗ, ਰਾਈਟ? ਉਹਨਾਂ ਦੇ ਲਈ ਤਾਂ ਮੇਰੇ ਕੋਲ ਲਫ਼ਜ਼ ਹੀ ਹੈ ਨਹੀਂ। ਜਿਹੜਾ ਕੋਈ ਲਫ਼ਜ਼ ਅਸੀਂ ਟੋੜਾਂਗੇ ਉਹ ਕੰਮ ਲੱਗੂਗਾ। ਪਰ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਅਪਰੀਸ਼ੀਏਟ ਕਰਦੇ ਆ। ਤੇ ਜਦੋਂ
ਠੰਡਾ ਟਾਈਮ ਆਇਆ ਉਦੋਂ ਆਪਾਂ ਨੂੰ ਸੋਚਣਾ ਪੈਣਾ ਵੀ ਅਸੀਂ ਆਪਣੇ ਸਮਾਜ ਦੇ ਵਿੱਚ ਕਿਸ ਚੀਜ਼ ਨੂੰ ਵੈਲਿਊ ਕਰਦੇ ਹਾਂ। ਅਸੀਂ ਬਹੁਤ ਚਿਰ ਹੋ ਗਿਆ ਵਧੀਆ ਕੱਪੜੇ, ਵੱਡੇ ਵੱਡੇ ਕੱਪੜੇ, ਪੈਸੇ ਲਾ ਕੇ ਵੱਡੇ ਵੱਡੇ ਘਰ, ਵੱਡੀਆਂ ਵੱਡੀਆਂ ਕਾਰਾਂ, ਵੱਡੇ ਬੈਂਕ ਅਕਾਊਂਟਸ, ਤੇ ਹੁਣ ਪਤਾ ਲੱਗਦਾ ਵੀ ਸਭ ਤੋਂ ਜ਼ਿਆਦਾ ਕੀਮਤੀ ਕਿਹੜੀ ਚੀਜ਼ ਹੈਗੀ ਹੈ। ਸਾਰੇ ਬਰਾਬਰ ਆ ਇਸ ਵਕਤ ਵਾਇਰਸ ਦੇ ਸਾਹਮਣੇ, ਬਰਾਬਰ ਇਸ ਤਰ੍ਹਾਂ ਵੀ ਹਰੇਕ ਨੂੰ ਹੋ ਸਕਦਾ ਹੈ, ਪਰ ਜਿਨ੍ਹਾਂ ਕੋਲ ਪੈਸਾ ਉਹਨਾਂ ਦੇ ਕੋਲ ਫਿਰ ਵੀ ਹੋਰ ਸਹੂਲਤਾਂ ਹੈਗੀਆਂ ਆ। ਸੋ ਇਹ ਵਕਤ ਹੈਗਾ ਵੀ ਪਹਿਲਾਂ ਅਸੀਂ ਬਿਮਾਰੀ ਦਾ ਹੱਲ ਕਰੀਏ, ਫਿਰ ਸਾਨੂੰ ਵੀ ਸਮਾਜ ਸੋਚਣਾ ਪੈਣਾ। ਮੈਂ ਬਹੁਤ ਵਾਰੀ ਸੋਚਦੀ ਹੁੰਦੀ ਜਦੋਂ ਨਿੱਕੇ ਹੁੰਦੇ ਸੀਗੇ ਸਾਨੂੰ ਕੀ ਸਿਖਾਇਆ ਗਿਆ ਸੀਗਾ, ਵੀ ਵਜਵੇ ਦੇ ਲੱਗਦਾ ਸੀ ਉਹ ਕਈ ਚੀਜ਼ਾਂ ਭੁੱਲ ਗਏ ਆ, ਵੀ ਸਾਨੂੰ ਫਿਰ ਚੇਤਾ ਕਰਨਾ ਪੈਣਾ ਆ ਤੇ ਬੱਚਿਆਂ ਨੂੰ ਵੀ ਸਿਖਾਉਣਾ ਪੈਣਾ ਆ ਵੀ ਸਮਾਜ ਵਿੱਚ ਰਹਿਣਾ, ਕਮਿਊਨਿਟੀ ਸਰਵਿਸ ਕੀ ਹੁੰਦੀ ਆ, ਸੇਵਾ ਕੀ ਹੁੰਦੀ ਆ, ਤੇ ਵੀ ਲਾਈਫ ਦੇ ਵਿੱਚ ਕਿਹੜੀ ਚੀਜ਼ ਇੰਪੋਰਟੈਂਟ ਆ। ਅਸੀਂ ਸਰਕਾਰਾਂ ਨੇ, ਮੈਂ ਕਿਸੇ ਸਰਕਾਰ ਦਾ ਨਾਂ ਨਹੀਂ ਲੈਣਾ ਚਾਹੁੰਦੀ, ਇਹ ਵਕਤ ਨਹੀਂਗਾ, ਪਰ ਅਸੀਂ ਜਿਹੜੇ ਹੈਲਥ ਕੇਅਰ ਵਰਕਰ ਸੀਗੇ ਉਹਨਾਂ ਦੀ ਪੇ ਇੰਨੀ ਕੰਮ ਕਰ ਦਿੱਤੀ ਸੀਗੀ, ਸਮ ਆਫ ਦਮ ਲੋਸਟ 50% ਉਹਨਾਂ ਦੀ ਪੇ ਘਟਾ ਦਿੱਤੀ ਸੀਗੀ ਓਵਰਨਾਈਟ ਲੈਜਿਸਲੇਸ਼ਨ ਪਾਸ ਕਰਕੇ। ਫਿਰ ਅਸੀਂ ਸੋਚਦੇ ਆ ਬਾਜੇ ਵੇਲੇ, ਹੁਣ ਅਸੀਂ ਉਹਨਾਂ ਲੋਕਾਂ ਨੂੰ ਹੀ ਕਹਿੰਦੇ ਆ ਤੁਸੀਂ ਜਾਓ ਮੋਹਰੇ ਹੋ ਕੇ ਆਪਣੀ ਜਾਨ ਖਤਰੇ ਦੇ ਵਿੱਚ ਪਾਵੋ। ਜਦੋਂ ਮੈਂ ਟੀਚਰ ਸੀਗੀ ਸਦਾ ਹੀ ਸੋਚਦੀ ਹੁੰਦੀ ਸੀਗੀ ਵੀ ਜਿਹੜਾ ਵੀ ਕੋਈ ਹਾਕੀ ਪਲੇਅਰ ਹੋਵੇ ਨਾ, ਅਸੀਂ ਉਹਨੂੰ ਟੀਚਰਾਂ ਤੋਂ ਤੇ ਜਿਹੜੇ ਆਪਣੇ ਨਰਸਿਸ ਆ, ਡਾਕਟਰਸ ਆ, ਉਹਨਾਂ ਤੋਂ ਆਪਾਂ ਬਹੁਤ ਜ਼ਿਆਦਾ ਹੀ ਅਹਿਮੀਅਤ ਦਿੰਦੇ ਆ ਕਰਕੇ ਆਪਾਂ ਉਹਨਾਂ ਨੂੰ ਖੁੱਲੇ ਦਿਲ ਤੋਂ ਪੈਸੇ ਉਹ ਕਮਾਉਂਦੇ ਆ, ਮਿਲੀਅਨਸ। ਅਸੀਂ ਕਦੀ ਨਹੀਂ ਕਹੀਦਾ ਉਹ ਜ਼ਿਆਦਾ ਕਮਾਉਂਦੇ, ਪਰ ਇਸ ਕਰਕੇ ਆਪਾਂ ਨੂੰ ਸੋਚਣਾ ਪੈਣਾ ਵੀ ਸਾਨੂੰ ਕਿਸ ਤਰ੍ਹਾਂ ਦਾ ਸਮਾਜ ਚਾਹੀਦਾ, ਵੀ ਤਨਖਾਹਾਂ ਅਸੀਂ ਕਿਸ ਤਰ੍ਹਾਂ ਦੀਆਂ ਦਿੰਦੇ ਆ। ਜਿਹੜੇ ਸਾਡੇ ਗਰੋਸਰੀ ਸਟੋਰ ਵਿੱਚ ਵੀ ਕੰਮ ਕਰਦੇ ਆ, ਇਜ਼ ਦੈਟ ਰਾਈਟ ਫॉर them, ਇਜ਼ ਦੈਟ ਇਨਫ? ਤੇ ਇੱਕ ਬਹੁਤ ਵੱਡਾ ਸਵਾਲ ਵੀ ਉੱਠ ਗਿਆ ਆ ਵੀ ਹਰੇਕ ਇਨਸਾਨ ਨੂੰ ਕਿੰਨੇ ਕੁ ਪੈਸੇ ਚਾਹੀਦੇ ਆਪਣੇ ਘਰ ਚਲਾਉਣ ਨੂੰ। ਇਹ ਨਹੀਂ ਵੀ ਵੱਡੇ ਵੱਡੇ, ਮੈਂ ਸੋਚਦੀ ਹਾਂ ਵੀ ਆਮ ਇਨਸਾਨ ਨੂੰ ਜਿਹੜਾ ਸਵੇਰ ਨੂੰ ਉੱਠ ਕੇ ਕੰਮ ਕਰਨ ਜਾਂਦਾ, ਸਾਰਾ ਦਿਨ ਮਿਹਨਤ ਕਰਦਾ ਆ, ਉਹਦਾ ਹੱਕ ਹੋਣਾ ਚਾਹੀਦਾ ਖਾਣੇ ਤੇ, ਰੂਫ ਓਵਰ ਹਿਸ ਹੈਡ, ਘਰ ਲਈ ਰੋਟੀ ਕੱਪੜਾ ਮਕਾਨ ਆਪਣੇ ਕਹਿ ਦਿੰਦੇ ਆ ਨਾ, ਬਹੁਤ ਸੌਖਾ ਜਿਹਾ ਆ। ਤੇ ਪਰ ਇਹ ਹੀ ਆ, ਤੇ ਇੱਕ ਦੋ ਹੌਲੀਡੇ ਵੀ ਕਰ ਲਵੇ ਉਹ ਵੀ ਮਾੜਾ ਕੰਮ ਨਹੀਂ, ਕਰਕੇ ਉਹਨੂੰ ਵੀ ਛੁੱਟੀ ਦੀ ਲੋੜ ਹੁੰਦੀ ਆ। ਸੋ ਇਸ ਕਰਕੇ ਆਪਾਂ ਨੂੰ ਆਪਣੇ ਸੋਸਾਇਟਲ ਵੈਲਿਊਜ਼ ਦੇ ਉੱਪਰ ਧਿਆਨ ਦੇਣਾ ਪੈਣਾ। ਚੇਂਜਸ ਬਹੁਤ ਆਣਗੇ ਨੈਕਸਟ ਕਮਿੰਗ ਡੇਜ਼ ਦੇ ਵਿੱਚ, ਲਾਈਫਸਟਾਈਲ ਦਾ ਚੇਂਜ ਆ ਜਾਏਗਾ। ਹੁਣ ਅਸੀਂ ਮਾਲਸ ਤੋਂ ਬਿਨਾ ਰਹਿ ਰਹੇ ਹੈਗੇ ਆ, ਸਾਡਾ ਸਰ ਰਿਹਾ ਹੈਗਾ ਆ, ਵੱਡੀਆਂ ਸ਼ਾਪਿੰਗ ਕੀਤੇ ਤੋਂ ਬਿਨਾ ਸਰ ਰਿਹਾ ਹੈਗਾ ਆ, ਸਾਡਾ ਰੈਸਟੋਰੈਂਟ ਦੇ ਵਿੱਚ ਉਹ ਵੀ ਬਿਜ਼ਨਸ ਹੈਗਾ ਆ, ਪਰ ਫਿਰ ਵੀ ਅਸੀਂ ਬਹੁਤ ਘੱਟ ਗਏ ਹੈਗੇ ਆ, ਆਪਦੀ ਹੈਲਥ ਵੱਲ ਧਿਆਨ ਦੇਣ ਲੱਗ ਗਏ ਹੈਗੇ ਆ, ਅਸੀਂ ਆਪਣੇ ਹੱਥਾਂ ਦੇ ਨਾਲ ਕੁੱਕ ਕਰਨ ਲੱਗ ਗਏ ਹੈਗੇ ਆ। ਸੋ ਬਹੁਤ ਚੀਜ਼ਾਂ ਜਿਹੜੀਆਂ ਉਹ ਬਦਲਣਗੀਆਂ ਬਹੁਤ। ਹੁਣ ਸਾਰਿਆਂ ਨੂੰ ਜਿੱਦਾਂ ਹੁਣ ਸਿਨੇਮਾਜ਼ ਦਾ ਟ੍ਰੈਂਡ ਹੈਗਾ ਉਹ ਚੇਂਜ ਹੋ ਜਾਏਗਾ, ਸੋ ਬਹੁਤ ਕੁਝ ਚੇਂਜ ਹੋ ਜਾਏਗਾ। ਪਰ ਹੁਣ ਕੰਸਰਨ ਅਸੀਂ ਕਰ ਰਹੇ ਹੈਗੇ ਆ ਆਪਣੇ ਬਜ਼ੁਰਗਾਂ ਦਾ, ਕਿਉਂਕਿ ਇਹ ਜਿਹੜਾ ਇਮਿਊਨ ਸਿਸਟਮ ਜਿਹੜਾ ਘੱਟ ਹੁੰਦਾ ਹੈਗਾ ਉਹ ਜ਼ਿਆਦਾ ਬਜ਼ੁਰਗਾਂ ਦੇ ਵਿੱਚ ਹੁੰਦਾ, ਤੇ ਇਸ ਬਿਮਾਰੀ ਜਿਹੜੀ ਕੈਚ ਕਰ ਰਹੇ ਹੈਗੇ ਉਹ ਵੀ ਸਾਡੇ ਬਜ਼ੁਰਗ ਕਰ ਰਹੇ ਹੈਗੇ ਆ। ਲੌਂਗ ਟਰਮ ਕੇਅਰ ਹੋਮਸ ਦੇ ਲਈ ਫੰਡਿੰਗਸ ਵੀ ਦਿੱਤੀਆਂ ਜਾ ਰਹੀਆਂ, ਚਾਹੇ ਫੈਡਰਲ ਗਵਰਨਮੈਂਟ ਹੈਗੀ ਆ, ਚਾਹੇ ਪ੍ਰੋਵਿੰਸ਼ੀਅਲ ਗਵਰਨਮੈਂਟ ਹੈਗੀ ਆ, ਹਰ ਕੋਈ ਉਹਨਾਂ ਦੀ ਟੇਕ ਕੇਅਰ ਕਰਨ ਦੇ ਲਈ, ਉਹਨਾਂ ਦੀ ਕੇਅਰ ਹੋਮਸ ਦੇ ਲਈ ਫੰਡਿੰਗ ਦੇ ਰਿਹਾ ਹੈਗਾ ਆ। ਜਿਹੜੀ BC ਦੇ ਵਿੱਚ ਫੰਡਿੰਗ ਦਿੱਤੀ ਗਈ ਆ ਉਹ COVID-19 ਤੋਂ ਬਾਅਦ ਚੇਂਜ ਹੋ ਜਾਏਗੀ, ਉੱਦਾਂ ਦੀ ਹੀ ਰਹੇਗੀ? ਸੋ ਕੀ ਅੱਗੇ ਹੋਣ ਵਾਲਾ ਹੈਗਾ? ਬਹੁਤ ਕੁਝ ਸੋਚਣਾ ਪੈਣਾ ਸਰਕਾਰਾਂ ਨੂੰ ਵੀ ਤੇ ਆਪਾਂ ਸਾਰਿਆਂ ਨੂੰ ਸਮਾਜ ਬਣ ਕੇ ਵੀ। ਦੇਖੋ, ਜਿਹੜੀ ਤਨਖਾਹ ਸਾਡੇ ਲੌਂਗ ਟਰਮ ਖੈਸ ਜਿਹੜੇ ਕੰਮ ਕਰਦੇ ਸੀਗੇ ਉਹਨਾਂ ਨੂੰ ਮਿਲਦੀ ਸੀਗੀ ਬਹੁਤ ਘੱਟ ਸੀਗੀ, ਆਪਾਂ ਨੂੰ ਪਤਾ ਹੈ। ਉਨੀ ਘੱਟ ਵੀ ਨਹੀਂ ਸੀਗੀ, ਉਹਨਾਂ ਨੂੰ ਥੋੜ੍ਹੇ ਕੁ ਘੰਟੇ ਇੱਕ ਫੈਸਿਲਿਟੀ ਵਿੱਚ, ਥੋੜ੍ਹੇ ਘੰਟੇ ਦੂਸਰੇ ਫੈਸਿਲਿਟੀ ਵਿੱਚ, ਕਦੀ ਇੱਥੇ ਜਾਵੋ ਕਦੀ ਉੱਥੇ ਜਾਵੋ, ਅੱਧਾ ਟਾਈਮ ਤਾਂ ਉਹਨਾਂ ਦਾ ਮੈਨੂੰ ਇਹ ਰੋਡ ਤੇ ਲੰਘ ਜਾਂਦਾ ਹੁੰਦਾ ਸੀਗਾ। ਸੋ ਇਸ ਕਰਕੇ ਮੈਂ ਬਹੁਤ ਰਿਸਪੈਕਟ ਕਰਦੀ ਹਾਂ ਏਡਰੀਅਨ ਡਿਕਸ ਦੀ, ਮਿਨਿਸਟਰ ਆਫ ਹੈਲਥ। ਉਹਨਾਂ ਨੇ ਕੰਸੋਲੀਡੇਟ ਕਰ ਦਿੱਤਾ ਵੀ ਤੁਸੀਂ ਸਿਰਫ ਇੱਕ ਜਗ੍ਹਾ ਕੰਮ ਕਰ ਸਕਦੇ ਆ, ਤੇ ਉਹਨਾਂ ਦੀ ਵੇਜ ਵੀ ਟੌਪ ਅਪ ਕਰ ਦਿੱਤੀ ਸੀਗੀ ਵੀ ਜਿੰਨਾ ਚਿਰ ਐਡਜਸਟਮੈਂਟ ਨਹੀਂ ਹੁੰਦੀ ਵੀ ਉਹਨਾਂ ਦੇ ਪੂਰੇ ਘੰਟੇ ਨਹੀਂ ਉੱਥੇ ਹੁੰਦੇ ਜਦ ਤੱਕ ਉਹ ਹੋ ਜਾਊਗਾ। ਇੱਕ ਸਾਨੂੰ ਅੱਗੇ ਵੀ ਰਿਪੋਰਟਸ ਨਿਕਲੀਆਂ ਸੀਗੀਆਂ ਵੀ ਕਾਫੀ ਕੰਮ ਕਰਨ ਵਾਲਾ ਹੈਗਾ ਲੌਂਗ ਟਰਮ ਕੇਅਰ ਫੈਸਿਲਿਟੀਜ਼ ਦੇ ਵਿੱਚ। ਆਹ ਹਾਦਸਾ ਹੁਣ ਅਸੀਂ ਅੱਜ ਦੇਖੀਦਾ ਕਬੈਕ ਵਿੱਚ, ਉੱਥੇ ਆਰਮੀ ਹੈਜ਼ ਬੀਨ ਕਾਲਡ ਇਨ। ਅੱਜ ਪਹਿਲੀ ਵਾਰ ontario ਨੇ ਆਰਮੀ ਰਿਕੁਐਸਟ ਕੀਤੀ ਹੈ ਤੇ ਉੱਥੇ ਅੱਜ ਆਰਮੀ ਪਹੁੰਚ ਜਾਣੀ, 1000 ਮਿਲਟਰੀ ਪਹੁੰਚ ਜਾਣੀ ਹੈ।
ਕਦੀ ਸੋਚਿਆ ਨਹੀਂ ਸੀਗਾ ਵੀ ਸਾਡੀ ਬਜ਼ੁਰਗਾਂ ਦੀ ਦੇਖਭਾਲ ਲਈ ਸਾਨੂੰ ਫੌਜੀ ਵਰਤਣੇ ਵਰਤਣੇ ਪੈਣਗੇ, ਪੈਣਗੇ। ਰਾਈਟ, ਫੌਜ ਵਰਤਣੀ ਪਊਗੀ। ਸੋ ਇਸ ਕਰਕੇ ਬਹੁਤ ਕੁਝ ਕਰਨ ਵਾਲਾ ਹੈਗਾ ਆ। ਹੁਣ ਤਾਂ ਇਮਰਜੈਂਸੀ ਵਿੱਚ ਨਹੀਂ ਤੁਸੀਂ ਸਾਰੀ ਸਿਸਟਮ ਨੂੰ ਓਵਰਹੋਲ ਕਰ ਸਕਦੇ, ਪਰ ਆਪਾਂ ਸਿੱਖਣਾ ਬਹੁਤ ਆ ਇਹਨਾਂ ਦਿਨਾਂ ਦੇ ਵਿੱਚੋਂ ਵੀ ਗਾਂ ਕਿਸ ਤਰ੍ਹਾਂ ਦੀ ਸਿਸਟਮ ਹੋਣੀ ਚਾਹੀਦੀ ਆ। quebec ਦੇ ਵਿੱਚ ਆਪਾਂ ਦੇਖਿਆ ਵੀ ਜਿਹੜੇ ਪ੍ਰਾਈਵੇਟ ਨਰਸਿੰਗ ਹੋਮ ਸੀਗੇ, ਹਰੇਕ ਪ੍ਰਾਈਵੇਟ ਨਰਸਿੰਗ ਹੋਮ ਮਾੜਾ ਨਹੀਂ, ਇਹ ਵੀ ਆਪਾਂ ਨੂੰ ਮੰਨਣਾ ਪੈਣਾ ਆ। ਪਰ ਉਹ ਜਿਹੜੇ ਉੱਥੇ ਸੀਗੇ ਉਹਨਾਂ ਦੇ ਜਿਹੜੇ ਆਪਾਂ ਹਾਲ ਦੇਖੇ, ਬਿਲਕੁਲ ਤੇ ਅੱਖਾਂ 'ਚੋਂ ਪਾਣੀ ਆਈ ਜਾਂਦਾ ਸੀਗਾ ਵੀ ਆ ਕਿੱਦਾਂ ਹੋ ਸਕਦਾ ਆ। ਇੱਕ ਕਹਾਵਤ ਹੁੰਦੀ ਸੀਗੀ ਵੀ ਜਿਹੜਾ ਵੀ ਮੁਲਕ ਹੈਗਾ ਆ ਤੁਸੀਂ ਉਹਨੂੰ ਉੱਦਾਂ ਜੱਜ ਕਰੋ ਵੀ ਕਿਸ ਤਰੀਕੇ ਦੇ ਨਾਲ ਉਹ ਆਪਣੇ ਬੱਚਿਆਂ ਨੂੰ, ਆਪਣੇ ਬਜ਼ੁਰਗਾਂ ਨੂੰ, ਆਪਣੇ ਮਰੀਜ਼ਾਂ ਨੂੰ, ਤੇ ਜਿਹੜੇ ਆਪਣੇ ਆਪ ਨੂੰ ਨਹੀਂ ਸੰਭਾਲ ਸਕਦੇ ਉਹਨਾਂ ਦੀ ਦੇਖਭਾਲ ਕਰਦੇ ਆ। ਜਦੋਂ ਮੈਂ ਉਹ ਦੇਖਿਆ ਮੈਂ ਸੋਚਿਆ ਵੀ ਇੰਨਾ ਅਮੀਰ ਮੁਲਕ ਆਹ ਕੁਛ ਹੋ ਰਿਹਾ ਸੀ, ਪਤਾ ਹੀ ਨਹੀਂ ਲੱਗਾ। ਸੋ ਸਾਡੇ ਕੋਲ BC ਵਿੱਚ ਅਸੀਂ ਕਾਫੀ ਇੰਪਰੂਵਮੈਂਟਸ ਲਿਆਂਦੀਆਂ ਸੀਗੀਆਂ ਇਹਦੇ ਹੋਣ ਤੋਂ ਪਹਿਲਾਂ ਵੀ, ਕੋਵਿਡ ਹੋਣ ਤੋਂ ਪਹਿਲਾਂ ਵੀ ਤੇ ਬਾਅਦ ਵੀ, ਹਾਲੇ ਵੀ ਪੂਰਾ ਜ਼ੋਰ ਲੱਗਾ ਆ। ਪਰ ਸਿਸਟਮ ਓਵਰਹੋਲ ਕਰਨੀ ਪੈਣੀ ਆ, ਬਟ ਦੈਟ ਵਿਲ ਬੀ ਆਫਟਰਵਰਡਸ। ਐਂਡ ਏਡਰੀਅਨ ਡਿਕਸ ਐਕਸਪਰਟ ਹੈਗਾ ਆ, ਮੈਨੂੰ ਪਤਾ ਵੀ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰੂਗਾ। ਬਟ ਮੈਂ ਅੱਜ ਜ਼ਰੂਰ ਕਹੂੰਗੀ ਵੀ ਆਪਾਂ ਨੂੰ ਕੱਲਾ ਅੱਜ ਨਹੀਂ ਕਰਕੇ ਆਪਾਂ ਮੁਸ਼ਕਲ ਟਾਈਮ ਵਿੱਚ ਸੋਚਣਾ ਚਾਹੀਦਾ ਆ। ਇਹ ਜਦੋਂ ਟਾਈਮ ਚੱਲ ਗਿਆ ਫਿਰ ਆਪਾਂ ਨੂੰ ਸੋਚਣਾ ਚਾਹੀਦਾ ਵੀ ਸਾਨੂੰ ਕਿਸ ਤਰ੍ਹਾਂ ਦਾ ਸਮਾਜ ਚਾਹੀਦਾ ਹੈ। ਬਿਲਕੁਲ, ਤੇ ਬਹੁਤ ਸਾਰੇ ਲੋਕ ਵਰੀਡ ਹੈਗੇ ਨੇ ਸਿਚੁਏਸ਼ਨਸ ਨੂੰ ਲੈ ਕੇ, ਬਹੁਤ ਸਾਰੀਆਂ ਚੀਜ਼ਾਂ ਨੇ। ਤੇ ਹੁਣ ਇੱਥੇ ਜਦੋਂ ਅਸੀਂ ਇੰਸ਼ੋਰੈਂਸਸ ਦੀ ਗੱਲ ਕਰਦੇ ਹੈਗੇ, ਬਹੁਤ ਸਾਰੀਆਂ ਇੰਸ਼ੋਰੈਂਸਸ ਕੰਪਨੀਆਂ ਹੈਗੀਆਂ ਨੇ ਜਿਨ੍ਹਾਂ ਨੇ ਆਪਣੀਆਂ ਪੇਮੈਂਟਸ ਹਾਲਟ ਕਰ ਦਿੱਤੀਆਂ ਨੇ ਜਾਂ ਟਾਈਮ ਪੀਰੀਅਡ ਵਧਾ ਦਿੱਤਾ ਹੈਗਾ। ਹਰ ਕੋਈ ਆਪਣੇ ਆਪਣੇ ਲੈਵਲ ਤੇ ਕੰਮ ਕਰ ਰਿਹਾ ਹੈਗਾ ਹੈ, ਬਹੁਤ ਵਧੀਆ ਕੰਮ ਕਰ ਰਿਹਾ ਹੈਗਾ ਤਾਂ ਕਿ ਹਰ ਕੋਈ ਜਿਹੜਾ ਉਹ ਸਹੀ ਤਰ੍ਹਾਂ ਨਾਲ ਰਹਿ ਸਕੇ, ਇਸ ਪੈਂਡੈਮਿਕ ਤੋਂ ਅਸੀਂ ਓਵਰਕਮ ਕਰ ਲਈਏ। ਤੇ ਬਹੁਤ ਕੁਝ ਹੋ ਰਿਹਾ ਹੈਗਾ। ICBC ਦੀਆਂ ਜਿਹੜੀਆਂ ਹੁਣ ਅਨਾਉਂਸਮੈਂਟ ਆਈ ਸੀਗੀ ਕਿ ICBC ਦੇ ਵਿੱਚ ਜੋ ਕੈਂਸਲੇਸ਼ਨਸ ਹੋਈਆਂ ਸੀਗੀਆਂ ਉਹਨਾਂ ਨੂੰ ਵੇਵ ਕੀਤਾ ਜਾਵੇਗਾ। ਸੋ ਉਹਦੀ ਅਨਾਉਂਸਮੈਂਟ ਕੋਈ ਆਉਣ ਵਾਲੀ ਹੈਗੀ ਹੈ ਦੁਬਾਰਾ, ਕੀ ਸਿਚੁਏਸ਼ਨ ਹੈਗੀ ਹੈ? ਉਹ ਮੈਂ ਵੀ ਸੁਣਿਆ ਸੀਗਾ, ਅਸੀਂ ਫੋਨ ਵੀ ਕੀਤਾ ਸੀਗਾ ICBC ਵਾਲਿਆਂ ਨੂੰ, ਉਹ ਵਰਕਆਊਟ ਕਰ ਰਹੇ ਆ। ਆਉਂਦੇ ਦਿਨਾਂ ਦੇ ਵਿੱਚ ਅਨਾਉਂਸਮੈਂਟ ਉਹ ਕਰਨਗੇ। ਪਰ ਸਾਰੇ ਸਮਝਦੇ ਆ ਵੀ, ਮੈਂ ਆਪਣੇ ਘਰ ਦੀ ਗੱਲ ਕਰ ਲੈਂਦੀ ਹਾਂ, ਸਾਨੂੰ 2 ਕਾਰਾਂ ਦੀ ਇਸ ਵਕਤ ਜ਼ਰੂਰਤ ਹੈ ਨਹੀਂ। ਮੇਰਾ ਬੇਟਾ ਕਹਿੰਦਾ ਮਮ ਮੇਰੀ ਕਾਰ ਦੀ ਤਾਂ ਹੁਣ ਲੋੜ ਹੀ ਹੈ ਨਹੀਂ, ਹੀ ਇਜ਼ ਵਰਕਿੰਗ ਫਰਮ ਹੋਮ। ਯਾ ਤੇ ਉਹਨੇ ਤੇ ਆਪਣੀ ਕਾਰ ਦੀ ਇੰਸ਼ੋਰੈਂਸ ਕੈਂਸਲ ਕਰ ਦਿੱਤੀ। ਕਹਿੰਦਾ ਆਈ ਡੋਂਟ ਨੀਡ ਇਟ। ਕਹਿੰਦਾ ਯੂ ਵਰਕ ਫਰਮ ਹੋਮ, if I need a car I'll take your car। ਔਰ ਆਪਣਾ ਫਾਇਦਾ ਸੋਚਿਆ ਮੇਰਾ ਨੇ। no, so that's good। ਤੇ ਇੱਕ ਹੁਣ ਕਈ ਕਹਿੰਦੇ ਵੀ ਗੈਸ ਦੀ ਪ੍ਰਾਈਸ ਬਹੁਤ ਜ਼ਿਆਦਾ, ਮੈਂ ਕਹਿੰਦੀ ਇੰਨੀ ਲੋ ਪ੍ਰਾਈਸ ਤਾਂ ਆਪਾਂ ਦੇਖੀ ਨਹੀਂ ਕਿੰਨੇ ਸਾਲਾਂ ਦੇ ਵਿੱਚ। ਪਰ ਜਿਹੜੀ ਗੈਸ ਪ੍ਰਾਈਸ, ਪਰ ਇਹ ਵੀ ਹੈਗਾ ਵੀ ਲੋਕ ਇੰਨਾ ਹੁਣ ਟਰੈਵਲਿੰਗ ਨਹੀਂ ਕਰ ਰਹੇ। ਸੋ ਇਸ਼ੂਜ਼ ਆ ਐਵਰੀਵੇਅਰ। ਬਟ ਮਿਨਿਸਟਰ EB, ਅਟਾਰਨੀ ਜਨਰਲ EB ਨੇ ਕਿਹਾ ਸੀਗਾ ਵੀ ਗਾਹਾਂ ਦਿਨਾਂ ਦੇ ਵਿੱਚ ਕੁਝ ਅਨਾਉਂਸਮੈਂਟ ਕਰਨਗੇ। ਬਟ ਇਹ ਵਕਤ ਇੱਕਦਮ ਸਭ ਕੁਝ ਜਲਦੀ ਹੋ ਰਿਹਾ ਹੈ ਨਾ। ਅੱਜ ਵੀ ਆਪਾਂ ਜਾਈਏ, ਕਾਰਾਂ ਤਾਂ ਹੱਲੇ ਵੀ ਬਥੇਰੀਆਂ ਰੋਡ ਤੁਰੀਆਂ ਫਿਰਦੀਆਂ ਆ। ਐਂਕਸ਼ੀਅਸ ਹੈਗੇ ਆ ਲੋਕ ਕਿ ਛੇਤੀ ਤੋਂ ਛੇਤੀ ਕੰਮ ਹੋ ਜਾਵੇ, ਸਰਕਾਰਾਂ ਲੱਗੀਆਂ ਹੋਈਆਂ ਨੇ। ਹੁਣ ਬਾਹਰੋਂ ਜਿਹੜੇ ਲੋਕ ਆ ਰਹੇ ਸੀਗੇ, ਉਹਨੂੰ ਸਭ ਤੋਂ ਪਹਿਲਾਂ BC ਗਵਰਨਮੈਂਟ ਨੇ ਸਟਾਰਟ ਕੀਤਾ ਸੀ ਕਿ ਉਹਨਾਂ ਨੂੰ ਪਲਾਨ ਦੇਣਾ ਪੈਣਾ ਹੈਗਾ ਆਪਣਾ ਫਿਲ ਆਊਟ ਕਰਕੇ। ਉਸ ਤੋਂ ਬਾਅਦ ਕੈਨੇਡਾ ਗਵਰਨਮੈਂਟ ਨੇ ਇਹ ਸਾਰੇ ਕਿਤੇ ਹੀ ਜਿਹੜਾ ਇੰਪਲੀਮੈਂਟ ਕਰ ਦਿੱਤਾ ਸੀ ਕਿ ਸਾਨੂੰ ਆਪਣਾ ਜੋ ਆਈਸੋਲੇਸ਼ਨ ਪਲਾਨ ਹੈਗਾ ਆ ਉਹ ਸਬਮਿਟ ਕਰਨਾ ਪੈਣਾ ਹੈ। ਕਿ ਉਹ ਆਈਸੋਲੇਸ਼ਨ ਪਲਾਨ ਕਿੰਨੇ ਕੁ ਲੋਕ ਸਬਮਿਟ ਕਰ ਰਹੇ ਹੈਗੇ ਆ, ਕਿ ਉਸ ਪਲਾਨ ਤੋਂ ਬਾਅਦ ਕੁਝ ਚੇਂਜਸ ਦੇਖਣ ਨੂੰ ਮਿਲੇ ਹੈਗੇ ਆ। ਸੋ ਉਹ ਜਦੋਂ ਵੀ, ਕਿਉਂਕਿ ਬਹੁਤ ਲੋਕ ਆ ਰਹੇ ਹੈਗੇ ਆ, ਇੰਡੀਆ ਤੋਂ ਆ ਰਹੇ ਨੇ, ਹੋਰ ਕੰਟਰੀਜ਼ ਦੇ ਵਿੱਚੋਂ ਆ ਰਹੇ ਨੇ, ਸੋ ਉਹ ਫਿਲ ਆਊਟ ਹੋ ਰਹੇ ਹੈਗੇ ਆ। ਸੋ ਕੀ ਬਦਲਾਅ ਦੇਖਣ ਨੂੰ ਮਿਲਿਆ ਹੈਗਾ ਜਿਹੜੇ ਆ ਰਹੇ ਹੈਗੇ ਆ ਯਾਤਰਾ ਕਰਕੇ ਬਾਹਰੋਂ ਦੇਸ਼ਾਂ ਤੋਂ? ਦੇਖਿਆ, ਸਭ ਤੋਂ ਪਹਿਲਾਂ ਸਾਡੀ ਸਭ ਤੋਂ ਵੱਡੀ ਮੁਸ਼ਕਲ ਸੀਗੀ ਦ ਬਾਰਡਰ, ਵੀ ਉਹਨੂੰ ਕਿੱਦਾਂ ਸੀਲ ਕਰੀਏ। ਸਾਨੂੰ ਪਤਾ ਸੀਗਾ ਵੀ ਜਿਹਨਾਂ ਨੇ ਕੰਮ ਕਰਨ ਜਾਣਾ ਉਹਨਾਂ ਨੂੰ ਤਾਂ ਕਰੀ ਜਾਣਾ ਹੈ, ਪਰ ਇਸ ਹੋਣ ਤੋਂ ਪਹਿਲਾਂ ਵੀ ਸਾਨੂੰ ਫਿਕਰ ਸੀਗਾ ਵੀ ਜਿਹੜੇ ਬਾਹਰੋਂ ਲੋਕ ਆਉਂਦੇ ਆ, ਸਾਨੂੰ ਪਤਾ ਉਹਦੇ ਨਾਲ ਜ਼ਿਆਦਾ ਫੈਲ ਸਕਦੀ ਹੈ। ਫੈਡਰਲ ਸਰਕਾਰ ਬਹੁਤ ਕੰਮ ਕਰ ਰਹੀ ਸੀਗੀ, ਪਰ ਉਹਨਾਂ ਨੇ ਜਿਹੜਾ ਬਾਰਡਰ ਆ, ਉਹਨਾਂ ਕੋਲ ਔਨ ਦ ਗਰਾਊਂਡ ਵਰਕਰਸ ਉਸ ਵਕਤ ਹੈ ਨਹੀਂ ਸੀਗੇ। ਫਿਰ ਅਸੀਂ ਉਹਨਾਂ ਦਾ ਵੇਟ ਨਹੀਂ ਕੀਤਾ। ਅਸੀਂ ਕਿਹਾ ਵੀ ਅਸੀਂ ਰਿਕੁਆਇਰਮੈਂਟ ਕਰ ਦੇਣੀ ਆ। ਰਿਕੁਆਇਰਮੈਂਟ ਪਹਿਲਾਂ ਵੀ ਸੀਗੀ ਫॉर ਸੈਲਫ ਆਈਸੋਲੇਸ਼ਨ ਐਂਡ ਫॉर ਟੂ ਆਈਸੋਲੇਟ ਯੋਰਸੈਲਫ, ਪਰ ਉਹ ਲੋਕਾਂ ਦੇ ਔਨਰ ਸਿਸਟਮ ਤੇ ਸੀ। ਇਹ ਵੀ ਕਿਹਾ ਗਿਆ ਸੀਗਾ ਵੀ ਜੇ ਤੁਸੀਂ ਫੜੇ ਗਏ ਤੁਹਾਨੂੰ ਬਹੁਤ ਵੱਡਾ ਫਾਈਨ ਲੱਗੂਗਾ, ਅਪ ਟੂ 750,000। ਪਰ ਫਿਰ ਵੀ ਪਤਾ ਨਹੀਂ ਸੀਗਾ ਵੀ ਲੋਕ ਕਰਦੇ ਆ ਕਿ ਨਹੀਂ ਕਰਦੇ ਆ। ਤੇ ਬਾਜੀ ਵੇਲੇ ਇੱਕ ਦਿਨ ਮੈਨੂੰ ਬੈਂਕ ਤੋਂ ਹੀ ਫੋਨ ਆ ਗਿਆ
ਵੀ ਆ ਸਾਡੇ ਕੋਲ ਕਲਾਇੰਟ ਆਇਆ ਕਹਿੰਦਾ 2 ਦਿਨ ਹੋ ਗਏ ਤਾਂ ਇੱਥੇ ਬਾਹਰ ਆ ਕੇ ਤੁਰਿਆ ਫਿਰਦਾ ਹੈ ਰਾਈਟ। ਸੋ ਮੈਂ ਬਹੁਤ ਖੁਸ਼ ਸੀਗੀ ਵੀ ਪ੍ਰੀਮੀਅਰ ਹੋਗਰ ਨੇ ਕਹਿਤਾ ਵੀ ਜਿੰਨਾ ਚਿਰ ਫੈਡਰਲ ਸਰਕਾਰ ਤਿਆਰ ਨਹੀਂ ਹੁੰਦੀ ਜਦ ਤੱਕ ਅਸੀਂ ਆਪਣਾ ਪ੍ਰੋਗਰਾਮ ਸ਼ੁਰੂ ਕਰ ਦੇਣਾ ਆ। ਉਹ ਆ ਵੀ ਅਸੀਂ ਜਿਹੜਾ ਵੀ ਸਿਰਫ ਉਹ ਹੀ ਹੁਣ ਆ ਰਹੇ ਆ ਜਿਹੜੇ ਐਸੈਂਸ਼ੀਅਲ ਵਰਕਰਸ ਆ ਜਾਂ ਜਿਹੜੇ ਕੈਨੇਡੀਅਨਸ ਬਾਹਰ ਗਏ ਆ, ਹੋਰ ਕੋਈ ਨਹੀਂ ਆ ਰਿਹਾ। ਟੂਰਿਜ਼ਮ ਐਵਰੀਥਿੰਗ ਇਜ਼ ਡਨ। ਤੇ ਉਹਨਾਂ ਦੇ ਕੋਲ ਰਿਕੁਆਇਰਮੈਂਟ ਹੈਗੀ ਆ ਵੀ ਤੁਸੀਂ ਜਹਾਜ਼ ਚੜ੍ਹਨ ਤੋਂ ਪਹਿਲਾਂ ਆਪਣਾ ਆਈਸੋਲੇਸ਼ਨ ਪਲਾਨ ਬਣਾਵੋ। ਤੁਸੀਂ ਇੱਥੇ ਆਏ 에ਅਰਪੋਰਟ ਤੋਂ ਘਰ ਕਿੱਦਾਂ ਪਹੁੰਚਣਾ, ਤੁਹਾਡੀ ਗਰੋਸਰੀ, ਤੁਹਾਡੀ ਦਵਾਈ, ਤੇ ਤੁਸੀਂ ਕਿਸ ਤਰੀਕੇ ਦੇ ਨਾਲ ਰਹਿਣਾ ਆ। ਜੇ ਤੁਹਾਡੇ ਕੋਲ ਪਲਾਨ ਹੋਊਗਾ ਜਿਹੜਾ ਅਸੀਂ ਅਪਰੂਵ ਕਰਾਂਗੇ then you can go home. if you go home ਤੁਹਾਨੂੰ ਫੋਨ ਵੀ ਆਉਣਗੇ, ਸਪੌਟ ਚੈੱਕ ਵੀ ਹੋ ਸਕਦੇ ਆ, ਇਨਫੋਰਸਮੈਂਟ ਹੋਊਗੀ ਵੀ ਤੁਹਾਨੂੰ ਰਹਿਣਾ ਪੈਣਾ। ਜੇ ਤੁਸੀਂ ਆ ਗਏ ਵੀ ਸਾਨੂੰ ਤਸੱਲੀ ਨਹੀਂ ਵੀ ਤੁਹਾਡਾ ਆਈਸੋਲੇਸ਼ਨ ਪਲਾਨ ਇਜ਼ ਵਰਕੇਬਲ, ਵੀ ਇਹ ਤੁਸੀਂ ਕਰ ਸਕਦੇ ਆ, ਫਿਰ you will be taken and you will be self-isolated. You will not be going home. Because ਕਈਆਂ ਨੂੰ ਤਾਂ ਹੋਟਲਸ ਦੇ ਵਿੱਚ ਵੀ ਰਹਿਣ ਨੂੰ ਕਿਹਾ ਜਾ ਰਿਹਾ ਸੀਗਾ, but people were frustrated ਕਿ ਸਾਨੂੰ ਉਹਦਾ ਪੇ ਕਰਨਾ ਪੈ ਰਿਹਾ ਹੈਗਾ, so they were like ਨਹੀਂ ਅਸੀਂ ਆਪਣੇ ਘਰਾਂ ਦੇ ਵਿੱਚ ਹੀ isolate ਹੋ ਜਾਵਾਂਗੇ। So then they are taken and self-isolated. ਜਿੱਦਣ ਉਹਨਾਂ ਦੇ ਕੋਲ self-isolation plan ਹੋਵੇ ਉਦੋਂ ਘਰ ਨੂੰ ਤੋਰ ਦੇਈਦਾ ਹੈ, ਪਰ ਜੇ 14 ਦਿਨਾਂ ਲਈ ਨਹੀਂ then for 14 days they will stay there. ਦੇਖੋ ਹਰੇਕ ਘਰ ਦੇ ਵਿੱਚ ਐਸੀ ਜਗ੍ਹਾ ਹੈ ਨਹੀਂ ਜਿੱਥੇ ਤੁਸੀਂ ਕੋਈ ਬਾਹਰਲਾ ਜਿਹੜਾ ਗਿਆ ਆ ਉਹਨੂੰ ਪੂਰਾ ਸੈਪਰੇਸ਼ਨ ਦੇ ਸਕੋ। ਜੇ ਤੁਸੀਂ ਦੇ ਸਕਦੇ ਆ ਪਲੀਜ਼ ਕਰੋ। ਜੇ ਤੁਹਾਨੂੰ ਸੈਪਰੇਟ ਵਾਸ਼ਰੂਮ ਚਾਹੀਦਾ ਤਾਂ ਸੈਪਰੇਟ ਕਮਰਾ ਚਾਹੀਦਾ, ਬਾਕੀ ਸਭ ਕੁਝ ਤੁਸੀਂ ਸਾਰ ਸਕਦੇ ਆ। ਖਾਣਾ ਬਾਹਰ ਰੱਖ ਦਿਓ, ਜਦੋਂ ਦਰਵਾਜ਼ਾ ਤੁਸੀਂ ਪਰੇ ਚੱਲ ਜਾਓਗੇ ਉਹ ਦਰਵਾਜ਼ਾ ਖੋਲ ਕੇ ਖਾਣਾ ਅੰਦਰ ਲੈ ਜਾ ਸਕਦੇ ਆ। ਗਲਵਸ ਪਾ ਕੇ ਉਹ ਭਾਂਡੇ ਚੁੱਕੋ, ਧੋਵੋ, ਕਰ ਸਕਦੇ ਆ। ਇਹ ਨਹੀਂ ਵੀ ਤੁਸੀਂ ਫਿਰ ਬਾਹਰ ਵੋਕ ਲਈ ਚੱਲ ਜਾਣਾ, ਇਹ ਨਹੀਂ ਵੀ ਫਿਰ ਤੁਹਾਡੇ ਗ੍ਰੈਂਡ ਚਿਲਡਰਨ ਤੁਹਾਨੂੰ ਘਰ ਆ ਕੇ ਮਿਲ ਜਾਣ। Isolation means you do not meet anybody and nobody comes to meet you. but ਸਿਵਈ ਜੇ ਤੁਸੀਂ 2 ਜਾਣੇ ਇਕੱਠੇ ਟਰੈਵਲ ਕੀਤਾ ਆ ਫਿਰ ਤੁਸੀਂ ਇਕੱਠੇ ਘਰ 'ਚ ਰਹਿੰਦੇ ਆ, then you can do self isolation together. ਤੇ ਜੇ ਤੁਹਾਡੇ ਕੋਲ ਘਰ ਤੁਸੀਂ ਰਹਿ ਸਕਦੇ ਆ ਪਰ ਤੁਹਾਨੂੰ ਦਵਾਈ ਦੇਣ ਵਾਲਾ ਹੈ ਨਹੀਂ, then arrangements are made for that. ਜੇ ਤੁਹਾਨੂੰ ਗਰੋਸਰੀ ਚਾਹੀਦੀ ਆ ਅਰੇਂਜਮੈਂਟਸ ਵਿਲ ਬੀ ਮੇਡ ਫॉर दैट। ਸੋ ਸਰਕਾਰ ਤਾਂ ਜਿੰਨਾ ਕੁਝ ਕਰ ਸਕਦੀ ਆ ਕਰ ਰਹੀ ਆ, ਪਰ ਥੋੜੀ ਕੁ ਜ਼ਿੰਮੇਵਾਰੀ ਸਾਡੇ ਤੇ ਵੀ ਆਉਂਦੀ ਆ ਵੀ ਅਸੀਂ ਆਪਣੇ ਆਪ ਨੂੰ ਕਿੱਦਾਂ ਰੱਖੀਏ। ਮੈਂ ਹਰੇਕ ਨੂੰ ਕਹਿੰਦੀ ਆ ਵੀ ਤੁਸੀਂ ਇਹ ਨਾ ਸੋਚੋ ਵੀ ਸਾਨੂੰ ਹੋਰ ਕੋਈ COVID-19 ਦੇ ਦਊਗਾ। ਜੇ ਅਸੀਂ ਹਰੇਕ ਜਾਣਾ ਸੋਚੀਏ ਵੀ ਸਾਡੇ ਵਿੱਚ ਹੈਗੀ ਆ, ਵੀ ਅਸੀਂ ਹੋਰ ਕਿਸੇ ਦੀ ਜਾਨ ਖਤਰੇ 'ਚ ਨਹੀਂ ਪਾਉਣਾ ਚਾਹੁੰਦੇ, ਉਸ ਤਰ੍ਹਾਂ ਬਿਹੇਵ ਕਰੋ। ਜਦੋਂ ਤੁਸੀਂ ਇਦਾਂ ਕਰੋਗੇ ਫਿਰ ਨਾ ਤੁਹਾਨੂੰ ਹੋਊਗਾ ਵੀ ਮੈਂ ਆਪਣੀ ਦੋਤੀ ਨੂੰ ਮਿਲ ਲਵਾਂ, ਨਾ ਪੋਤੀ ਨੂੰ, ਨਾ ਪੋਤੇ ਨੂੰ, ਨਾ ਭਰਾ ਨੂੰ, ਨਾ ਭੈਣ ਨੂੰ। ਸੋ ਇਸ ਕਰਕੇ ਪਲੀਜ਼ if you've come in from another country, whether it's India or anywhere else, 14 days of self-isolation. If you get any signs, phone and get help. ਬਿਲਕੁਲ ਜਿਨੀ ਲਾਸਟ ਬਟ ਨਾਟ ਦ ਲੀਸਟ, ਹੁਣ ਇੰਡੀਆ ਦੇ ਵਿੱਚ ਗਏ ਸੀਗੇ, ਫੈਡਰਲ ਗਵਰਨਮੈਂਟ ਜਿਹੜਾ ਕੰਮ ਕਰ ਰਹੀ ਹੈਗੀ ਹੈ ਲੈ ਕੇ ਆਉਣ ਦੇ ਲਈ, ਬੀਇੰਗ ਐਨ MLA ਤੁਹਾਨੂੰ ਵੀ ਫੋਨ ਕਾਲਸ ਆਉਂਦੇ ਹੋਣਗੇ ਜਿਹੜੇ ਸਿਟੀਜ਼ਨਸ ਉੱਥੇ ਹੋ ਗਏ ਆ, ਤੇ ਸਭ ਤੋਂ ਜ਼ਿਆਦਾ ਜਿਹੜੇ ਕੰਸਰਨਡ ਹੈਗੇ ਆ ਇੰਡੀਆ ਦੇ ਵਿੱਚ ਖਾਸ ਕਰਕੇ ਉਹ ਹੈਗੇ ਨੇ PR, ਕਿ ਉਹਨਾਂ ਦੀ ਵਾਰੀ ਹਜੇ ਨਹੀਂ ਆ ਰਹੀ ਹੈਗੀ ਕਿਉਂਕਿ ਸਿਟੀਜ਼ਨਸ ਨੂੰ ਲਿਆਉਣ ਨੂੰ ਜ਼ੋਰ ਲੱਗਿਆ ਹੋਇਆ ਆ। ਸੋ ਉਹਨਾਂ ਦਾ ਵੀ ਕੰਸਰਨ ਹੈਗੇ ਨੇ। ਸੋ ਕੀ ਕੁਝ ਕੰਸਰਨ ਤੁਹਾਡੇ ਤੱਕ ਪਹੁੰਚ ਰਹੇ ਨੇ? ਸਭ ਤੋਂ ਪਹਿਲਾਂ ਕੰਸਰਨ ਮੇਰੇ ਕੋਲ ਆਉਂਦਾ, ਕਈ ਲੋਕ ਮੈਨੂੰ ਪੁੱਛਦੇ ਆ ਫੋਨ ਕਰਕੇ, ਬਾਜੇ ਵੇਲੇ ਟਾਈਮ ਡਿਫਰੈਂਸ ਹੈਗਾ, ਫੋਨ ਹਰੇਕ ਟਾਈਮ ਆ ਜਾਂਦੇ ਆ, ਤੇ ਇੱਕੋ ਹੀ ਗੱਲ ਕਹਿੰਦੇ ਵੀ ਭੈਣ ਜੀ ਅਸੀਂ ਇੱਥੇ ਆਏ ਆ, ਸਾਡੀ ਪੈਨਸ਼ਨ ਦਾ ਕੀ ਹੋਊਗਾ ਹੁਣ ਕਰਕੇ 6.5 ਮਹੀਨਿਆਂ ਤੋਂ ਉੱਪਰ ਟੱਪ ਜਾਣੇ ਆ। ਉਹਨਾਂ ਨੂੰ ਕਹੀਦਾ ਆ, ਪਹਿਲਾਂ ਅਸੀਂ ਪੁੱਛੀਦਾ ਆ ਫੈਡਰਲ ਨੂੰ, ਫਿਰ ਜਵਾਬ ਦੇਈਦਾ ਆ। ਉਹ ਕਹਿੰਦੇ ਵੀ ਉਹਦਾ ਐਕਸਟੈਂਸ਼ਨ ਮਿਲ ਜਾਊਗਾ। ਜੇ ਤੁਹਾਡਾ ਇੰਡੀਅਨ ਵੀਜ਼ਾ ਖਤਮ ਹੋਣ ਵਾਲਾ ਆ ਉਹਦਾ ਵੀ ਤੁਹਾਨੂੰ ਐਕਸਟੈਂਸ਼ਨ ਮਿਲ ਜਾਊਗਾ। ਜੇ ਤੁਹਾਡੇ ਤੁਸੀਂ ਉੱਥੇ ਬੈਠੇ ਆ ਵੀ ਤੁਸੀਂ ਕੰਮ ਤੇ ਮੁੜ ਕੇ ਆਉਣਾ ਸੀਗਾ ਪਰ ਤੁਸੀਂ ਆ ਨਹੀਂ ਸਕਦੇ, then you can apply for the federal benefit, right? ਉੱਥੇ ਬੈਠੇ ਹੀ ਅਪਲਾਈ ਕਰ ਸਕਦੇ ਆ, ਇੱਥੇ ਆਉਣ ਦੀ ਜ਼ਰੂਰਤ ਹੈ ਨਹੀਂਗੀ। ਜੇ ਤੁਹਾਨੂੰ ਹੋਰ ਹਰੇਕ ਬੈਨੀਫਿਟ ਤਾਂ ਤੁਸੀਂ ਉੱਥੇ ਬੈਠੇ ਸੋਚ ਕੇ ਕਰ ਸਕਦੇ ਆ। BC ਵੈਬਸਾਈਟ ਤੇ ਜਾਵੋ COVID-19 ਤੇ ਕੈਨੇਡੀਅਨ ਵੈਬਸਾਈਟ ਤੇ ਜਾਵੋ, ਉੱਥੇ ਉਹਨਾਂ ਦੀ ਵੀ ਸਾਈਟ ਸਪੈਸ਼ਲੀ ਫਿਰ COVID-19 ਹੈਗੀ ਆ, ਤੇ ਉਹ ਸਾਰੀਆਂ ਸਹੂਲਤਾਂ ਉੱਥੇ ਹੈਗੀਆਂ, ਤੁਸੀਂ ਅਪਲਾਈ ਕਰ ਸਕਦੇ ਆ। ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਆ, ਮੇਕ ਸ਼ੋਰ ਯੂ ਆਰ ਰਜਿਸਟਰਡ ਔਨ ਦ ਵੈਬਸਾਈਟ, ਫਿਰ ਤੁਹਾਨੂੰ
ਰੋਜ਼ ਮੈਨੂੰ ਲੱਗਦਾ ਹੈ ਮੈਨੂੰ ਆਉਂਦੇ ਆ ਰੋਜ਼ ਤੁਹਾਨੂੰ ਈਮੇਲ ਆਉਣਗੇ ਫਰਮ ਦ ਹਾਈ ਕਮਿਸ਼ਨਰ in India telling you what to do, how to book a flight, when the flights are arranged. ਦੇਖੋ ਕਾਫੀ ਲੋਕ ਬਾਹਰ ਬੈਠੇ ਆ ਕਾਫੀ ਸਾਡੇ ਫੈਮਿਲੀ ਮੈਂਬਰਸ ਵੀ ਬਾਹਰ ਬੈਠੇ ਇਸ ਵਕਤ ਤੇ ਆਪਣੇ ਹਰੇਕ ਦੇ ਘਰ ਵਿੱਚ ਕੋਈ ਨਾ ਕੋਈ ਤਾਂ ਹੈਗਾ ਹੀ ਆ ਬਿਲਕੁਲ ਕਾਫੀ ਫਲਾਈਟਸ ਆ ਹਟੀਆਂ ਕਾਫੀ ਆਉਣਗੀਆਂ ਪਰ ਆਪਾਂ ਨੂੰ ਇਹ ਵੀ ਸਮਝਣਾ ਪੈਣਾ ਇੰਡੀਆ ਵੈਂਟ ਔਨ ਅ ਲੋਕਡਾਊਨ ਨਾ ਕੋਈ ਫਲਾਈਟ ਲੈਂਡ ਕਰ ਸਕਦੀ ਸੀ ਨਾ ਕੋਈ ਲਿਫਟ ਆਫ ਕਰ ਸਕਦੀ ਸੀ ਸਾਡੇ ਇੱਧਰ ਵੀ ਰਿਸਟ੍ਰਿਕਸ਼ਨਸ ਹੋ ਗਏ ਤੇ ਲੋਕ ਦੋ ਥਾਂ ਹੀ ਫਸ ਗਏ ਕਈ ਆਪਣੇ ਕੈਨੇਡੀਅਨਸ ਹਰੇਕ ਮੁਲਕ ਵਿੱਚ ਫਸੇ ਪਏ ਆ ਇਸ ਵਕਤ ਪਰ ਪੰਜਾਬ ਦੇ ਵਿੱਚ ਕਾਫੀ ਹਾਈ ਨੰਬਰਸ ਹੈਗੇ ਨੇ ਸੋ ਜਿਸ ਤਰ੍ਹਾਂ ਮੈਂ ਸੁਣਦੀ ਆ ਤੇ ਮੈਨੂੰ ਦੱਸਿਆ ਗਿਆ ਆ ਵੀ ਫੈਡਰਲ ਸਰਕਾਰ ਪੂਰਾ ਜ਼ੋਰ ਲਾ ਰਹੀ ਆ ਫਲਾਈਟਸ ਹੁਣ ਡਾਇਰੈਕਟਲੀ ਅੰਮ੍ਰਿਤਸਰ ਤੋਂ ਵੀ ਆਉਣਗੀਆਂ ਦਿੱਲੀ ਤੋਂ ਵੀ ਆ ਰਹੀਆਂ ਆ ਬਾਕੀ ਕੋਨਸ ਵੀ ਹੈਗੇ ਆ ਇੰਡੀਆ ਦੇ ਜਿੱਥੇ ਆਪਣੇ ਲੋਕ ਬੈਠੇ ਆ ਉੱਥੋਂ ਵੀ ਆ ਰਹੀਆਂ ਆ ਪਰ ਕਾਫੀ ਹੁਣ ਕਹਿੰਦੇ ਆ ਵੀ ਫਲਾਈਟਸ ਮਹਿੰਗੀਆਂ ਬਹੁਤ ਹੈ ਦੇਖੋ ਕੋਈ ਨਹੀਂ ਆਇਆ ਹੁਣ ਤੱਕ ਜਿਨ੍ਹਾਂ ਨੂੰ ਆਪਣੀ ਫਲਾਈਟ ਦੇ ਪੈਸੇ ਨਹੀਂ ਦੇਣੇ ਪਏ ਕਰਕੇ ਪਰ ਫੈਡਰਲ ਸਰਕਾਰ ਨੇ $5,000 ਲੋਨ ਅਨਾਉਂਸ ਕੀਤੀ ਆ ਵੀ ਜੇ ਤੁਹਾਨੂੰ ਜ਼ਰੂਰਤ ਹੈਗੀ ਆ ਪਰ ਪਰਸਨ ਤੁਸੀਂ ਉਹ ਲੋਨ ਅਪਲਾਈ ਕਰ ਸਕਦੇ ਆ ਵਾਪਸ ਆਉਣ ਲਈ ਤੇ ਹੁਣ ਇਹ ਵੀ ਲੋਕ ਕਈ ਕਹਿੰਦੇ ਆ ਵੀ ਜਿਹੜਾ 2900 ਹੈਗਾ ਆ ਕਿਰਾਇਆ ਇਟਸ ਅ ਲੋਟ and plus taxes is 34 something ਯਾ ਮੈਂ ਮੰਨਦੀ ਆ ਬਹੁਤ ਜ਼ਿਆਦਾ ਆ ਪਰ ਤੁਸੀਂ ਸੋਚੋ ਵੀ ਜਹਾਜ਼ ਨੇ ਸਪੈਸ਼ਲੀ ਜਾਣਾ one way it's going to be empty ਫਿਰ ਉੱਥੋਂ ਲੈ ਕੇ ਆਉਣਾ ਇਹ ਵੀ ਹੈਗਾ ਆ ਵੀ ਜਿਹੜਾ 에ਅਰਪੋਰਟ ਤੱਕ ਕਾਸਟ ਆ ਜਿਹੜੇ ਕਾਸਟਸ ਹੈਗੇ ਆ ਫॉर ਸਟਾਫਿੰਗ ਓਵਰ ਔਨ ਦੈਟ ਅਦਰ ਸਾਈਡ ਫॉर ਓਪਨਿੰਗ ਕਾਫੀ ਹੁੰਦੇ ਜਦੋਂ ਤੁਸੀਂ 에ਅਰਪੋਰਟ ਨੂੰ ਚਲਾਉਂਦੇ ਆ ਡਿਊਰਿੰਗ ਦ ਲੋਕਡਾਊਨ ਉਹ ਸਭ ਕੁਝ ਵਿੱਚ ਪਾ ਕੇ ਮੈਨੂੰ ਨਹੀਂ ਪ੍ਰਾਈਸ ਕਿੱਦਾਂ ਸੈੱਟ ਹੁੰਦੀ ਆ ਇਹ ਤਾਂ ਫੈਡਰਲ ਨੂੰ ਹੀ ਪੁੱਛਿਓ ਪਰ ਮੈਨੂੰ ਪਤਾ ਆ ਵੀ ਜਿੰਨੀ ਵਾਰੀ ਵੀ ਮੈਂ ਫੋਨ ਕੀਤਾ ਆ ਟੂ ਫੈਡਰਲ MPs ਐਂਡ ਟੂ Ottawa the response ਸਦਾ ਹੀ ਰਹੀ ਆ ਵੀ ਅਸੀਂ ਬਹੁਤ ਮਿਹਨਤ ਕਰ ਰਹੇ ਹਾਂ ਐਂਡ ਪਰ ਆਪਣੇ ਕਾਫੀ ਲੋਕ ਹੈਗੇ ਆ ਜਿਹੜੇ ਉੱਥੇ ਉਹਨਾਂ ਨੂੰ ਮੈਂ ਆਪ ਫੋਨ ਕੀਤਾ ਆ ਵੀ ਤੁਸੀਂ ਇੱਥੇ ਹੈਗੇ ਆ ਵੀ ਤੁਸੀਂ ਠੀਕ ਆ ਜਿਹੜੇ ਮੇਰੀ ਰਾਈਡਿੰਗ ਵਿੱਚੋਂ ਆ ਜਾਂ ਮੇਰੇ ਜਾਣ ਪਛਾਣੇ ਆ ਉਹ ਕਹਿੰਦੇ ਅਸੀਂ ਠੀਕ ਆ ਅਸੀਂ ਇਸ ਵਕਤ ਆਉਣਾ ਨਹੀਂ ਚਾਹੁੰਦੇ ਸਾਨੂੰ ਪਲੇਨ ਵਿੱਚ ਬੈਠਣ ਦਾ ਜ਼ਿਆਦਾ ਖਤਰਾ ਲੱਗ ਰਿਹਾ ਹੈ ਰਾਈਟ ਕਈ ਕਹਿੰਦੇ ਲੋਕ ਅਸੀਂ ਆਪਣੇ ਫਾਰਮ ਤੇ ਬੈਠੇ ਆ ਸਾਡੀ ਪੂਰੀ ਲੋਕਡਾਊਨ ਆ ਸਾਨੂੰ ਸਾਡੀ ਸਿਹਤ ਠੀਕ ਠਾਕ ਆ ਪਰ ਕਈਆਂ ਆਉਣਾ ਚਾਹੁੰਦੇ ਆ they want to be at their home ਸੋ ਮੈਂ ਤਾਂ ਇਹੀ ਕਹੂੰਗੀ ਵੀ ਜਿਹੜਾ ਵੀ ਆਉਣਾ ਚਾਹੁੰਦਾ ਹੋਵੇ ਸਰਕਾਰ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਆ ਫੈਡਰਲ ਸਰਕਾਰ ਨੂੰ ਵੀ ਉਹਨਾਂ ਨੂੰ ਵਾਪਸ ਲੈ ਕੇ ਆਉਣ ਪਰ ਆਪਾਂ ਨੂੰ ਵੀ ਸਮਝਣਾ ਪੈਣਾ ਆ ਵੀ ਉਹ ਇੱਕ ਦਿਨ ਦੀ ਗੱਲ ਹੈ ਨਹੀਂ ਕਰਕੇ ਬਹੁਤ ਸਾਰੇ ਨੈਗੋਸ਼ੀਏਸ਼ਨਸ ਹੋਣੇ ਪੈਂਦੇ ਆ ਫਿਰ ਜਹਾਜ਼ ਚਾਲੂ ਕਰ ਸਕਦੇ ਆ ਆਪਾਂ ਲੋਕਡਾਊਨ ਦੇ ਵਿੱਚ ਤੇ ਕਾਫੀ ਕੰਡੀਸ਼ਨਸ ਵੀ ਹੋਣਗੇ ਮੈਂ ਤਾਂ ਇਸ ਕੰਮ ਦੇ ਵਿੱਚ ਪਈ ਵੀ ਨਹੀਂ ਕੀ ਹੈਗੀ ਮੈਂ ਤਾਂ ਸਾਰਿਆਂ ਨੂੰ ਇਹੀ ਕਹਿੰਦੀ ਹੁੰਦੀ ਪਹਿਲਾਂ ਆਪਣੇ ਆਪ ਨੂੰ ਰਜਿਸਟਰ ਕਰੋ ਫਿਰ ਮੇਕ ਸ਼ੋਰ ਯੂ ਆਰ ਪੇਇੰਗ ਅਟੈਂਸ਼ਨ ਤੇ ਮੈਂ ਆਪਣੇ ਲੋਕਲ MPs ਨੂੰ ਜੇ ਉਹਨਾਂ ਦੇ ਇਸ਼ੂਸ ਹੋਵੇ ਉਹਨਾਂ ਨੂੰ ਵੀ ਦੱਸ ਦਿੰਦੀ ਹੁੰਦੀ ਆ ਬਟ ਸਭ ਤੋਂ ਵੱਡੀ ਗੱਲ ਹੈਗੀ ਆ ਵੀ ਮੈਂ ਦੁੱਖ ਸਮਝਦੀ ਆ ਜਿਨ੍ਹਾਂ ਦੇ ਪਰਿਵਾਰ ਉੱਧਰ ਬੈਠੇ ਆ ਤੇ ਦੇਖੋ ਕਈਆਂ ਦੇ ਪਰਿਵਾਰ ਉੱਥੇ ਬੈਠੇ ਆ ਜਿਹੜੇ ਇੱਥੇ ਵਾਪਸ ਆ ਸਕਦੇ ਆ ਪਰ ਕਈ ਉਹ ਵੀ ਹੈਗੇ ਆ ਜਿਨ੍ਹਾਂ ਦੇ ਉੱਥੇ ਪਰਿਵਾਰ ਬੈਠੇ ਆ ਜਿਹੜੇ ਕਿਤੇ ਜਾ ਵੀ ਨਹੀਂ ਸਕਦੇ PR ਦਾ ਵੀ ਕੁਐਸਚਨਸ ਆਉਂਦੇ ਆ ਬੈਨੀਫਿਟਸ ਤੇ ਬਹੁਤ ਆਉਂਦੇ ਆ PRs ਦੇ ਤੇ ਇੱਕ ਬਹੁਤ ਆਉਂਦੇ ਆ ਜਿਹੜੇ ਵੀ ਆਪਣੇ ਵਰਕ ਪਰਮਿਟ ਤੇ ਆ ਬੈਨੀਫਿਟਸ ਤੇ ਮੈਂ ਉਹਨਾਂ ਨੂੰ ਹਰੇਕ ਨੂੰ ਇੱਕੋ ਹੀ ਸਲਾਹ ਦਿੰਦੀ ਹੁੰਦੀ ਮੈਂ ਕੋਈ ਸਪੈਸ਼ਲਿਸਟ ਹੈ ਨਹੀਂ ਨਾ ਮੈਂ ਕੋਈ ਗਲਤ ਇਨਫੋਰਮੇਸ਼ਨ ਦੇਣਾ ਚਾਹੁੰਦੀ ਆ ਇਸ ਕਰਕੇ ਵੈਬਸਾਈਟ ਤੇ ਜਾਵੋ ਅਪਲਾਈ ਕਰੋ ਜੇ ਤੁਸੀਂ ਕੁਆਲੀਫਾਈਡ ਹੋਵੋਗੇ ਤੁਹਾਨੂੰ ਮਿਲ ਜਾਣਾ ਪਰ ਇੱਕ ਗੱਲ ਜ਼ਰੂਰ ਕਹੂੰਗੀ ਸੱਚ ਦੱਸੋ ਡੂ ਇਟ ਟਰੂਥਫੁਲੀ but do it if you qualify ਤੁਹਾਨੂੰ ਮਿਲ ਜਾਣਾ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਕੁਆਲੀਫਾਈਡ ਹੋਣਾ ਚਾਹੀਦਾ ਹੈ ਪਰ ਤੁਹਾਨੂੰ ਮਿਲਦਾ ਨਹੀਂ ਫਿਰ ਕੰਟੈਕਟ ਕਰੋ ਆਪਣੇ MP ਨੂੰ ਜਾਂ MLA ਨੂੰ ਜਾਂ ਇੱਥੇ ਕਿਸੇ ਰਿਸ਼ਤੇਦਾਰ ਨੂੰ ਕਹਿ ਦਿਓ ਉਹ ਸਾਨੂੰ ਕੰਟੈਕਟ ਕਰ ਲਊਗਾ ਵੀ ਅਸੀਂ ਫਿਰ ਇਨਕੁਆਇਰੀ ਪਾ ਸਕਦੇ ਹਾਂ ਵੀ ਆ ਕਾਤੇ ਨਹੀਂ ਮਿਲਦਾ ਸੋ ਕੁੱਲ ਮਿਲਾ ਕੇ ਜਿਹੜੀ ਕਹਿ ਸਕਦੇ ਹਾਂ ਕਿ ਬੀ ਪੇਸ਼ੈਂਸ ਰੱਖੋ ਤੇ ਆਪਣੇ ਆਪ ਦਾ ਖਿਆਲ ਰੱਖੋ ਕਮਿਊਨਿਟੀ ਦਾ ਖਿਆਲ ਰੱਖੋ ਤੇ ਗਵਰਨਮੈਂਟ ਜਿਹੜੀ ਹੈਗੀ ਆ ਉਹ ਆਪਣਾ ਜ਼ੋਰ ਲਗਾ ਰਹੀ ਹੈਗੀ ਆ ਇੱਕ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪੈਂਡੈਮਿਕ ਹੈ
ਤੇ ਇਹ ਹੁਣ ਇੰਨੀ ਜਲਦੀ ਅਸੀਂ ਇਹਦੇ ਤੋਂ ਬਾਹਰ ਨਹੀਂ ਆਵਾਂਗੇ, ਟਾਈਮ ਲੱਗੂਗਾ ਸਾਨੂੰ ਓਵਰਕਮ ਕਰਨ ਦੇ ਲਈ। ਬਹੁਤ ਸਾਰੀਆਂ ਚੀਜ਼ਾਂ ਦੇ ਤੁਸੀਂ ਅੱਜ ਸਾਨੂੰ ਜਵਾਬ ਦਿੱਤੇ ਨੇ, ਟਾਈਮ ਸਾਡੇ ਕੋਲੇ ਉਨਾ ਹੀ ਹੈਗਾ, ਬਟ ਫਿਰ ਵੀ ਤੁਸੀਂ ਬਹੁਤ ਐਕਸਪਲੇਨੇਸ਼ਨ ਦੇ ਕੇ ਸਾਰੀਆਂ ਪਾਲਿਸੀਜ਼ ਗਵਰਨਮੈਂਟ ਵੱਲੋਂ ਕੀ ਆਈਆਂ ਨੇ, ਕੀ ਸਾਨੂੰ ਕਰਨਾ ਚਾਹੀਦਾ ਹੈਗਾ ਹੈ, ਕੀ ਬੱਚਿਆਂ ਨੂੰ ਕਰਨਾ ਚਾਹੀਦਾ ਹੈਗਾ ਹੈ, ਸੋ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ ਵੀ, ਤੇ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਵਿਊਅਰਸ ਹੈਗੇ ਨੇ ਉਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਗੇ। ਸੋ ਇੱਥੇ ਆਉਣ ਦੇ ਲਈ ਤੁਹਾਡਾ ਥੈਂਕ ਯੂ, ਤੇ ਜਿੱਦਾਂ ਇਸ ਇਮੋਸ਼ਨਲ ਟਾਈਮ ਦੇ ਵਿੱਚ ਵੀ ਤੁਸੀਂ ਸਾਡੇ ਲਈ ਕੰਮ ਕਰ ਰਹੇ ਆ, ਇਹਦੇ ਲਈ ਵੀ ਥੈਂਕ ਯੂ। ਥੈਂਕ ਯੂ ਵੈਰੀ ਮੱਚ। ਸਾਰਿਆਂ ਦੇ ਮੋਹਰੇ ਕੋਈ ਬੇਨਤੀ ਆ, ਇਹ ਵਕਤ ਹੈਗਾ ਆ ਜਦੋਂ ਅਸੀਂ ਇੱਕ ਦੂਸਰੇ ਦੇ ਉੱਪਰ ਉਂਗਲੀ ਘੱਟ ਉਠਾਈਏ ਤੇ ਰਲ ਮਿਲ ਕੇ ਸਾਰੇ ਕੰਮ ਕਰੀਏ। ਇਸ ਵਕਤ ਨਾ ਕੋਈ ਪਾਰਟੀ ਹੈਗੀ ਆ, ਨਾ ਕੋਈ MLA ਆ, ਨਾ ਕੋਈ MP ਆ ਵੀ ਇਸ ਪਾਰਟੀ ਦਾ ਉਸ ਪਾਰਟੀ ਦਾ ਅਸੀਂ ਇਕੱਠਿਆਂ ਨੇ ਕੰਮ ਨਹੀਂ ਕਰਨਾ। ਕਮਿਊਨਿਟੀ ਗਰੁੱਪਸ ਬਹੁਤ ਮਿਹਨਤ ਕਰ ਰਹੇ ਆ ਟੂ ਰੇਜ਼ ਅਵੇਅਰਨੈਸ, ਟੂ ਸਪੋਰਟ। ਮੈਨੂੰ ਪਤਾ ਇੱਥੋਂ ਤੁਸੀਂ ਵੀ ਲੋਕਾਂ ਦੇ ਘਰ ਰਾਸ਼ਨ ਦੇਣ ਜਾਂਦੇ ਆ, ਸੋ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਹਿੰਦੇ ਹੁੰਦੇ ਜਦੋਂ ਮੁਸ਼ਕਲ ਟਾਈਮ ਆਵੇ ਨਾ, ਉਦੋਂ ਆਪਾਂ ਨੂੰ ਇੱਕ ਦੂਸਰੇ ਦੀ ਜ਼ਰੂਰਤ ਹੁੰਦੀ ਆ, ਇੱਕ ਦੂਸਰੇ ਦਾ ਸਹਾਰਾ ਬਣੋ। ਜੇ ਕੋਈ ਖਿਝ ਵੀ ਜਾਂਦਾ ਆ, ਤੁਹਾਨੂੰ ਕੋਈ ਕੜਵੀ ਗੱਲ ਕਹਿ ਵੀ ਜਾਂਦਾ, ਵੀ ਸਮਝੋ ਵੀ ਉਹ ਤਕਲੀਫ ਦੇ ਵਿੱਚ ਹੈਗਾ ਆ, ਉਹਨੂੰ ਠੰਡੇ ਤਰੀਕੇ ਦੇ ਨਾਲ ਜਵਾਬ ਦੇਵੋ। ਇਹ ਨਾ ਕਰੋ ਵੀ ਤੂੰ ਇਹ ਕਿਹਾ ਸੀ ਮੈਂ ਤੈਨੂੰ ਹੁਣ ਆਹ ਕਹੂੰਗਾ। ਸੋ ਇਹੋ ਹੀ ਆ, ਆਪਾਂ ਰਲ ਮਿਲ ਕੇ ਇਸ ਬਿਮਾਰੀ ਦਾ ਸਾਹਮਣਾ ਕਰ ਸਕਦੇ ਹਾਂ, ਇਹਦੀ ਰੁਕਾਵਟ ਕਰ ਸਕਦੇ ਹਾਂ, ਤੇ ਹੋਰ ਕੋਈ ਹੱਲ ਇਸ ਵਕਤ ਹੈ ਨਹੀਂਗਾ। ਆਓ ਆਪਾਂ ਰਲ ਮਿਲ ਕੇ ਇੱਕ ਦੂਸਰੇ ਦਾ ਸਹਾਰਾ ਬਣੀਏ, ਇੱਕ ਦੂਸਰੇ ਕੋਲੋਂ ਦੂਰ ਵੀ ਰਹੀਏ, ਪਰ ਇੱਕ ਦੂਸਰੇ ਦਾ ਸਹਾਰਾ ਬਣ ਸਕਦੇ ਹਾਂ ਡਿਜੀਟਲੀ ਵੀ। ਰੀਚ ਆਊਟ ਕਰੀਏ, ਤੇ ਸਭ ਤੋਂ ਜ਼ਿਆਦਾ ਮੈਂ ਕਹੂੰਗੀ ਵੀ ਜਿਹੜੇ ਸਾਡੇ ਬੱਚੇ ਆ, ਜਿਹੜੇ ਸਾਡੇ ਬਜ਼ੁਰਗ ਆ, ਉਹਨਾਂ ਦੇ ਨਾਲ ਬੈਠ ਕੇ ਉਹਨਾਂ ਨੂੰ ਐਨ ਵਕਤ ਲੈ ਕੇ ਸਭ ਕੁਝ ਸਮਝਾਈਏ ਵੀ ਕੀ ਹੋ ਰਿਹਾ ਆ, ਵੀ ਉਹਨਾਂ ਦੇ ਉੱਪਰ ਸਟ੍ਰੈਸ ਜ਼ਿਆਦਾ ਨਾ ਵੱਧ ਜਾਵੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ BC ਦੇ ਵਿੱਚ ਆਪਣੀ ਖੂਬ ਜਿਹੜੀ ਸੀਗੀ ਆਪਾਂ ਉਹਨੂੰ ਫਲੱਟ ਕਰ ਦਿੱਤਾ ਆ, ਪਰ ਹਾਲੇ ਵੀ ਜਿਸ ਤਰ੍ਹਾਂ ਮਿਨਿਸਟਰ ਏਡਰੀਅਨ ਡਿਕਸ ਕਹਿੰਦੇ ਨੇ ਤੇ ਡਾਕਟਰ ਹੈਨਰੀ ਕਹਿੰਦੇ ਨੇ, ਆਪਾਂ ਸਭ ਨੂੰ ਹਾਲੇ ਵੀ 100% ਜਿਹੜੇ ਆਰਡਰਸ ਹੈਗੇ ਆ ਉਹਨਾਂ ਨੂੰ ਫੋਲੋ ਕਰਨਾ ਆ, ਕਰਕੇ ਉਹ ਹੀ ਹੱਲ ਹੈਗਾ ਆ, ਉਹ ਹੀ ਸੋਲੂਸ਼ਨ ਹੈਗਾ ਆ। ਧੰਨਵਾਦ। ਥੈਂਕ ਯੂ ਸੋ ਮਚ ਵਾਂਸ ਅਗੇਨ। ਸੋ ਅੱਜ ਗੱਲਬਾਤ ਹੋਈ MLA ਜਿਨੀ ਸਿਮਸ ਦੇ ਨਾਲ, ਜਿਨ੍ਹਾਂ ਨੇ ਸਾਨੂੰ ਬਹੁਤ ਹੀ ਵਧੀਆ ਐਕਸਪਲੇਨੇਸ਼ਨ ਦੇ ਨਾਲ ਦੱਸਿਆ ਕਿ ਪਾਲਿਸੀਜ਼ ਕਿਵੇਂ ਕੰਮ ਕਰ ਰਹੀਆਂ ਨੇ। ਜੇ ਤੁਹਾਡਾ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਆ, ਤੇ ਅਸੀਂ ਤੁਹਾਡੀ ਈਮੇਲ ਜਿਹੜੀ ਹੈਗੀ ਉਹ ਲੋਕਲ MLA ਤੇ MPs ਤੱਕ ਪਹੁੰਚਾ ਸਕਦੇ ਆ ਕਿ ਤੁਹਾਡੇ ਜਿਹੜੇ ਕੁਐਸਚਨ ਹੈਗੇ ਉਹਨਾਂ ਦਾ ਆਨਸਰ ਹੋਣਾ ਚਾਹੀਦਾ ਆ। ਸੋ ਤਦ ਤੱਕ ਤੁਸੀਂ ਰੱਖੋ ਆਪਣਾ ਖਿਆਲ, ਦੇਖਦੇ ਰਹੋ ਸਾਂਝਾ TV। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰਿਵੈਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਵਿੱਚ ਹਿੱਸੇਦਾਰ ਬਣੋ ਅਤੇ ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ।